ਸਿੰਗਲ ਸਾਹਿਬ ਸਵਾਲ ਉੱਥੋਂ ਹੀ ਸ਼ੁਰੂ ਹੁੰਦਾ। ਇਲੈਕਸ਼ਨ ਹੋਏ ਨੇ, ਇਲੈਕਸ਼ਨਾਂ ਦੇ ਵਿੱਚ ਬੀਬੀ ਵੱਡੇ ਵਾਅਦੇ ਕਰਦੀ ਸੀ ਕਿ ਇਸ ਵਾਰ ਜਿੱਤ ਜਾਾਂਗੇ, ਇਸ ਵਾਰ ਪ੍ਰਧਾਨ ਬਣ ਜਾਾਂਗੇ, ਲਿਫਾਫੇ ਦੇ ਵਿੱਚੋਂ ਕੋਈ ਪ੍ਰਧਾਨ ਨਹੀਂ ਨਿਕਲੂ। ਬੀਬੀ ਹਾਰ ਜਾਂਦੀ ਆ ਤੇ ਹਰਜਿੰਦਰ ਸਿੰਘ ਧਾਮੀ ਫਿਰ ਪ੍ਰਧਾਨ ਬਣ ਜਾਂਦੇ ਨੇ। ਕੀ ਲੱਗਦਾ? ਸ਼੍ਰੋਮਣੀ ਅਕਾਲੀ ਦਲ ਨੂੰ ਤਕਰੀਬਨ 5-6 ਦਿਨ ਪਹਿਲਾਂ ਜਿਹੜਾ ਹੈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੋ ਪਹਿਲਾਂ ਵੀ ਪ੍ਰਧਾਨ ਸਨ, ਉਹਨਾਂ ਦਾ ਨਾਂ ਅਨਾਊਂਸ ਕੀਤਾ। ਉਹ ਜਿਹੜਾ ਲਿਫਾਫਾ ਕਲਚਰ ਸੀ, ਇਹ ਗੱਲ ਬਿਲਕੁਲ ਸੱਚੀ ਆ ਵੀ ਬੀਬੀ ਜਗੀਰ ਕੌਰ ਨੇ ਉਹਨੂੰ ਚੈਲੰਜ ਕੀਤਾ ਤੇ ਉਹ ਜਿਹੜਾ ਹੈ ਖਤਮ ਕੀਤਾ। ਇਹਦੇ ਵਾਸਤੇ ਬੀਬੀ ਨੂੰ ਦਾਦ ਦੇਣੀ ਬਣਦੀ। ਬੀਬੀ ਜਗੀਰ ਕੌਰ ਤਾਂ ਇਹ ਵੀ ਕਹਿੰਦੀ ਨਜ਼ਰ ਆਈ ਕਿ ਮੈਂ ਵੀ ਲਿਫਾਫੇ 'ਚੋਂ ਨਿਕਲਦੀ ਰਹੀ ਹਾਂ। ਇੱਕਦਮ ਹੀ ਕਿਉਂ ਯਾਦ ਆਇਆ ਕਿ ਇੱਕ ਲਿਫਾਫਾ ਕਲਚਰ ਜਿਹੜਾ ਉਸ ਨੂੰ ਖਤਮ ਕਰਨਾ ਚਾਹੀਦਾ? ਦੇਖੋ ਐਂ ਹੁੰਦਾ ਜੀ, ਆਮ ਇੱਕ ਸਾਡਾ ਸ਼ਬਦ ਆ ਵੀ ਦੇਰ ਆਏ ਦਰੁਸਤ ਆਏ, ਹੈ ਨਾ। ਬਲਦੇਵ ਸਿੰਘ ਚੁੰਗਾ ਵੀ ਇੱਕ ਟਾਈਮ ਦੇ ਲਈ ਬਾਗੀ ਹੁੰਦੇ ਨੇ, ਸੁਖਬੀਰ ਬਾਦਲ ਦੇ ਬਿਆਨਾਂ ਤੋਂ ਉਲਟ ਬਿਆਨ ਦਿੰਦੇ ਨੇ ਬਲਦੇਵ ਸਿੰਘ ਚੁੰਗਾ, ਪਰ ਫਿਰ ਕਿਤੇ ਨਾ ਕਿਤੇ ਜਾ ਕੇ ਬਲਦੇਵ ਸਿੰਘ ਚੁੰਗਾ ਦੇ ਦਿਲ 'ਚ ਕਿਉਂ ਨਹੀਂ ਆਈ ਇਹ ਗੱਲ? ਕਿਹੜੀ ਜੀ? ਪਰ ਅਸੀਂ ਬੀਬੀ ਜੀ ਦੇ ਨਾਲ ਇਸ ਵਾਰ ਅਸੀਂ ਡਟ ਕੇ ਖੜ੍ਹੇ ਹਾਂ। ਉਹਨਾਂ ਦੀ ਪੂਰੀ ਡਟ ਕੇ ਮਦਦ ਕੀਤੀ ਹੈ ਬੀਬੀ ਜਗੀਰ ਕੌਰ ਦੀ। ਇਹ ਵੀ ਇਲਜ਼ਾਮ ਲੱਗਦੇ ਨੇ ਕਿ ਬੀਬੀ ਜਗੀਰ ਕੌਰ ਦੇ ਪਿੱਛੇ RSS ਖੜੀ ਆ। ਪਿੱਛੇ ਜੇ ਪ੍ਰੈਸ ਕਾਨਫਰੰਸ ਹੁੰਦੀ ਆ ਅਕਾਲੀ ਦਲ ਦੀ, ਤਾਂ ਉਹਦੇ ਵਿੱਚ ਵੀ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਕੀ ਲੱਗਦਾ ਗਾ? ਨਾਲ ਜੋ ਵੀ ਮਰਜ਼ੀ ਸ਼ਬਦ ਇੱਜ਼ਤ ਵਾਸਤੇ ਕਹਿ ਸਕਦੇ ਆ ਵੀ ਉਹਨੂੰ ਲੰਬੜਾਂ ਦੀ ਚੱਕੀ ਹੋਈ, ਫਲਾਣੇ ਚੱਕੀ ਹੋਈ। ਇਹਦਾ ਸ਼ਬਦ ਹੀ ਨਹੀਂ ਸੀ ਵਧੀਆ ਹੈਗਾ ਜਿਹੜਾ ਬੀਬੀ ਜੀ ਵਾਸਤੇ ਵਰਤਿਆ ਗਿਆ। ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰੇ ਸੀ ਤੇ ਤੁਸੀਂ ਆਲਮ ਦੀ ਗੱਲ ਕਰਦੇ ਹੋ, ਹਾਰ ਆਲਮ ਦੀ ਗੱਲ ਕਰਦੇ ਹੋ। ਉਦੋਂ ਵੀ ਤਾਂ ਅਕਾਲੀ ਦਲ ਦੇ ਵਿੱਚੋਂ ਟਿਕਟ ਦਿੱਤੀ ਆ, ਤੁਸੀਂ ਵੀ ਤਾਂ ਉਹਨਾਂ ਦੇ ਭਾਈਵਾਲ ਸੀ। ਪਰੰਤੂ ਅਸੀਂ ਉਸ ਸਿਸਟਮ ਦਾ ਅਸੀਂ ਅੰਗ ਸੀ ਜਿਹੜੇ ਸਿਸਟਮ ਨੇ ਮਾਫੀ ਬਿਨਾਂ ਮੰਗਿਆ, ਮਾਫੀ ਸਿੰਘ ਸਾਹਿਬ ਦੀ ਬਾਂਹ ਮਰੋੜ ਕੇ ਮਾਫੀ ਦਵਾਈ ਗਈ। ਉਸ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ 90-91 ਲੱਖ ਦੇ ਇਸ਼ਤਿਹਾਰ ਸੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਦਿੱਤੇ ਗਏ। ਪਰੰਤੂ ਜੇ ਮੈਂ ਗਲਤੀ ਕੀਤੀ ਸੀ ਤਾਂ ਮੈਂ ਮਾਫੀ ਮੰਗਦਾ। ਅੱਜ ਮੈਂ ਕੌਮ ਦੇ ਨਾਲ ਖੜਾ ਜੀ। ਉਹ ਪਿਛਲੇ ਸਮੇਂ ਨੂੰ ਮੈਨੂੰ ਕੀ ਲੱਗਦਾ ਕੌਮ ਦੇ ਨਾਲ ਅੱਜ ਹੀ ਕਿਉਂ? ਪਹਿਲਾਂ ਕਿਤੇ ਕੁਰਸੀ ਦਿਖਦੀ ਸੀ ਜਾਂ ਫਿਰ ਪਹਿਲਾਂ ਕਿਤੇ ਦਬਾਇਆ ਜਾਂਦਾ ਸੀ ਬਲਦੇਵ ਸਿੰਘ ਚੁੰਗਾ ਨੂੰ? ਅਕਾਲੀ ਦਲ ਤਾਂ ਕਾਫੀ ਬਣ ਗਏ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਰਿਹਾ, ਫਿਰ ਸੁਖਦੇਵ ਸਿੰਘ ਢੀਂਡਸਾ ਨੇ ਆਪਦਾ ਪਿਛਲੇ ਦਿਨਾਂ ਦੇ ਸਾਲਾਂ ਦੇ ਦੌਰਾਨ ਅਕਾਲੀ ਦਲ ਬਣਾ ਲਿਆ। ਉਸ ਤੋਂ ਬਾਅਦ ਉਹਦੇ ਵਿੱਚ ਬ੍ਰਹਮਪੁਰਾ ਸਾਹਿਬ ਆਉਂਦੇ ਨੇ। ਅਸੀਂ ਨਾ ਦੇਖੋ ਢਿੱਲੋਂ ਜੀ, ਇਹ ਗੱਲ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਵੀ ਆਪਾਂ ਨੂੰ ਇਕੱਲਾ ਸ਼੍ਰੋਮਣੀ ਅਕਾਲੀ ਦਲ ਲਿਖਣਾ ਚਾਹੀਦਾ। ਜਿਹੜਾ ਬ੍ਰੈਕਟ ਅਸੀਂ ਬਾਦਲ ਲਿਖਦੇ ਹਾਂ, ਇਹ ਸਾਨੂੰ ਲਿਮਟਿਡ ਨਹੀਂ ਕਰਨਾ ਚਾਹੀਦਾ। ਵੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਮਰਦ ਵਿੱਚ ਰਹੇ, ਉਹ ਜ਼ੁਬਾਨ ਦੇ ਪੱਕੇ ਰਹੇ। ਉਹਨਾਂ ਨੇ ਥੁੱਕ ਕੇ ਜਿਹੜਾ ਸ਼ਬਦ ਆਪਾਂ ਵੀ ਚੱਟਿਆ ਨਹੀਂ ਹੈ। ਬ੍ਰਹਮਪੁਰਾ ਸਾਹਿਬ ਨੇ ਬੜੇ ਮਾੜੇ ਸ਼ਬਦ ਵੀ ਤੁਹਾਡੀ ਪ੍ਰੈਸ ਦੇ ਵਿੱਚ ਬੋਲ ਦਿੱਤੇ ਸੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ, ਤੇ ਮਿੰਟ ਲਾਇਆ ਵਾਪਸ ਆਉਣ ਨੂੰ ਵੀ। ਚੁੰਗਾ ਸਾਹਿਬ ਪਿਛਲੇ ਦਿਨ ਹੀ ਕਤਲ ਹੋ ਜਾਂਦਾ, ਡੇਰਾ ਪ੍ਰੇਮੀ ਦਾ ਕਤਲ ਹੋ ਜਾਂਦਾ। ਇਹ ਜਿਹੜੇ ਕਤਲ ਹੋ ਰਹੇ ਨੇ ਉਹ ਕਿਸੇ ਦਾ ਕੋਈ ਸ਼ੌਕ ਨਹੀਂ। ਅਗਰ ਇਹ ਬੰਦਿਆਂ ਨੂੰ ਇਹ ਲੈ ਕੇ ਜੀ, ਇਹਦਾ ਸਰਕਾਰ ਉਹਨਾਂ ਨੂੰ ਬਾਹਰ ਲਿਆਉਂਦੀ ਆ ਤੇ ਨਾਲ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੀ ਆ, ਕਿ ਪੁਲਿਸ ਦਿੰਦੀ ਆ, ਕਿ ਉਹ ਲੋਕ ਸਿੱਖਾਂ ਨੂੰ ਮੂੰਹ ਚੜਾਉਂਦੇ ਨੇ, ਆ ਕੇ ਸਿੱਖਾਂ ਦੇ ਮੂਹਰ ਦੀ ਲੰਘਦੇ ਨੇ ਦਿਖਾ ਕੇ, ਉਹਦਾ ਪ੍ਰਤੀਕਰਮ ਹੈ ਜੀ। ਉਹਦਾ ਕਰਕੇ ਫਿਰ ਇਹ ਹੋਣਾ ਹੀ ਸੀ, ਹੋਰ ਤਾਂ ਕੋਈ ਗੱਲ ਨਹੀਂ ਹੈ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਇੱਕ ਵਾਰ ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਖਾਸ ਕਰਕੇ ਉਹਨਾਂ ਮੁੱਦਿਆਂ ਦੇ ਉੱਪਰ ਜਿਹੜੇ ਸਿੱਖ ਸਿਧਾਂਤਾਂ ਦੇ ਨਾਲ ਸੰਬੰਧ ਰੱਖਦੇ ਨੇ, ਜਿਹੜੇ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਨਾਲ ਸੰਬੰਧ ਰੱਖਦੇ ਨੇ। ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ, ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ SGPC ਦੇ ਪ੍ਰਧਾਨ ਬਣਦੇ ਨੇ ਹਰਜਿੰਦਰ ਸਿੰਘ ਧਾਮੀ। ਤਾਂ ਬੀਬੀ ਜਗੀਰ ਕੌਰ ਦਾ ਕਾਫੀ ਲੰਮਾ ਸਮਾਂ ਜਿਹੜਾ ਕਿ ਰੇੜਕਾ ਚੱਲਦਾ। ਤਾਂ ਸਾਡੇ ਨਾਲ ਇਸ ਵਕਤ ਅੰਤਰਿੰਗ ਕਮੇਟੀ ਦੇ ਮੈਂਬਰ ਮੌਜੂਦ ਨੇ ਬਲਦੇਵ ਸਿੰਘ ਚੁੰਗਾ ਜੀ। ਤਾਂ ਅਸੀਂ ਸਵਾਗਤ ਕਰਦੇ ਹਾਂ। ਚੁੰਗਾ ਸਾਹਿਬ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਢਿੱਲੋਂ ਸਾਹਿਬ ਤੁਹਾਨੂੰ ਤੇ ਤੁਹਾਡੇ ਜਿਹੜੇ ਸਾਰੇ ਦਰਸ਼ਕ ਆ ਜਿਹੜੇ ਆਪਾਂ ਨੂੰ ਜਾਂ ਮੌਜੂਦ ਹੁਣ ਦੇਖਣਗੇ ਜਾਂ ਬਾਅਦ 'ਚ ਦੇਖਣਗੇ, ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਅਰਜ਼ ਕਰਦਾ। ਤੇ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਮੇਰੇ ਇੱਥੇ ਤੁਸੀਂ ਗਏ ਵਿਖੇ ਪਹੁੰਚੇ ਹੋ, ਮੇਰੀ ਆਵਾਜ਼ ਲੋਕਾਂ ਤੱਕ, ਖਲਕ ਤੱਕ, ਪੰਜਾਬੀਆਂ ਤੱਕ, ਗੁਰਸਿੱਖਾਂ ਤੱਕ ਲੈ ਕੇ ਜਾਓਗੇ, ਤਾਂ ਉਹਦੇ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ। ਚੁੰਗਾ ਸਾਹਿਬ ਸਵਾਲ ਉੱਥੋਂ ਹੀ ਸ਼ੁਰੂ ਹੁੰਦਾ। ਇਲੈਕਸ਼ਨ ਹੋਏ ਨੇ, ਇਲੈਕਸ਼ਨਾਂ ਦੇ ਵਿੱਚ ਬੀਬੀ ਵੱਡੇ ਵਾਅਦੇ ਕਰਦੀ ਸੀ ਕਿ ਇਸ ਵਾਰ ਜਿੱਤ ਜਾਾਂਗੇ, ਇਸ ਵਾਰ ਪ੍ਰਧਾਨ ਬਣ ਜਾਾਂਗੇ, ਲਿਫਾਫੇ ਦੇ ਵਿੱਚੋਂ ਕੋਈ ਪ੍ਰਧਾਨ ਨਹੀਂ ਨਿਕਲੂ। ਬੀਬੀ ਹਾਰ ਜਾਂਦੀ ਆ ਤੇ ਹਰਜਿੰਦਰ ਸਿੰਘ ਧਾਮੀ ਫਿਰ ਪ੍ਰਧਾਨ ਬਣ ਜਾਂਦੇ ਨੇ। ਕੀ ਲੱਗਦਾ? ਦੇਖੋ, ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰ ਇੱਕ ਬੰਦੇ ਨੂੰ ਜਿਹੜਾ ਹੈ ਉਹ ਜਿੱਤਣ ਵਾਸਤੇ ਖੜਾ ਹੁੰਦਾ। ਉਹਦੀਆਂ ਜਿਹੜੀਆਂ ਨੀਤੀਆਂ ਪਾਲਿਸੀਆਂ ਵੀ ਉਹ ਇਹੋ ਜਿਹੀਆਂ ਬਣਾਉਂਦੀਆਂ ਵੀ ਉਹ ਜਿੱਤ ਜਾਵੇ
ਬੀਬੀ ਜਗੀਰ ਕੌਰ ਜੀ ਨੇ ਵੀ ਕੋਸ਼ਿਸ਼ ਕੀਤੀ, ਪਰ ਉਹਦੇ 'ਚ ਨਾ ਨਿਰਾ ਪ੍ਰਧਾਨ ਬਣਨ ਦੇ ਨਾਲੋਂ ਇਹ ਵੀ ਸੀ ਵੀ ਇੱਕ ਸਾਡਾ ਇੱਕ ਕਲਚਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਬੇਸ਼ੱਕ ਇਹ ਪ੍ਰਧਾਨ ਸਾਹਿਬ ਨੂੰ ਜਿਹੜੀਆਂ ਸਾਰੀਆਂ ਪਾਵਰਾਂ ਹੁੰਦੀਆਂ ਨੇ ਔਰ ਇਹ ਹੋਣੀਆਂ ਵੀ ਚਾਹੀਦੀਆਂ ਵੀ ਪ੍ਰਧਾਨ ਸਾਹਿਬ ਕੋਲ ਜਿਹੜਾ ਕੇਂਦਰੀਕਰਨ ਰਹੇ ਸ਼ਕਤੀ ਦਾ, ਉਹਨਾਂ ਦੇ ਮੁਤਾਬਕ ਚੱਲੇ ਪਾਰਟੀ ਦਾ ਡਿਸਪਲਿਨ ਰੱਖਣ ਵਾਸਤੇ। ਪਰੰਤੂ ਹੁੰਦਾ ਕਿ ਜਿਹੜੀ ਪ੍ਰੋਬਲਮ ਆਉਂਦੀ ਸੀ, ਸਾਨੂੰ ਇਹ ਇਤਰਾਜ਼ ਨਹੀਂ ਸੀ ਕਦੇ ਵੀ ਪ੍ਰਧਾਨ ਬਣਾਉਂਦਾ ਕਿਉਂ ਬਣਾਉਂਦਾ, ਬਣਾਉਣਾ ਚਾਹੀਦਾ, ਉਹਨਾਂ ਵੱਲੋਂ ਸਾਨੂੰ ਟਿਕਟ ਦਿੱਤੀ ਗਈ ਹੈ। ਇਤਰਾਜ਼ ਇਸ ਗੱਲ ਦਾ ਹੁੰਦਾ ਸੀ ਵੀ ਸਾਥੋਂ ਬੁਲਾ ਕੇ ਸਾਰਿਆਂ ਨੂੰ ਸੁਣ ਲਿਆ ਜਾਂਦਾ ਸੀ ਅਤੇ ਸਾਨੂੰ ਪਤਾ ਨਹੀਂ ਸੀ ਹੁੰਦਾ ਵੀ ਪ੍ਰਧਾਨ ਉੱਥੇ ਕਿਹੜਾ ਬਣੂ। ਉਹ 10-20 ਮਿੰਟ ਪਹਿਲਾਂ ਜਦੋਂ ਅਸੀਂ ਜਾ ਕੇ ਬੈਠ ਜਾਂਦੇ ਸੀਗੇ ਉਦੋਂ ਘੁਸਰ ਮੁਸਰ ਹੁੰਦੀ, ਕੋਈ ਕਹਿੰਦਾ ਇਹ ਬਣੂ, ਕੋਈ ਕਹਿੰਦਾ ਇਹ ਬਣੂਗਾ। ਪਰ ਇਸ ਵਾਰ ਜਦੋਂ ਬੀਬੀ ਜਗੀਰ ਕੌਰ ਨੇ ਇਸ ਗੱਲ ਦੇ ਬਾਰੇ ਉਹਨਾਂ ਨੇ ਸਟੈਂਡ ਲਿਆ ਤਾਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਤਕਰੀਬਨ 5-6 ਦਿਨ ਪਹਿਲਾਂ ਜਿਹੜਾ ਹੈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੋ ਪਹਿਲਾਂ ਵੀ ਪ੍ਰਧਾਨ ਸਨ, ਉਹਨਾਂ ਦਾ ਨਾਂ ਅਨਾਊਂਸ ਕੀਤਾ। ਉਹ ਜਿਹੜਾ ਲਿਫਾਫਾ ਕਲਚਰ ਸੀ, ਇਹ ਗੱਲ ਬਿਲਕੁਲ ਸੱਚੀ ਆ ਵੀ ਬੀਬੀ ਜਗੀਰ ਕੌਰ ਨੇ ਉਹਨੂੰ ਚੈਲੰਜ ਕੀਤਾ ਅਤੇ ਉਹ ਜਿਹੜਾ ਹੈ ਖ਼ਤਮ ਕੀਤਾ। ਇਹਦੇ ਵਾਸਤੇ ਬੀਬੀ ਨੂੰ ਦਾਦ ਦੇਣੀ ਬਣਦੀ ਹੈ। ਬੀਬੀ ਜਗੀਰ ਕੌਰ ਤਾਂ ਇਹ ਵੀ ਕਹਿੰਦੀ ਨਜ਼ਰ ਆਈ ਕਿ ਮੈਂ ਵੀ ਲਿਫਾਫੇ 'ਚੋਂ ਨਿਕਲਦੀ ਰਹੀ ਹਾਂ, 4 ਵਾਰ ਪਹਿਲਾਂ ਪ੍ਰਧਾਨ ਬਣੇ ਨੇ। ਕੀ ਲੱਗਦਾ ਹੁਣ ਇੱਕਦਮ ਹੀ ਕਿਉਂ ਯਾਦ ਆਇਆ ਕਿ ਇੱਕ ਲਿਫਾਫਾ ਕਲਚਰ ਜਿਹੜਾ ਉਸ ਨੂੰ ਖਤਮ ਕਰਨਾ ਚਾਹੀਦਾ? ਦੇਖੋ ਐਂ ਹੁੰਦਾ ਜੀ, ਆਮ ਇੱਕ ਸਾਡਾ ਸ਼ਬਦ ਆ ਵੀ ਦੇਰ ਆਏ ਦਰੁਸਤ ਆਏ, ਹੈ ਨਾ। ਇਹ ਇਸ ਵੇਲੇ ਨਾ ਇਕੱਲਾ ਲਿਫਾਫਾ ਕਲਚਰ ਨਹੀਂ ਹੈ। ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਨਾ ਹੈ ਇਸ ਵੇਲੇ ਜਿਹੜੀ ਕਾਰਗੁਜ਼ਾਰੀ ਆ ਇੰਟਰਨਲ, ਉਹਦੇ ਵਾਸਤੇ ਜਿਹੜਾ ਅਕਾਲੀ ਦਲ ਆ ਉਹ ਚਿੰਤਤ ਆ, ਜਾਂ ਜਿਹੜੇ ਸੁਹਿਰਦ ਸਿੱਖ ਆ ਉਹ ਚਿੰਤਤ ਨੇ ਵੀ ਜਿਹੜੇ ਉਹਨਾਂ ਦੀ ਕਾਰਗੁਜ਼ਾਰੀ ਆ ਉਹ ਠੀਕ ਨਹੀਂ। ਜਦੋਂ ਤੋਂ ਦੇਖ ਲਓ 2 ਵਾਰ ਇਲੈਕਸ਼ਨ ਦੇ ਵਿੱਚ ਵਿਧਾਨ ਸਭਾ 'ਚ ਹਾਰਨਾ ਹੀ ਨਹੀਂ, ਬਹੁਤ ਜਮਾਂ ਹੀ ਹਾਸੀਏ 'ਤੇ ਚਲੀ ਗਈ ਆ ਪਾਰਟੀ ਸ਼੍ਰੋਮਣੀ ਅਕਾਲੀ ਦਲ। ਅਤੇ ਲੋਕ ਜਿਹੜੇ ਧਾਰਮਿਕ ਤੌਰ ਦੇ ਉੱਤੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬਹੁਤ ਜ਼ਿਆਦਾ ਜਿਹੜੇ ਨੁਕਸਾਨ ਨੇ ਸਾਡੇ ਉਹ ਅਕਾਲੀ ਦਲ ਦੇ ਹੋਏ ਨੇ। ਇਸ ਵਾਸਤੇ ਜਿਹੜੇ ਬੀਬੀ ਜੀ ਨੇ ਚੰਗਾ ਕੀਤਾ, ਬੇਸ਼ੱਕ ਉਹ ਲਿਫਾਫੇ 'ਚੋਂ ਨਿਕਲਦੀ ਰਹੀ ਹੈ, ਪਰ ਉਹਨਾਂ ਨੇ ਪਹਿਲ ਕੀਤੀ ਹੈ ਜੀ, ਬਹੁਤ ਅੱਛਾ ਕੀਤਾ। ਕਿਸੇ ਨੇ ਤਾਂ ਪਹਿਲ ਕਰਨੀ ਸੀ। ਅੱਜ ਤੋਂ ਪਹਿਲਾਂ ਇਹ ਵੀ ਸਾਨੂੰ ਮੰਨਣੀ ਪੈਣੀ ਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਇਸ ਤਰ੍ਹਾਂ ਦਾ ਚੈਲੰਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਨਹੀਂ ਸੀ ਹੋਇਆ। ਉਸ ਤੋਂ ਵੀ ਵੱਡੀ ਗੱਲ, ਸਰਦਾਰ ਬਿਰਸਾ ਸਿੰਘ ਜੀ ਬਲਟੋਹਾ ਜਿਹੜੇ ਬੜੇ ਮਾਨਯੋਗ ਆਗੂ ਨੇ, ਜਿਹੜੇ ਸੰਤ ਜਰਨੈਲ ਸਿੰਘ ਮਹਾਂਪੁਰਸ਼ ਬਾਬਾ ਭਿੰਡਰਾਂ ਵਾਲਿਆਂ ਦੇ ਨਾਲ ਵੀ ਰਹੇ ਨੇ, ਅਤੇ ਉਹ ਕਹਿੰਦੇ ਸੀ ਵੀ ਜੇ 25 ਸੀਟਾਂ ਵੀ ਲੈ ਜਾਵੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਆ ਜਿਹੜਾ ਅਸਤੀਫਾ ਦੇ ਦੇਣਗੇ ਬੀਬੀ ਜਗੀਰ ਕੌਰ। ਪਰ ਉਹ ਜਿਹੜੀਆਂ ਨਾ ਪਿਛਲੀ ਵਾਰ 19 ਵੋਟਾਂ ਸੀਗੀਆਂ ਵਿਰੋਧੀ ਧਿਰ ਕੋਲੇ ਕਹਿ ਲਈਏ, ਇਸ ਵਾਰ 42 ਲੋਕਾਂ ਦੀ ਵੋਟਿੰਗ ਕਰ ਦੇਣਾ, ਤੀਸਰੇ ਹਿੱਸੇ ਨੇ ਵੋਟਿੰਗ ਅਕਾਲੀ ਦਲ ਦੇ ਬਰਖਲਾਫ ਕਰ ਦੇਣਾ, ਇਹ ਵੀ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਚੇਤਾਵਨੀ ਹੈ। ਬੀਬੀ ਜੀ ਨੇ ਬਹੁਤ ਅੱਛਾ ਕੀਤਾ। ਬੇਸ਼ੱਕ ਉਹ ਆਪ ਪ੍ਰਧਾਨ ਬਣਦੇ ਰਹੇ, ਲਿਫਾਫਾ ਕਲਚਰ ਦੇ ਨਾਲ ਹੀ ਰਹੇ, ਪਰ ਇਸ ਵਾਰ ਜੇ ਉਹਨਾਂ ਨੇ ਚੈਲੰਜ ਉਹਨਾਂ ਨੇ ਕੀਤਾ। ਮੈਂ ਤਾਂ ਇਸ ਗੱਲ ਦੀ ਵੀ ਦਾਦ ਦਿੰਦਾ ਵੀ ਇੱਕ ਔਰਤ ਉਹਨੇ ਚੈਲੰਜ ਕੀਤਾ। ਸਾਡੇ ਇੰਨੇ ਬੰਦੇ ਨੇ, ਕਦੇ ਕਿਸੇ ਨੂੰ ਸਾਡੇ ਸੱਜਣ ਨੂੰ ਇਹ ਦਿਸਿਆ ਹੀ ਨਹੀਂ ਵੀ ਯਾਰ ਅਸੀਂ ਕੀ ਕੁਛ ਹੋ ਰਿਹਾ, ਸਾਡਾ ਧਾਰਮਿਕ ਤੌਰ ਦੇ ਉੱਤੇ ਸਾਡੇ 'ਚ ਕਿੰਨਾ ਨਿਘਾਰ ਆ ਗਿਆ, ਅੱਜ ਸਾਡਾ ਕਿੱਥੇ ਅਸੀਂ ਚਲੇ ਗਏ ਹਾਂ। ਸੋ ਮੈਂ ਬੀਬੀ ਜੀ ਦੀ ਇਸ ਗੱਲ ਨੂੰ ਦਾਦ ਦਿੰਦਾ ਕਿ ਉਹਨਾਂ ਨੇ ਬਹੁਤ ਅੱਛਾ ਕੀਤਾ, ਜ਼ਰੂਰਤ ਵਾਲਾ ਫੈਸਲਾ ਸੀ ਉਹਨਾਂ ਦਾ। ਬਲਦੇਵ ਸਿੰਘ ਚੁੰਗਾ ਵੀ ਇੱਕ ਟਾਈਮ ਦੇ ਲਈ ਬਾਗੀ ਹੁੰਦੇ ਨੇ, ਸੁਖਬੀਰ ਬਾਦਲ ਦੇ ਬਿਆਨਾਂ ਤੋਂ ਉਲਟ ਬਿਆਨ ਦਿੰਦੇ ਨੇ ਬਲਦੇਵ ਸਿੰਘ ਚੁੰਗਾ, ਪਰ ਫਿਰ ਕਿਤੇ ਨਾ ਕਿਤੇ ਜਾ ਕੇ ਬਲਦੇਵ ਸਿੰਘ ਚੁੰਗਾ ਦੇ ਦਿਲ 'ਚ ਕਿਉਂ ਨਹੀਂ ਆਈ ਇਹ ਗੱਲ? ਕਿਹੜੀ ਜੀ? ਪ੍ਰਧਾਨਗੀ ਵਾਲੀ ਜਾਂ ਲਿਫਾਫੇ ਕਲਚਰ ਵਾਲੀ? ਦੇਖੋ ਮੈਂ ਤਾਂ ਜੀ ਲਿਫਾਫਾ ਕਲਚਰ ਤਾਂ ਅਸੀਂ ਪਹਿਲਾਂ ਤਾਂ ਜਦੋਂ ਤੋਂ ਮੈਂ ਇਹ ਬਾਗੀ ਤਾਂ ਸ਼ਾਇਦ ਨਾ ਕਿਹਾ ਜਾਵੇ, ਬਾਗੀ ਤਾਂ ਹੁੰਦਾ ਮੈਂ ਬਾਗੀ ਹੋ ਕੇ ਕਿਸੇ ਪਾਰਟੀ ਹੋਰ ਚਲਾ ਜਾਂਦਾ ਜਾਂ ਮੇਰੀ ਕਿਸੇ ਪਾਰਟੀ ਨਾਲ ਹੋਰ ਰੱਟੀ ਸੱਟੀ ਹੁੰਦੀ। ਬਾਗੀ ਤਾਂ ਮੈਂ ਕੋਈ ਨਹੀਂ, ਮੈਂ ਆਪਣੀ ਗੱਲ ਰੱਖੀ ਸੀ। ਮੈਂ ਅੱਜ ਵੀ ਅਕਾਲੀ ਦਲ 'ਚ ਆਪਦੇ ਆਪ ਨੂੰ ਮਹਿਸੂਸ ਕਰਦਾ, ਇਹਨਾਂ ਨੇ ਮੈਨੂੰ ਕੱਢਿਆ, ਮੈਂ ਤਾਂ ਨਿਕਲਿਆ ਹੀ ਨਾ, ਮੈਂ ਕਿਤੇ ਹੋਰ ਗਿਆ, ਨਾ ਮੇਰੀ ਕਿਸੇ ਨਾਲ ਹੋਰ ਗੱਲ ਦੀ ਮੇਰੀ ਕੋਈ ਗੱਲਬਾਤ ਆਈ। ਮੈਂ ਦੂਸਰੀ ਗੱਲ ਇਹ ਹੈ ਜੀ, ਹਰ ਸਮਾਂ ਚਾਹੁੰਦਾ, ਦੇਖੋ 170 ਮੈਂਬਰ ਆ ਜਿਹੜੇ ਇਲੈਕਟ ਹੋ ਕੇ ਚਾਹੁੰਦੇ ਨੇ। ਮੈਂ ਕਹਿੰਦਾ ਵੀ ਜੇ ਸਾਰੇ ਨਹੀਂ ਤਾਂ 70 ਮੈਂਬਰ ਤਾਂ ਜ਼ਰੂਰ ਚਾਹੁੰਦੇ ਹੋਣਗੇ ਵੀ ਮੈਂ ਪ੍ਰਧਾਨ ਬਣ ਜਾ। ਜੇ ਸਾਰੇ 170 ਨਹੀਂ ਚਾਹੁੰਦੇ ਹੋਣਗੇ, ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ, ਕਿਉਂਕਿ ਮੈਂ ਵੀ 6-7 ਇਲੈਕਸ਼ਨਾਂ ਲੜੀਆਂ ਹੋਈਆਂ। ਮੈਂ ਪਿੰਡ ਦੀ ਸਰਪੰਚੀ ਤੋਂ ਆਪਣਾ ਜੀਵਨ ਸ਼ੁਰੂ ਕਰਿਆ ਹੋਇਆ, ਬਲਾਕ ਸਮਿਤੀ ਮੈਂਬਰ, ਮਾਰਕੀਟ ਕਮੇਟੀ ਮੈਂਬਰ, ਸਾਰੀਆਂ ਮੈਂ ਜਿਹੜੇ ਰੁਤਬੇ ਨੇ, ਚੇਅਰਮੈਨ ਮਾਰਕੀਟ ਕਮੇਟੀ, ਇਹ ਦੇਖ ਕੇ ਜੀ ਤਾਂ ਮੇਰਾ ਵੀ ਬਹੁਤ ਕਰਦਾ ਵੀ ਮੈਨੂੰ ਵੀ ਉਹ ਸੇਵਾ ਦਾ ਮੌਕਾ ਮਿਲੇ। ਅਤੇ ਪਰ ਜਦੋਂ ਵਾਹਿਗੁਰੂ ਗੁਰੂ ਰਾਮਦਾਸ ਮਹਾਰਾਜ ਚਾਹੁਣਗੇ ਉਦੋਂ ਜ਼ਰੂਰ ਹੋਊਗੀ। ਪਰ ਅਸੀਂ ਬੀਬੀ ਜੀ ਦੇ ਨਾਲ ਇਸ ਵਾਰ ਅਸੀਂ ਡਟ ਕੇ ਖੜ੍ਹੇ ਹਾਂ, ਉਹਨਾਂ ਦੀ ਪੂਰੀ ਡਟ ਕੇ ਮਦਦ ਕੀਤੀ ਹੈ ਬੀਬੀ ਜਗੀਰ ਕੌਰ ਦੀ। ਇਹ ਵੀ ਇਲਜ਼ਾਮ ਲੱਗਦੇ ਨੇ ਕਿ ਬੀਬੀ ਜਗੀਰ ਕੌਰ ਦੇ ਪਿੱਛੇ RSS ਖੜੀ ਆ, ਸਿੱਧੇ ਤੌਰ 'ਤੇ ਨਹੀਂ ਅਸਿੱਧੇ ਤੌਰ 'ਤੇ ਖੜੀ ਆ। ਬੀਬੀ ਜਗੀਰ ਕੌਰ ਨੂੰ ਦੂਜੀਆਂ ਪਾਰਟੀਆਂ ਦੀ ਚੱਕ ਦਿੱਤੀ ਹੋਈ ਸੀ, ਤਾਂ ਕਰਕੇ ਉਹ ਅਕਾਲੀ ਦਲ ਦੇ ਬਰੋਬਰ ਖੜੀ ਹੋ ਗਈ ਆ। ਕਿ ਪਿੱਛੇ ਜੇ ਪ੍ਰੈਸ ਕਾਨਫਰੰਸ ਹੁੰਦੀ ਆ ਅਕਾਲੀ ਦਲ ਦੀ ਤਾਂ ਉਹਦੇ ਵਿੱਚ ਵੀ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਕੀ ਲੱਗਦਾ ਗਾ? ਦੇਖੋ ਉਹ ਜਿਹੜਾ ਸ਼ਬਦ ਸੀ, ਇਹ ਜਿਹੜਾ ਮੁਹਾਵਰਾ ਸੀ, ਇਹ ਤਾਂ ਮੈਂ ਇਹਨੂੰ ਪਸੰਦ ਨਹੀਂ ਕਰਦਾ ਵੀ ਇੱਕ ਔਰਤ ਵਾਸਤੇ ਇੱਕ ਜਿਹੜੀ ਸਾਡੀ ਬੀਬੀ ਕਹਿ ਲਈਏ, ਉਹਨਾਂ ਨੂੰ ਸਤਿਕਾਰ ਦੇ ਨਾਲ ਜੋ ਵੀ ਮਰਜ਼ੀ ਸ਼ਬਦ ਇੱਜ਼ਤ ਵਾਸਤੇ ਕਹਿ ਸਕਦੇ ਆ ਵੀ ਉਹਨੂੰ ਲੰਬੜਾਂ ਦੀ ਚੱਕੀ ਹੋਈ, ਫਲਾਣੇ ਚੱਕੀ ਹੋਈ, ਇਹਦਾ ਸ਼ਬਦ ਹੀ ਨਹੀਂ ਸੀ ਵਧੀਆ ਹੈਗਾ ਜਿਹੜਾ ਬੀਬੀ ਜੀ ਵਾਸਤੇ ਵਰਤਿਆ ਗਿਆ। ਵੀ ਨਾ ਜਿਹੜੀ ਦੇਖੋ RSS ਨੇ ਉਹਨਾਂ ਨੂੰ ਬੀਬੀ ਜੀ ਨੂੰ ਕੀ ਚੱਕਿਆ ਕੀ ਨਹੀਂ ਚੱਕਿਆ, ਮੇਰਾ ਖਿਆਲ ਹੈ ਮੇਰੇ ਨਾਲੋਂ ਬੈਸਟ ਜਵਾਬ ਬੀਬੀ ਦੇ ਸਕਦੇ, ਉਹ ਦੇ ਵੀ ਰਹੇ ਨੇ ਜਵਾਬ।
ਬਈ ਮੈਨੂੰ ਤਾਂ ਕਿਸੇ ਨੇ ਉਹ ਨਹੀਂ ਕੀਤਾ। ਦੂਸਰੀ ਗੱਲ ਇਹ ਆ ਸਰਦਾਰ ਸਾਹਿਬ, ਜਿਹੜੀ ਢਿੱਲੋਂ ਸਾਹਿਬ ਤੁਸੀਂ ਕਹਿੰਦੇ ਹੋ RSS ਦਾ ਜੀ ਦਖਲਅੰਦਾਜ਼ੀ ਸਾਡੇ 'ਚ ਹੈ ਕਿੱਥੇ ਨਹੀਂ, ਸਾਰੇ ਪਾਸੇ ਹੀ RSS ਦੀ ਦਖਲ, ਪਹਿਲਾਂ ਅੰਦਾਜ਼ੀ ਕਿਹੜਾ ਘੱਟ ਹੈ ਜੀ। RSS ਦੀਆਂ ਦਖਲਅੰਦਾਜ਼ੀਆਂ ਸੀ ਵੀ ਸਾਨੂੰ ਬਰਗਾੜੀ ਦਾ ਇਨਸਾਫ ਨਹੀਂ ਮਿਲ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲ ਰਿਹਾ, ਤੇ DGP ਜਿਹੜਾ ਹੈ ਸਾਡੇ ਸਿੱਖਾਂ ਦਾ ਕਾਤਲ ਸੀ ਸੁਮੇਧ ਸਿੰਘ ਸੈਣੀ ਲਾਇਆ ਜਾਂਦਾ, ਉਹ ਵੀ RSS ਦੀ ਮਰਜ਼ੀ ਹੋਈ ਸੀ। RSS ਦੀ ਉਹ ਮਰਜ਼ੀ ਹੋਈ ਸੀ ਜਿਹੜਾ ਸਾਨੂੰ ਇੱਥੇ ਇਜ਼ਹਾਰ ਆਲਮ ਨੂੰ ਟਿਕਟ ਦਿੱਤੀ ਮਲੇਰਕੋਟਲਾ, ਦੂਜੀ ਨੇ ਆਲਮ ਸੈਨਾ ਬੁਲਾ ਕੇ ਸਿੱਖ ਨੌਜਵਾਨਾਂ ਦਾ, ਖਾੜਕੂਆਂ ਦਾ, ਸਾਡੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ। ਉਹ ਸਾਰਾ ਕੁਛ ਸੀ ਜਿਹੜਾ ਆਇਆ ਸੀ। RSS ਨਾ BJP ਦਾ ਇੱਕ ਅੰਗ ਹੈ। RSS ਸਰਕਾਰ ਤਾਂ ਅਕਾਲੀਆਂ ਦੀ ਸੀ ਉਦੋਂ, ਸਰਕਾਰ ਤਾਂ ਅਕਾਲੀਆਂ ਦੀ ਸੀ। ਜਿਹੜਾ ਬਹਿਮਲ ਕਲਾਂ ਦੀ ਗੱਲ ਕਰਦੇ ਹੋ, DGP ਸਮੇਤ ਸੈਣੀ ਨੂੰ ਲਾ ਦੇਣਾ, ਜਿਹੜੇ ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰੇ ਸੀ। ਤੁਸੀਂ ਆਲਮ ਦੀ ਗੱਲ ਕਰਦੇ ਹੋ, ਹਾਰ ਆਲਮ ਦੀ ਗੱਲ ਕਰਦੇ ਹੋ, ਉਦੋਂ ਵੀ ਤਾਂ ਅਕਾਲੀ ਦਲ ਦੇ ਵਿੱਚੋਂ ਟਿਕਟ ਦਿੱਤੀ ਆ, ਤੁਸੀਂ ਵੀ ਤਾਂ ਉਹਨਾਂ ਦੇ ਭਾਈਵਾਲ ਸੀ। ਮੈਂ ਉਹਦੇ ਲਈ ਮਾਫੀ ਮੰਗ ਚੁੱਕਿਆ ਜੀ, ਮੈਂ ਉਹਦੇ ਲਈ ਮਾਫੀ ਮੰਗ ਚੁੱਕਿਆ। ਮੈਂ ਕਿਹਾ ਸੰਗਤ ਨੂੰ, ਮੈਂ ਅੱਜ ਵੀ ਮੈਂ ਤੁਹਾਡੇ ਕੋਲ ਜਦੋਂ ਵੀ ਮੈਂ ਕਿਤੇ ਮੇਰੇ ਤੇ ਸਵਾਲ ਉੱਠਦਾ ਮੈਂ ਉਸੇ ਵੇਲੇ ਹੱਥ ਬੰਨ੍ਹ ਕੇ ਸੰਗਤ ਤੋਂ ਮਾਫੀ ਮੰਗਦਾ ਜੀ। ਮੈਂ ਬਿਲਕੁਲ ਨਾਲ ਸੀ, ਬੇਸ਼ੱਕ ਸਾਡੀ ਕੋਈ ਬਾਹਲੀ ਉਹਦੇ 'ਚ ਸੁਣਵਾਈ ਨਹੀਂ ਸੀ, ਪਰੰਤੂ ਅਸੀਂ ਉਸ ਸਿਸਟਮ ਦਾ ਅਸੀਂ ਅੰਗ ਸੀ ਜਿਹੜੇ ਸਿਸਟਮ ਨੇ ਮਾਫੀ ਬਿਨਾਂ ਮੰਗਿਆ, ਮਾਫੀ ਸਿੰਘ ਸਾਹਿਬ ਦੀ ਬਾਂਹ ਮਰੋੜ ਕੇ ਮਾਫੀ ਦਵਾਈ ਗਈ। ਉਸ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ 90-91 ਲੱਖ ਦੇ ਇਸ਼ਤਿਹਾਰ ਸੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਦਿੱਤੇ ਗਏ। ਉਹ ਜਿਹੜੇ ਸਿਸਟਮ ਦੇ ਵਿੱਚ ਮੈਂ ਸਾਰੇ ਦੇ ਵਿੱਚ ਨਾਲ ਸੀ, ਉਹਦੇ ਵਾਸਤੇ ਮੈਂ ਬਾਰ-ਬਾਰ ਸੰਗਤ ਤੋਂ ਮੈਂ ਜਦੋਂ ਵੀ ਕਿਤੇ ਹੈ ਮੈਂ ਮਾਫੀ ਮੰਗਦਾ ਰਹੂੰ। ਮੈਂ ਤਾਂ ਇਹ ਵੀ ਕਹਿਣਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਸਾਨੂੰ ਕੋਈ ਜਿਹੜੀ ਕੋਈ ਸਜ਼ਾ ਹੈ ਇਸ ਬਾਰੇ ਜਿਹੜੀ ਹੈ ਸੇਵਾ ਹੈ ਜਦੋਂ ਵੀ ਲਾਵੇ, ਮੇਰੀ ਮਨ ਦੀ ਇੱਛਾ ਵੀ ਮੈਂ ਕਦੇ ਵੀ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਵਾਂ ਤੇ ਜਾ ਕੇ ਪੇਸ਼ ਹੋ ਕੇ ਜਿਹੜੀ ਮੈਂ ਆਪਣੀ ਸਮੂਲੀਅਤ ਜਿੰਨੀ ਕੁ ਸਾਡੀ ਸੀ ਉਹਦੇ ਮੁਤਾਬਕ ਜੋ ਵੀ ਸਾਨੂੰ ਸੇਵਾ ਲਾਊ ਅਕਾਲ ਤਖਤ ਸਾਹਿਬ ਤੋਂ ਮੇਰਾ ਮਨ ਹੈ ਵੀ ਅਸੀਂ ਜ਼ਰੂਰ ਸੇਵਾ ਜ਼ਰੂਰ ਲਵਾਵਾਂਗੇ ਜੀ। ਉਹਦੇ ਲਈ ਤਾਂ ਮੈਂ ਫਿਰ ਮਾਫੀ ਮੰਗਦਾ ਸੰਗਤ ਕੋਲੋਂ ਵੀ ਅਸੀਂ ਉਹਦੇ ਵਿੱਚ ਸੀ, ਮੈਨੂੰ ਗੁਰੂ ਮਹਾਰਾਜ ਮਾਫ ਕਰੇ, ਪਰੰਤੂ ਜੇ ਮੈਂ ਗਲਤੀ ਕੀਤੀ ਸੀ ਤਾਂ ਮੈਂ ਮਾਫੀ ਮੰਗਦਾ। ਅੱਜ ਮੈਂ ਕੌਮ ਦੇ ਨਾਲ ਖੜਾ ਜੀ, ਉਹ ਪਿਛਲੇ ਸਮੇਂ ਨੂੰ ਮੈਨੂੰ ਕੀ ਲੱਗਦਾ ਕੌਮ ਦੇ ਨਾਲ ਅੱਜ ਹੀ ਕਿਉਂ? ਪਹਿਲਾਂ ਕਿਤੇ ਕੁਰਸੀ ਦਿਖਦੀ ਸੀ ਜਾਂ ਫਿਰ ਪਹਿਲਾਂ ਕਿਤੇ ਦਬਾਇਆ ਜਾਂਦਾ ਸੀ ਬਲਦੇਵ ਸਿੰਘ ਜੁੰਗਾ ਨੂੰ, ਅੱਜ ਹੀ ਕਿਉਂ? ਜਾਂ ਫਿਰ ਅੱਜ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਤਾਂ ਕਰਕੇ ਬਲਦੇਵ ਸਿੰਘ ਜੁੰਗਾ ਉਹਨਾਂ ਤੋਂ ਪਾਸੇ ਇੱਕ ਹੋਰ ਰਸਤਾ ਲੱਭ ਰਹੇ ਨੇ? ਹਾਸੀਏ 'ਤੇ ਤਾਂ ਅਕਾਲੀ ਦਲ ਜੀ ਪਹਿਲੇ ਪਿੱਛਿਆਂ ਵੀ ਹਾਰ ਗਿਆ ਸੀ, ਕੋਈ ਰਸਤਾ ਹੋਰ ਲੱਭਿਆ ਨਹੀਂ, ਕੋਈ ਕਿਸੇ ਨਾਲ ਮੇਰੀ ਕੋਈ ਹੋਰ ਗੱਲ ਨਹੀਂ, ਬਾਤ ਨਹੀਂ ਹੈ। ਅਗਰ ਮੈਂ ਚਾਹੁੰਦਾ ਤਾਂ ਮੈਂ ਇਸ ਵਾਰ ਅਕਾਲੀ ਦਲ ਦੀ ਮਦਦ ਕਰ ਸਕਦਾ ਸੀ ਤੇ ਮੈਨੂੰ ਕੋਈ ਵੀ ਰੁਤਬਾ ਵੀ ਦਿੱਤਾ ਜਾ ਸਕਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ। ਐਸੀ ਕੋਈ ਗੱਲ ਨਹੀਂ ਹੈ। ਮੈਨੂੰ ਅਕਾਲੀ ਦਲ ਅੱਜ ਵੀ ਮੈਨੂੰ ਅਕਾਲੀ ਦਲ ਸੱਦਣ ਨੂੰ ਦੋਨੇ ਹੱਥੀਂ ਤਿਆਰ ਆ ਵੀ ਮੇਰੇ ਅਕਾਲੀ ਦਲ 'ਚ ਬਲਦੇਵ ਸਿੰਘ ਚੁੰਗਾ ਵਾਪਸ ਆਵੇ। ਦੇਖੋ ਜਦੋਂ ਬੰਦਾ ਕਿਤੇ ਵੀ ਕੰਮ ਕਰਦਾ ਨਾ ਢਿੱਲੋਂ ਸਾਹਿਬ, ਉਹਨੇ ਰੁਤਬੇ ਤਾਂ ਲੈਣੇ ਹੁੰਦੇ ਆ, ਉਹਦੀ ਨਿਗਾਹ ਵੀ ਹੁੰਦੀ ਆ, ਸਭ ਦੀ ਨਿਗਾਹ ਹੁੰਦੀ ਆ, ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ। ਮੈਂ ਜੇ ਕਹਾਂ ਨਾ ਵੀ ਮੈਂ ਚਾਹੁੰਦਾ ਨਹੀਂ ਸੀ, ਪਰ ਇਹ ਗੱਲ ਮੈਂ ਜ਼ਰੂਰ ਕਹਿੰਦਾ ਵੀ 40 ਸਾਲ 82 ਦੇ ਵਿੱਚ ਅਸੀਂ ਮੋਰਚੇ 'ਚ ਜਾਣ ਲੱਗੇ, 83 ਦੇ ਵਿੱਚ, ਉਦੋਂ ਤੋਂ ਲੈ ਕੇ ਥੋੜ੍ਹਾ ਕਦੇ ਘਟ ਗਏ ਕਦੇ ਵੱਧ ਗਏ ਅਕਾਲੀ ਦਲ ਨਾਲ ਸੰਬੰਧਿਤ ਰਹੇ। ਉਹਦਾ ਕਰਕੇ ਨਾ ਜਿਹੜਾ ਲੰਬਾ ਸਮਾਂ ਨਾਲ ਚੱਲਣ ਕਰਕੇ ਪਾਰਟੀ ਦੇ ਵਿੱਚ ਬੰਦਾ ਰਹਿੰਦਾ, ਜਦੋਂ ਉੱਥੇ ਤੋੜ ਵਿਛੋੜੇ ਲਈ ਕੋਈ ਉਹਦਾ ਬੰਦੇ ਨੂੰ ਨਾ ਕੋਈ ਚਾਹੀਦਾ ਮੁਹਾਜ ਮੇਰੇ ਵਰਗੇ ਨੂੰ ਵੀ ਕਦੋਂ ਉਹ ਸਿਸਟਮ ਆਵੇ, ਜਾਂ ਇਹ ਕਹਿ ਲਈਏ ਵੀ ਜਦੋਂ ਗੁਰੂ ਮਹਾਰਾਜ ਦੀ ਮਰਜ਼ੀ ਹੋਈ ਸੀ ਉਸ ਵੇਲੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਤਰਸ ਕੀਤਾ, ਜਦੋਂ ਅਸੀਂ ਮਾਫੀ ਵਾਰ-ਵਾਰ ਮੰਗਦੇ ਸੀ, ਮਹਾਰਾਜ ਨੂੰ ਅਰਦਾਸ ਕਰਦੇ ਸੀ ਮਹਾਰਾਜ ਕਰਾਓ ਕੁਛ, ਤਾਂ ਫਿਰ ਇਹ ਹੋਇਆ। ਜੇ ਅਕਾਲੀ ਦਲ ਹਾਸ਼ੀਏ 'ਤੇ ਜਾਣ ਵਾਲੀ ਗੱਲ ਹੁੰਦੀ ਤਾਂ ਅੱਜ 105 ਮੈਂਬਰਾਂ ਨੇ ਵੋਟਾਂ ਪਾਈਆਂ ਤਾਂ ਉਹਨਾਂ 'ਚੋਂ ਕਿੰਨੇ ਕੁ ਆ ਗਏ ਜੀ ਹਾਸ਼ੀਏ 'ਤੇ ਜਾਣ ਵਾਲੀ ਗੱਲ? ਉਹਨਾਂ ਵਾਸਤੇ ਵੀ ਤਾਂ ਹਾਸ਼ੀਏ 'ਤੇ ਹੀ ਗਿਆ ਹੋਇਆ ਅਕਾਲੀ ਦਲ, ਪਰੰਤੂ ਪਾਰਟੀ ਦੇ ਨਾਲ ਬੰਦੇ ਵੱਧ ਜਾਂਦੇ ਨੇ। ਦੂਸਰੀ ਗੱਲ ਇਹ ਵੀ ਸੀ ਵੀ ਪਾਰਟੀ ਨੇ ਟਿਕਟਾਂ ਦੇ ਕੇ ਸਾਨੂੰ ਨਵਾਜਿਆ ਹੋਇਆ ਸੀ, ਅਸੀਂ ਆਪੋਜੀਸ਼ਨ ਦੇ ਮੈਂਬਰ ਤਾਂ ਹੈ ਹੀ ਨਹੀਂ ਸੀ ਵੀ ਹਰ ਗੱਲ ਨੂੰ ਅਸੀਂ ਪੁੱਠੀ ਕਰਦੇ ਹੋਣੇ। ਪਰੰਤੂ ਮੈਂ ਤੁਹਾਨੂੰ ਸੱਚ ਕਹਿਣਾ ਢਿੱਲੋਂ ਸਾਹਿਬ, ਇਹ ਕਦੇ ਵੀ ਇਹ ਗੱਲ ਕਿਤੇ ਵੀ ਕੀਤੀ, ਅਸੀਂ ਅੰਦਰ ਬੈਠ ਕੇ ਰੌਲਾ ਪਾਉਂਦੇ ਸੀ, ਅਸੀਂ ਕਹਿੰਦੇ ਸੀ ਵੀ ਜੋ 328 ਸਰੂਪਾਂ ਵਾਲੀ ਗੱਲ ਹੈ ਉਹਨੂੰ ਕਲੀਅਰ ਕਰੋ ਸੰਗਤ ਦੇ ਵਿੱਚ ਜਾ ਕੇ। ਇਹ ਜਿਹੜਾ ਹੈ ਸਾਰਾ ਸਿਸਟਮ ਹੈ ਇਹਦੀ ਮਾਫੀ ਮੰਗੋ, ਜਾ ਕੇ ਸਿੱਧੇ ਤੌਰ ਦੇ ਉੱਤੇ ਮਾਫੀ ਮੰਗੋ ਵੀ ਸਾਡੀ ਸਰਕਾਰ ਦੇ ਵਿੱਚ ਸਾਤੋਂ ਗਲਤੀਆਂ ਹੋਈਆਂ ਨੇ। ਜਦੋਂ ਇਹ ਸਾਡੀ ਨਾ ਕਹਿੰਦਿਆਂ ਨਹੀਂ ਕਿਸੇ ਨੇ ਸੁਣਵਾਈ ਕਰੀ, ਨਹੀਂ ਕਿਸੇ ਨੇ ਪੁੱਛਿਆ ਦੱਸਿਆ। ਸੁਣਵਾਈ ਦਾ ਹੁਣ ਤੁਸੀਂ ਦੇਖ ਲਓ ਵੀ ਕਿੱਡਾ ਵੱਡੇ ਬੀਬੀ ਜਗੀਰ ਕੌਰ ਦੀ ਨਹੀਂ ਹੋਈ, ਜੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਕਹਿੰਦੇ ਆ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ। ਸੋ ਸੁਣਵਾਈ ਅਸੀਂ ਕੋਈ ਗੱਲ ਨਹੀਂ ਸੀ। ਹਾਸ਼ੀਏ 'ਤੇ ਜਾਣ ਵਾਲੀ ਅਕਾਲੀ ਦਲ ਨਹੀਂ ਹਾਸ਼ੀਏ 'ਤੇ ਗਿਆ, ਸਰਦਾਰ ਸੁਖਬੀਰ ਸਿੰਘ ਬਾਦਲ ਹਾਸ਼ੀਏ 'ਤੇ ਗਏ ਨੇ। ਅਕਾਲੀ ਦਲ ਕਿਹਾ ਕਿ ਅਸੀਂ 82 ਤੋਂ ਅਕਾਲੀ ਦਲ ਦੇ ਨਾਲ ਜੁੜਿਆ, ਫਿਰ ਅਕਾਲੀ ਦਲ ਤਾਂ ਕਾਫੀ ਬਣ ਗਏ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਰਿਹਾ, ਫਿਰ ਸੁਖਦੇਵ ਸਿੰਘ ਢੀਂਡਸਾ ਨੇ ਆਪਦਾ ਪਿਛਲੇ ਦਿਨਾਂ ਦੇ ਸਾਲਾਂ ਦੇ ਦੌਰਾਨ ਅਕਾਲੀ ਦਲ ਬਣਾ ਲਿਆ। ਉਸ ਤੋਂ ਬਾਅਦ ਉਹਦੇ ਵਿੱਚ ਬ੍ਰਹਮਪੁਰਾ ਸਾਹਿਬ ਆਉਂਦੇ ਨੇ, ਬੇਸ਼ੱਕ ਬ੍ਰਹਮਪੁਰਾ ਸਾਹਿਬ ਫਿਰ ਸੁਖਬੀਰ ਬਾਦਲ ਨਾਲ ਹੱਥ ਮਿਲਾ ਲੈਂਦੇ ਨੇ, ਪਰ ਅਕਾਲੀ ਦਲ ਤਾਂ ਕਾਫੀ ਬਣ ਗਏ ਨੇ। ਸੁਖਬੀਰ ਬਾਦਲ ਹੀ ਕਿਉਂ ਅਕਾਲੀ ਦਲ ਮੰਨਿਆ ਜਾਂਦਾ?
ਨਹੀਂ ਸੁਖਬੀਰ ਬਾਦਲ ਨਹੀਂ ਜੀ, ਰੌਲਾ ਹੀ ਪ੍ਰੋਬਲਮ ਇਹੀ ਆ ਗਈ ਵੀ ਅਸੀਂ ਨਾ ਦੇਖੋ ਢਿੱਲੋਂ ਜੀ, ਇਹ ਗੱਲ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਵੀ ਆਪਾਂ ਨੂੰ ਕੱਲਾ ਸ਼੍ਰੋਮਣੀ ਅਕਾਲੀ ਦਲ ਲਿਖਣਾ ਚਾਹੀਦਾ, ਜਿਹੜਾ ਬ੍ਰੈਕਟ 'ਚ ਅਸੀਂ ਬਾਦਲ ਲਿਖਦੇ ਹਾਂ ਇਹ ਸਾਨੂੰ ਲਿਮਟਿਡ ਨਹੀਂ ਕਰਨਾ ਚਾਹੀਦਾ। ਅਸੀਂ ਇਸ ਪਾਰਟੀ ਨਾਲ ਜਿਹੜਾ ਇਹ ਧਿਰਾ ਇਹਦੇ ਨਾਲ ਉਹਦੇ ਕੰਮ ਕਰਦੇ ਸੀ, ਅਸੀਂ ਉਹਦੇ ਨਾਲ ਹੀ ਤੁਰੇ ਆਏ। ਮੈਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਇੱਕ ਗੱਲ ਨੂੰ ਮੈਂ ਬੜੀ ਉਹਨਾਂ ਦੀ ਤਾਰੀਫ ਕਰਦਾ, ਦਾਦ ਦਿੰਦਾ ਇਹਦੇ ਰਾਹੀਂ, ਤੁਹਾਡੇ ਮਾਧਿਅਮ ਰਾਹੀਂ, ਵੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਮਰਦ ਵਿੱਚ ਰਹੇ, ਉਹ ਜ਼ੁਬਾਨ ਦੇ ਪੱਕੇ ਰਹੇ। ਉਹਨਾਂ ਨੇ ਥੁੱਕ ਕੇ ਜਿਹੜਾ ਸ਼ਬਦ ਆਪਾਂ ਵੀ ਚੱਟਿਆ ਨਹੀਂ ਹੈ, ਉਹਨਾਂ ਨੂੰ ਕਿਸੇ ਨੇ ਕਿਹਾ ਜਾਂ ਨਾ ਕਿਹਾ ਉਹ ਵਾਪਸ ਨਹੀਂ ਗਏ। ਬ੍ਰਹਮਪੁਰਾ ਸਾਹਿਬ ਨੇ ਬੜੇ ਮਾੜੇ ਸ਼ਬਦ ਵੀ ਤੁਹਾਡੀ ਪ੍ਰੈਸ ਦੇ ਵਿੱਚ ਬੋਲ ਦਿੱਤੇ ਸੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ, ਤੇ ਮਿੰਟ ਲਾਇਆ ਵਾਪਸ ਆਉਣ ਨੂੰ ਵੀ। ਉੱਥੇ ਜ਼ਰੂਰ ਲੱਗਦਾ ਹੁੰਦਾ ਵੀ ਬੰਦੇ ਦੇ ਆਪ ਦੇ ਨਿੱਜੀ ਹਿੱਤ ਹੁੰਦੇ ਆ, ਲਾਲਚ ਹੁੰਦੇ ਆ। ਮੇਰਾ ਲਾਲਚ ਨਿੱਜੀ ਤਾਂ ਹੁੰਦਾ ਜੇ ਮੈਂ ਅੱਜ ਕਿਸੇ ਕਹਿੰਦਾ ਸਮਝੌਤਾ ਕਰਦਾ ਅਕਾਲੀ ਦਲ ਨਾਲ ਵੀ ਮੈਨੂੰ ਆਹ ਕੁਛ ਬਣਾ ਦਿਓ ਤੇ ਮੈਂ ਅਕਾਲੀ ਦਲ ਨੂੰ ਵੋਟ ਕਰ ਦਿੰਦਾ, ਫਿਰ ਮੇਰੇ ਨਿੱਜੀ ਲਾਲਚ ਸੀ। ਬੰਦਾ ਲਾਲਚ ਵਾਸਤੇ ਨਹੀਂ, ਹਰ ਗੱਲ ਲਾਲਚ ਨਾਲ ਨਹੀਂ ਕੀਤੀ ਜਾ ਸਕਦੀ, ਕੁਛ ਗੱਲਾਂ ਸਿਧਾਂਤਾਂ ਨਾਲ ਵੀ ਕੀਤੀਆਂ ਜਾ ਸਕਦੀਆਂ ਨੇ। ਸੋ ਇਸ ਵਾਸਤੇ ਨਾ ਜਿਹੜੇ ਅਕਾਲੀ ਦਲ ਦੂਸਰੇ ਅਕਾਲੀ ਦਲ ਹੈ ਜੀ, ਉਹਨਾਂ ਦੀ ਕੋਈ ਇਸ ਵੇਲੇ ਕੋਈ ਬਾਹਲੀ ਹੋਂਦ ਨਹੀਂ ਹੈਗੀ। ਦੇਖੋ ਸੱਚ ਗੱਲ ਨੂੰ ਦੱਸਾਂ, ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਨੇ ਜਿਹੜੇ ਇਸ ਵੇਲੇ ਪੰਥ ਦੀ ਗੱਲ ਕਰਦੇ ਨੇ, ਤੇ ਅਸੀਂ ਮਾਨ ਸਾਹਿਬ ਨੂੰ ਇਸ ਵੇਲੇ ਵੋਟ ਕੀਤੀਆਂ ਜੀ। ਮੈਂ ਵੋਟਾਂ ਪਵਾਈਆਂ ਨੇ, ਮੇਰੇ ਪਿੰਡ 'ਚੋਂ ਆਪ ਦੇ 350 ਵੋਟ, ਉਹਨਾਂ ਨੂੰ ਸਾਰਿਆਂ ਨੂੰ ਜ਼ਿਆਦਾ ਵੋਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਈ ਹੈ ਜੀ। ਇਸ ਵਾਸਤੇ ਬੰਦਾ ਉੱਥੇ ਚੱਲਦੇ ਸੀ ਤਾਂ ਕਰਕੇ ਉੱਥੇ ਖੜੇ ਰਹੇ ਹਾਂ ਜੀ, ਹੋਰ ਕੋਈ ਗੱਲ ਨਹੀਂ ਸੀ ਐਸੀ ਗੱਲ। ਅਕਾਲੀ ਦਲ ਤਾਂ ਆਮ ਜੇ ਵੀ ਕਹਿ ਦਿੰਦੇ ਆ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਿਪਰੈਜ਼ੈਂਟ ਕਰਦਾ ਅਸਲ ਅਕਾਲੀ ਦਲ ਪੰਜਾਬ ਦੇ ਵਿੱਚ, ਆਪਾਂ ਉਹਨੂੰ ਹੀ ਕਹਿੰਦੇ ਆਂਗੇ। ਤੁਸੀਂ ਕਿਹਨੂੰ ਮੰਨਦੇ ਹੋ ਹੁਣ? ਤੁਸੀਂ ਕਿਹਨੂੰ ਮੰਨਦੇ ਹੋ ਅਸਲ ਅਕਾਲੀ ਦਲ ਕਿਹਨੂੰ ਮੰਨਦੇ ਹੋ? ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੱਥ ਆ। ਨਹੀਂ, ਮੈਂ ਬਾਦਲ ਵਾਲੀ ਰੌਲਾ ਹੀ ਐਸੇ ਪ੍ਰੋਬਲਮ ਸਮੱਸਿਆ ਬਾਦਲ ਵਾਲੀ ਗੱਲ ਦੀ ਆ। ਅਕਾਲੀ ਦਲ ਤਾਂ ਅਕਾਲੀ ਦਲ ਹੈ, ਉਹ ਬਾਦਲ ਨਹੀਂ ਹੋਣਾ ਚਾਹੀਦਾ। ਉਹ ਸਾਰੇ ਨੇ, ਦੇਖੋ ਹਰ ਇੱਕ ਦਾ ਆਪਣਾ ਆਪਣਾ ਥਾਂ ਹੈ। ਸਿਮਰਜੀਤ ਸਿੰਘ ਮਾਨ ਸਾਹਿਬ ਦਾ ਆਪਣਾ ਥਾਂ, ਢੀਂਡਸਾ ਜੀ ਦਾ ਆਪਣਾ ਥਾਂ, ਸਿੰਘ ਸਾਹਿਬ ਨੇ ਭਾਈ ਰਣਜੀਤ ਸੋਰੀ, ਉਹ ਵੀ ਪੰਥ ਦੀ ਗੱਲ ਕਰਦੇ ਆ, ਉਹਨਾਂ ਦਾ ਆਪਣਾ ਥਾਂ। ਰੌਲਾ ਅਕਾਲੀ ਦਲ ਦੀ ਮਾੜਾ ਨਹੀਂ, ਅਕਾਲੀ ਦਲ ਕਦੀ ਨਾ ਮਾੜਾ ਹੋਇਆ, ਨਾ ਅੱਜ ਹੈ ਨਾ ਕੱਲ੍ਹ ਨੂੰ ਹੈ। ਰੌਲਾ ਇਹ ਵੀ ਜਿਹੜੀ ਅਕਾਲੀ ਦਲ ਦੀ ਬਾਂਗਡੋਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਣਜਾਣ ਨੇ। ਜਿੰਨਾ ਚਿਰ ਸਰਦਾਰ ਬਾਦਲ ਵੱਡੇ ਚਲਾਉਂਦੇ ਰਹੇ ਉਦੋਂ ਚਾਹੇ ਕੁਛ ਵੀ ਹੁੰਦਾ ਸੀ, ਇੰਟਰਨਲ ਅੰਦਰ ਕੁਛ ਵੀ ਹੋ ਰਿਹਾ ਸੀ, ਬਾਹਰ ਕੁਛ ਨਹੀਂ ਸੀ ਐਸਾ ਹੁੰਦਾ। ਪਰ ਜਦੋਂ ਤੋਂ ਆਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਉਦੋਂ ਤੋਂ ਸਾਰੇ ਪਰੇਸ਼ਾਨ ਹੈ, ਵਰਕਰ ਪਰੇਸ਼ਾਨ ਹੈ। ਇਹ ਤਾਂ ਨਹੀਂ ਗੱਲ ਹੈਗੀ, ਜੇ ਪਰੇਸ਼ਾਨ ਨਾ ਹੁੰਦੇ ਢਿੱਲੋਂ ਸਾਹਿਬ, ਐਡੀ ਵੱਡੀ ਕੁਰਬਾਨੀ ਵਾਲੀ ਸੀਗੀ ਆਪਣੀ ਬੀਬੀ ਭੈਣ ਜੀ ਕਮਲਜੀਤ ਕੌਰ, ਜਿਹੜੇ ਰਾਜੋਆਣਾ ਸਾਹਿਬ ਦੇ ਭੈਣ ਜੀ ਨੇ, ਉਹ ਪਰਿਵਾਰ ਨੂੰ 45-46 ਹਜ਼ਾਰ ਹੀ ਵੋਟ ਪਈ। ਉਹਦਾ ਕਾਰਨ ਇਹੀ ਸੀ ਵੀ ਉਹਦੇ ਮਗਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਚੱਲ ਰਹੀ ਸੀ। ਅਗਰ ਕੋਈ ਉਹ ਨਾ ਹੁੰਦੇ, ਸੁਖਬੀਰ ਸਿੰਘ ਬਾਦਲ ਨਾ ਹੁੰਦੇ, ਤਾਂ ਉਹ ਬੀਬੀ ਨੂੰ ਬੜੀਆਂ ਵੋਟਾਂ ਪੈਣੀਆਂ ਸੀਗੀਆਂ। ਕੋਈ ਲੋਕ ਰਾਜੋਆਣਾ ਸਾਹਿਬ ਨਾਲ ਨਾਰਾਜ਼ ਨਹੀਂ, ਰਾਜੋਆਣਾ ਸਾਹਿਬ ਦੀ ਸਤਿਕਾਰ ਕਰਦੇ ਆਪਾਂ, ਤੁਸੀਂ ਮੈਂ ਸਾਰੇ ਸਿੱਖ ਸਤਿਕਾਰ ਕਰਦੇ ਹਾਂ ਉਹਨਾਂ ਦੀ ਕੁਰਬਾਨੀ ਨੂੰ, ਇਹਨਾਂ ਸਿੰਘਾਂ ਦੀ, ਯੋਧਿਆਂ ਦੀ ਨੂੰ, ਚਾਹੇ ਹਵਾਰਾ ਜੀ ਹੋਣ, ਚਾਹੇ ਭੁੱਲਰ ਸਾਹਿਬ ਨੇ, ਭਿਉਰਾ ਜੀ, ਜਿਹੜੇ ਵੀ ਜਿੰਨੇ ਹੈ ਸਾਰੇ, ਲਖਵਿੰਦਰ ਸਿੰਘ ਹੋਰੀ ਜਿੰਨੇ ਵੀ ਬੈਠੇ ਆ, ਉਹਨਾਂ ਨੂੰ ਆਪਾਂ ਸਾਰਿਆਂ ਨੂੰ ਬਹੁਤ ਝੁੱਕ ਕੇ ਸਲਾਮ ਕਰਦੇ ਹਾਂ, ਅਦਬ ਕਰਦੇ ਹਾਂ ਉਹਨਾਂ ਦਾ। ਪਰੰਤੂ ਕਾਰਨ ਇਹ ਹੈ ਵੀ ਇਹਦੇ ਮਗਰ ਅਕਾਲੀ ਦਲ ਬਾਦਲ ਲੱਗ ਜਾਂਦਾ ਨਾ, ਉਹਦੇ ਪ੍ਰੋਬਲਮ ਆ ਜਾਂਦੀ। ਅਕਾਲੀ ਦਲ ਅੱਜ ਵੀ ਮਹਾਨ ਹੈ, ਕੱਲ੍ਹ ਨੂੰ ਵੀ ਮਹਾਨ ਰਹੂਗਾ। ਇਸੇ ਕਰਕੇ ਅਸੀਂ ਅਕਾਲੀ ਦਲ ਤੋਂ ਪਰੇ ਨਹੀਂ ਹੋਏ। ਸਾਡਾ ਰੌਲਾ ਤਾਂ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਿਸੇ ਨੂੰ ਵੀ ਉਹ ਬਣਾ ਦੇਣ। ਅਸੀਂ ਅੱਜ ਵੀ ਅਕਾਲੀ ਦੇ ਨਾਲ ਦੇ ਦਰਦ ਦੇ ਨਾਲ ਮੂਹਰੇ ਲੱਗ ਕੇ ਤੁਰਨ ਤਿਆਰ ਹਾਂ ਜੀ। ਚੁੰਗਾ ਸਾਹਿਬ, ਪਿਛਲੇ ਦਿਨ ਹੀ ਕਤਲ ਹੋ ਜਾਂਦਾ, ਡੇਰਾ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਦੇ ਉੱਪਰ ਜਿਹੜੇ ਉਹਦੇ ਦੋਸ਼ੀ ਨੇ ਕਹਿੰਦੇ ਕਿ 24 ਘੰਟਿਆਂ ਦੇ ਵਿੱਚ ਕਾਫੀ ਕੁਝ ਲੱਭਿਆ ਗਿਆ ਹੈਗਾ, ਉਸ ਨੂੰ ਕਿਵੇਂ ਦੇਖਦੇ ਹੋ ਫਿਰ? ਇਹ ਜੀ ਜਿਹੜਾ ਡੇਰਾ ਪ੍ਰੇਮੀਆਂ ਦਾ ਕਤਲ ਹੋ ਰਿਹਾ ਨਾ ਜੀ, ਇਹਦਾ ਕਾਰਨ ਇਹ ਹੈ ਵੀ ਸਿੱਖਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਇਸ ਵੇਲੇ। ਜੇ 2015 ਤੋਂ ਬਾਅਦ ਇਹਨਾਂ ਨੂੰ ਫੜ ਕੇ ਫੌਰਨ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਬੀਜੇਪੀ ਦੀ ਸਰਕਾਰ ਸੀ, ਅੰਦਰ ਦਿੱਤੇ ਜਾਂਦੇ, ਜਿਹੜਾ ਕਿ ਜ਼ਾਹਰ ਕਰ ਦਿੱਤਾ ਸੀ ਕਟੜਾ ਸਾਹਿਬ ਦੀ ਸਟੇਟ ਨੇ ਵੀ ਇਹ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਇੱਥੋਂ ਉਠਾਇਆ, ਲੈ ਕੇ ਗਏ ਨੇ, ਚੋਰੀ ਕੀਤਾ, ਇਹਨਾਂ ਨੇ ਉਹਨਾਂ ਦੇ ਅੰਗ ਪਾੜ ਕੇ ਇਸ ਤਰ੍ਹਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਾਰਾ ਜਿਹੜਾ ਸੀ ਉਹ ਸਰੂਪ ਦੀ ਬੇਅਦਬੀ ਕੀਤੀ ਗਈ ਆ। ਉਹ ਜੇ ਉਸ ਵੇਲੇ ਫੜ ਕੇ ਇਹਨਾਂ ਨੂੰ ਅੰਦਰ ਕੀਤਾ ਹੁੰਦਾ, ਸਰਦਾਰ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ, ਉਦੋਂ ਜਿਹੜਾ ਇਹ ਫਿਰ ਰੌਲਾ ਹੀ ਨਹੀਂ ਸੀ ਪੈਂਦਾ ਜੀ। ਉਦੋਂ ਇਹ ਗੱਲ ਹੀ ਮੁੱਕ ਜਾਂਦੀ। ਇਹ ਜਦੋਂ ਨਹੀਂ ਕੀਤਾ ਤਾਂ ਇਹ ਆ ਜਿਹੜੇ ਉਹਦਾ ਪ੍ਰਤੀਕਰਮ ਹੈ। ਹਾਲਤ ਇਹ ਹੈ ਸਾਡੀ, ਇਕੱਲੀ ਪੰਜਾਬ ਦੀ ਨਹੀਂ ਬਈ, ਜੇ 2014 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭੁੱਲਰ ਸਾਹਿਬ ਬਾਰੇ, ਰਾਜੋਆਣਾ ਸਾਹਿਬ ਬਾਰੇ ਰਾਸ਼ਟਰਪਤੀ ਜੀ ਨੂੰ ਅਪੀਲਾਂ ਕਰਦੀ ਹੈ, ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਪਟੀਸ਼ਨਾਂ ਦਾ ਦਾਇਰ ਕੀਤੀਆਂ ਹੋਈਆਂ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਦੇ ਪੈਰਲਲ ਜਿਹੜੇ ਰਾਜੀਵ ਗਾਂਧੀ ਦੇ 6 ਕਾਤਲ ਅੰਦਰ ਸੀ, ਜਿਨ੍ਹਾਂ ਨੇ ਰਾਜੀਵ ਗਾਂਧੀ ਮਾਰਿਆ ਸੀ, ਉਹਨਾਂ ਨੂੰ ਜਿਹੜਾ ਹੈ ਹਾਈ ਕੋਰਟ, ਸੁਪਰੀਮ ਕੋਰਟ ਨੇ, ਸਾਡੇ ਮਾਨਯੋਗ ਸੁਪਰੀਮ ਕੋਰਟ ਹਿੰਦੁਸਤਾਨ ਦੀ, ਜਿੱਥੋਂ ਸਿੱਖਾਂ ਨੂੰ ਵੀ ਮੈਂ ਸਮਝਦਾ ਵੀ ਇਨਸਾਫ ਨਹੀਂ ਮਿਲ ਰਿਹਾ, ਉਹਨੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ, ਉਹਨਾਂ ਨੂੰ ਰਿਹਾ
ਦਿੱਤਾ। ਤੇ ਅਸੀਂ ਜਦੋਂ ਸਿੱਖ ਕਹਿੰਦੇ ਆ ਜਾਂ ਪੰਜਾਬੀ ਕਹਿੰਦੇ ਨੇ ਵੀ ਸਾਡੇ ਬੰਦੀ ਸਿੰਘ ਆ ਉਹਨਾਂ ਨੂੰ ਰਿਹਾ ਕਰੋ, ਤਾਂ ਉਹਦੇ ਵਾਸਤੇ ਜਿਹੜਾ ਹੈ ਹਿੰਦੁਸਤਾਨ ਦਾ ਕਾਨੂੰਨ ਇਹ ਕਹਿ ਦਿੰਦਾ ਵੀ ਜੇ ਇਹ ਛੱਡ ਦਿੱਤੇ ਤਾਂ ਇਹ ਬਾਹਰ ਆ ਕੇ ਜਿਹੜਾ ਇੱਥੇ ਰੌਲਾ ਰੱਟਾ ਪਊਗਾ, ਇੱਥੇ ਇਹ ਜਿਹੜਾ ਖਰਾਬ ਹੋ ਜੂ ਇੱਥੋਂ ਦਾ ਜਿਹੜਾ ਹੈ ਵਾਤਾਵਰਨ ਆ, ਉਹ ਰੌਲਾ ਪੈਂਦਾ। ਜਦੋਂ ਇਨਸਾਫ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ ਸਰ, ਉਦੋਂ ਫਿਰ ਜਿਹੜੀਆਂ ਐਸੀਆਂ ਗੱਲਾਂ ਹੋ ਜਾਂਦੀਆਂ ਨੇ, ਉਦੋਂ ਇਹ ਗੱਲਾਂ ਇਹ ਜਿਹੜੇ ਕਤਲ ਹੋ ਰਹੇ ਨੇ ਉਹ ਕਿਸੇ ਦਾ ਕੋਈ ਸ਼ੌਕ ਨਹੀਂ। ਅਗਰ ਇਹ ਬੰਦਿਆਂ ਨੂੰ ਇਹ ਲੈ ਕੇ ਜੀ ਇਹ ਤਾਂ ਸਰਕਾਰ ਉਹਨਾਂ ਨੂੰ ਬਾਹਰ ਲਿਆਉਂਦੀ ਆ ਤੇ ਨਾਲ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੀ ਹੈਗੀ, ਪੁਲਿਸ ਦਿੰਦੀ ਆ, ਤੇ ਉਹ ਲੋਕ ਸਿੱਖਾਂ ਨੂੰ ਮੂੰਹ ਚੜਾਉਂਦੇ ਨੇ ਆ ਕੇ, ਸਿੱਖਾਂ ਦੇ ਮੂਹਰ ਦੀ ਲੰਘਦੇ ਨੇ ਦਿਖਾ ਕੇ, ਉਹਦਾ ਪ੍ਰਤੀਕਰਮ ਹੈ ਜੀ, ਉਹਦਾ ਕਰਕੇ ਫਿਰ ਇਹ ਹੋਣਾ ਹੀ ਸੀ, ਹੋਰ ਤਾਂ ਕੋਈ ਗੱਲ ਨਹੀਂ ਹੈ। ਰੋਸ ਦੇ ਵਿੱਚੋਂ ਕਤਲ ਹੋ ਰਿਹਾ। ਆਵਾਜ਼ ਤਾਂ ਉੱਠ ਖੜੀ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਇਲੈਕਸ਼ਨਾਂ ਤੋਂ ਪਹਿਲਾਂ ਵੀ ਉੱਠੀ ਆ, ਇਲੈਕਸ਼ਨਾਂ ਤੋਂ ਬਾਅਦ ਵੀ। ਹੁਣ ਧਾਮੀ ਸਾਹਿਬ SGPC ਦੇ ਪ੍ਰਧਾਨ ਬਣਦੇ ਨੇ ਤਾਂ ਫਿਰ ਵੀ ਆਵਾਜ਼ ਆ ਜਿਹੜੀ ਉਹ ਬਰਕਰਾਰ ਆ, ਕਹਿੰਦੇ ਕਿ ਬੰਦੀ ਸਿੰਘ ਰਿਹਾ ਹੋਣੀ ਚਾਹੀਦੀ ਆ। ਬਿਲਕੁਲ ਜੀ ਬਿਲਕੁਲ। ਧਾਮੀ ਸਾਹਿਬ ਕਹਿੰਦੇ, ਧਾਮੀ ਸਾਹਿਬ ਬਹੁਤ ਸੁਸ਼ਰਤ ਸੱਜਣ ਨੇ, ਉਹ ਐਡਵੋਕੇਟ ਵੀ ਨੇ ਆਪ, ਉਹ ਬੜੇ ਸਿਆਣੇ ਸੱਜਣ ਨੇ, ਧੰਮਲ ਵਾਲੇ ਨੇ, ਬਹੁਤ ਵਧੀਆ ਇਮਾਨਦਾਰ, ਬੜੇ ਅੱਛਾ ਕੰਮ ਕਰਨ ਵਾਲੇ। ਉਹਨਾਂ ਨੂੰ ਪ੍ਰਧਾਨ ਸਾਹਿਬ ਦੀ ਮੈਂ ਬੜੀ ਰਿਸਪੈਕਟ ਕਰਦਾ ਨਿੱਜੀ ਤੌਰ ਦੇ ਉੱਤੇ। ਜੇ ਉਹ ਕਿਤੇ ਹੋ ਰਿਹਾ ਤਾਂ ਉਹ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਦਖਲਅੰਦਾਜ਼ੀ ਹੈ ਨਾ, ਉਹ ਡਿਸਟਰਬ ਕਰਦੀ ਹੈ ਸਿਸਟਮ ਨੂੰ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੋਈ ਵੀ ਨਹੀਂ ਚਾਹੁੰਦਾ ਵੀ ਮੈਂ ਆਪਦੇ ਮੱਥੇ ਦੇ ਉੱਤੇ ਕੋਈ ਕਲੰਕ ਲਵਾਵਾਂ। ਧਾਮੀ ਸਾਹਿਬ ਜ਼ੋਰ ਲਾ ਰਹੇ, ਕੋਸ਼ਿਸ਼ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹੁਤ ਚੰਗੀ ਗੱਲ ਆ। ਪਰ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ ਉਦੋਂ ਅਸੀਂ ਦਵਿੰਦਰਪਾਲ ਭੁੱਲਰ ਨੂੰ ਨਾ ਇੱਥੋਂ ਦਿੱਲੀੋਂ ਲਿਆਉਣ ਵਾਸਤੇ ਕਹਿ ਦਿੱਤਾ ਸੀ ਵੀ ਜੇ ਪੰਜਾਬ ਆ ਗਿਆ ਤਾਂ ਇੱਥੋਂ ਦੇ ਹਾਲਾਤ ਜਿਹੜੇ ਖਰਾਬ ਹੋ ਜਾਣਗੇ। ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ ਤਾਂ ਬੀਬੀ ਖਾਲੜਾ ਦੇ ਉਲਟ ਐਸੇ ਬੀਬੀ ਜਗੀਰ ਕੌਰ ਨੂੰ ਖੜਾ ਕਰਕੇ ਅਸੀਂ ਬੀਬੀ ਖਾਲੜਾ ਦੀ ਕੁਰਬਾਨੀ ਨੂੰ ਤਹਿਸ਼-ਨਹਿਸ਼ ਕੀਤਾ। ਜਦੋਂ ਅਕਾਲੀ ਦਲ ਸੱਤਾ 'ਚ ਆਉਂਦਾ ਤਾਂ ਐਸੇ ਹਲਕਾ ਭਦੌੜ ਦੇ ਉੱਤੋਂ ਸਰਦਾਰ ਸਰਬਜੀਤ ਸਿੰਘ, ਜਿਹੜੇ ਸਰਦਾਰ ਬੇਅੰਤ ਸਿੰਘ, ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਜਿਹੜੇ ਉਹਨਾਂ ਦੇ ਫਰਜ਼ੰਦ ਸੀ ਸਰਦਾਰ ਬੇਅੰਤ ਸਿੰਘ ਦੇ, ਉਹਨੂੰ ਵੀ ਇੱਥੋਂ ਅਕਾਲੀ ਦਲ ਨੇ ਹਰਾਇਆ ਸੀ। ਸੰਤ ਬਲਵੀਰ ਸਿੰਘ ਘੁੰਨਸ ਜਿੱਤਿਆ ਸੀ। ਅਸੀਂ ਬਹੁਤ ਜ਼ਿਆਦਾ ਮਹਿਸੂਸ ਕਰਦੇ ਹਾਂ ਵੀ 5-7 ਜਿਹੜੇ ਵੱਡੇ ਪਰਿਵਾਰ ਜਿਨ੍ਹਾਂ ਦੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਜੇ ਉਹ MLA ਬਣ ਜਾਣਗੇ, ਮੈਂਬਰ ਸ਼੍ਰੋਮਣੀ ਕਮੇਟੀ ਜਾਣਗੇ, MP ਬਣ ਜਾਣਗੇ, ਤਾਂ ਕਿਹੜੀ ਇੱਥੇ ਆਫਤ ਆ ਜਾਣੀ ਸੀ। ਸੋ ਇਸ ਵਾਸਤੇ ਨਾ ਜਿਹੜੀਆਂ ਸਾਰੀਆਂ ਗੱਲਾਂ ਕਰਕੇ ਇਹ ਜਿਹੜੇ ਇੰਨੇ ਜਿਹੜੇ ਤਕਲੀਫਾਂ ਕੱਟਣੀਆਂ ਪੈ ਰਹੀਆਂ ਅਕਾਲੀ ਦਲ ਦਾ, ਇਹ ਜਿਹੜਾ ਹਾਸੀਏ 'ਤੇ ਆਉਣਾ ਜਾਂ ਇਹ ਗੱਲਾਂ, ਇਹਦੇ ਵਿੱਚ ਸਾਰੀਆਂ ਗੱਲਾਂ ਹੀ ਇਹ ਕੰਮ ਕਰ ਰਹੀਆਂ ਨੇ। ਚੁੰਗਾ ਸਾਹਿਬ, ਅੰਮ੍ਰਿਤਪਾਲ ਆਉਂਦੇ ਨੇ, ਅੰਮ੍ਰਿਤਪਾਲ ਦੇ ਉੱਪਰ ਕਾਫੀ ਜਿਹੜੇ ਕਿ ਗੰਭੀਰ ਇਲਜ਼ਾਮ ਲਾਉਂਦੇ ਆ। ਜਿਵੇਂ ਹੁਣ ਸੂਰੀ ਦਾ ਕਤਲ ਹੋ ਜਾਂਦਾ, ਅੰਮ੍ਰਿਤਪਾਲ ਨੂੰ ਨਜ਼ਰਬੰਦ ਕਰ ਲਿਆ ਜਾਂਦਾ, ਕਿਹਾ ਜਾਂਦਾ ਕਿ ਅੰਮ੍ਰਿਤਪਾਲ ਆ ਜਿਹੜਾ ਉਹ ਉਸ 'ਤੇ ਭੜਕਾਊ ਭਾਸ਼ਣਾਂ ਕਰਕੇ ਸੂਰੀ ਦਾ ਕਤਲ ਹੋਇਆਗਾ ਅੰਮ੍ਰਿਤਸਰ ਦੇ ਵਿੱਚ। ਅਤੇ ਉੱਧਰੋਂ SGPC ਦੀਆਂ ਚੋਣਾਂ ਵੀ ਹੁੰਦੀਆਂ ਨੇ ਅਤੇ ਬੀਬੀ ਜੰਗੀਰ ਕੌਰ ਵੀ ਖੜੀ ਹੁੰਦੀ ਹੈ ਪੈਰਲਰ, ਅਤੇ ਬੀਬੀ ਜੰਗੀਰ ਕੌਰ ਨੂੰ ਵੀ ਨਹੀਂ ਇਹ ਪਤਾ ਹੈਗਾ ਕਿ ਅੰਮ੍ਰਿਤਪਾਲ ਕੌਣ ਆ ਅੱਜ ਦੀ ਘੜੀ। ਤੁਸੀਂ ਕੀ ਮੰਨਦੇ ਹੋ ਇਸ ਚੀਜ਼ ਨੂੰ? ਦੇਖੋ, ਇੱਕ ਨਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੈ ਗੁਰਬਾਣੀ ਦਾ ਇੱਕ ਅੰਮ੍ਰਿਤਮਈ ਬੋਲ ਹੈ ਬਈ ਪੂਰਵ ਕਰਮ ਅੰਕਰ ਜਾ ਪ੍ਰਗਟੇ ਤੋ ਭੇਟਿਓ ਪੁਰਸ ਰਸਕ ਬੈ ਰਾਗੀ ਮਿਟਿਓ ਦਿਆਇਲ ਮਿਰਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਤਬਦੀਲੀ ਕਦੋਂ ਵੀ ਮਨੁੱਖ ਦੇ ਵਿੱਚ ਆ ਸਕਦੀ ਹੈ। ਭੂਮੀਆਂ ਚੋਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲੇ ਆਉਂਦਾ, ਚੋਰੀ ਛੱਡ ਕੇ ਸਿੱਖ ਬਣ ਜਾਂਦਾ। ਭਾਈ ਸਾਹਿਬ ਬਾਬਾ ਬਿਧੀ ਚੰਦ ਸਾਹਿਬ ਜੀ ਚੋਰੀ ਕਰਦੇ ਨੇ, ਭੱਠ ਦੇ ਵਿੱਚ ਆ ਕੇ ਲੁਕਦੇ ਨੇ, ਗੁਰੂ ਕੇ ਸਿੱਖ ਬਣ ਜਾਂਦੇ ਨੇ। ਪਿਛਲਾ ਜੀਵਨ ਜਿਹੜਾ ਉਹ ਖਤਮ ਹੋ ਜਾਂਦਾ, ਜਿਹੜਾ ਨਵਾਂ ਸੀ ਜੀਵਨ ਸੀ ਉਹ ਸ਼ੁਰੂ ਹੋ ਜਾਂਦਾ। ਵੈਸੇ ਵੀ ਸਾਡੇ ਗੁਰਸਿੱਖੀ ਦੇ ਵਿੱਚ ਅਸੀਂ ਇਹ ਮੰਨਦੇ ਨੇ ਵੀ ਜਦੋਂ ਕੋਈ ਆਮ ਬੰਦਾ ਸਾਡੇ ਵਰਗਾ ਅੰਮ੍ਰਿਤ ਛਕ ਲੈਂਦਾ, ਉਹਦਾ ਪਿਛਲਾ ਜੀਵਨ ਆ ਜਿਹੜਾ ਉਹ ਖਤਮ ਹੋ ਜਾਂਦਾ, ਨਵਾਂ ਜੀਵਨ ਆ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰੇ ਜਨਮ ਹੋ ਜਾਂਦਾ। ਭਾਈ ਅੰਮ੍ਰਿਤਪਾਲ ਸਿੰਘ ਦੀ ਤੇ ਸਤਿਗੁਰੂ ਦੀ ਬਹੁਤ ਜ਼ਿਆਦਾ ਵੱਡੀ ਕਿਰਪਾ ਹੈ। ਸੱਚ ਸੁੱਚ ਦੀ ਗੱਲ ਕਰਦਾ ਹੈ, ਕੋਈ ਭੜਕਾਊ ਭਾਸ਼ਣ ਦਿੰਦਾ। ਭੜਕਾਊ ਭਾਸ਼ਣ ਤਾਂ ਜਿਹੜਾ ਉਹ ਸੁਧੀਰ ਸੂਰੀ ਜਿਹੜੇ ਨੂੰ ਸੋਧਿਆ ਸਿੰਘ ਨੇ ਉਹ ਦਿੰਦਾ ਸੀ, ਜਿਹੜਾ ਸਾਡੀਆਂ ਮਾਵਾਂ ਭੈਣਾਂ ਨੂੰ ਵੀ ਹਰ ਮਾੜੇ ਤੋਂ ਮਾੜੇ ਸ਼ਬਦ ਬੋਲਦਾ ਸੀ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਨੂੰ ਵੀ ਅੱਤਵਾਦੀ ਕਹਿੰਦਾ ਸੀ, ਮਾੜੇ ਤੋਂ ਮਾੜੇ ਸ਼ਬਦ ਬੋਲਦਾ ਸੀ। ਅਤੇ ਉਹ ਆ ਜਿਹੜੇ ਉਹਦੇ ਮੌਤ ਦੇ ਉੱਤੇ ਇੱਕ ਉਹਨਾਂ ਦਾ ਨੌਜਵਾਨ ਉੱਠ ਕੇ ਕਹਿੰਦਾ ਵੀ ਸਰਦਾਰਾਂ ਨੂੰ ਅਸੀਂ ਘਰੋਂ ਕੱਢ ਕਿਵੇਂ ਮਾਰਾਂਗੇ, ਉਹ ਭੜਕਾਊ ਭਾਸ਼ਣ ਹੈ। ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕਦੇ ਨਹੀਂ ਕਿਹਾ ਵੀ ਫਲਾਣੇ ਨੂੰ ਘਰੋਂ ਕੱਢ ਕੇ ਮਾਰ ਦਿਓ। ਅੰਮ੍ਰਿਤਪਾਲ ਸਿੰਘ ਸੱਚ ਬੋਲਦਾ, ਸੱਚ ਇਹਨਾਂ ਨੂੰ ਚੁੱਭਦਾ, ਸੱਚ ਏਜੰਸੀਆਂ ਨੂੰ ਤਕਲੀਫ ਦਿੰਦਾ। ਸੋ ਹੁਣ ਵੀ ਜਿਹੜੇ ਕਿੰਨੇ ਨੇ ਬੈਠੇ ਜੀ, ਇਹ ਕੀ ਕਰਦੇ ਨੇ, ਜਿਹੜਾ ਸਿੱਖਾਂ ਨੂੰ ਗਾਲਾਂ ਕੱਢਦਾ, ਜਦੋਂ ਉਹਨੂੰ ਕੋਈ ਚੈਲੰਜ ਕਰ ਦਿੰਦਾ ਵੀ ਤੈਨੂੰ ਬੰਦੇ ਦਾ ਪੁੱਤ ਬਣਾ ਦਾਂਗੇ, ਉਹਦੇ ਨਾਲ 10 ਗਨਮੈਨ ਸਰਕਾਰ ਲਾ ਦਿੰਦੀ ਆ। ਮੈਂ ਤਾਂ ਕਹਿੰਦਾ ਵੀ ਸਰਕਾਰ ਨੂੰ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਬੋਲਦੇ ਆ ਦੇ ਦੇਣ। ਸਿੱਖਾਂ ਦੇ ਨਾਲ ਕਿਹੜੇ ਗੁਰਸਿੱਖ ਦੇ ਨਾਲ, ਅੰਮ੍ਰਿਤਪਾਲ ਦੇ ਨਾਲ ਕਿਹੜੇ ਗਨਮੈਨ ਲਾ ਦਿੱਤੇ ਆ। ਅੰਮ੍ਰਿਤਪਾਲ ਨੂੰ ਹਰ ਰੋਜ਼ 10 ਕਹਿੰਦੇ ਨੇ ਇਹਦੇ 'ਤੇ ਸੋਸ਼ਲ ਮੀਡੀਆ 'ਤੇ ਮਾਰ ਦੇਣਾ, ਇਹ
ਭੜਕਾਊ ਕਰਦਾ। ਇੱਕ ਵੀ ਗੱਲ ਕੋਈ ਬੰਦਾ ਨੋਟ ਕਰਾ ਦੇ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ, ਜਿਨ੍ਹਾਂ ਨੂੰ ਇਹ ਸੂਰੀ ਵਰਗੇ ਮਾੜੇ ਸ਼ਬਦ ਬੋਲਦੇ ਸੀ, ਉਹਨਾਂ ਤੇ ਇੱਕ ਵੀ FIR ਲੌਜ ਨਹੀਂ ਸੀ। ਉਦੋਂ ਵੀ ਇਹ ਲੋਕ ਕਹਿੰਦੇ ਰਹੇ ਕਾਂਗਰਸ ਦਾ ਪਲਾਂਟ ਕੀਤਾ ਹੋਇਆ। ਅੱਜ ਵੀ ਜੇ ਇੱਕ ਨੌਜਵਾਨ ਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇ ਰਿਹਾ, ਅੰਮ੍ਰਿਤ ਛਕਾਉਣ ਦੀ ਗੱਲ ਕਰ ਰਿਹਾ, ਕਦੇ ਅੰਮ੍ਰਿਤ ਛਕਾਉਣ ਨੂੰ ਈਵੈਂਟ ਦਾ ਸ਼ਬਦ ਦਿੱਤਾ ਜਾਂਦਾ ਗਾ, ਉਸ ਨੂੰ ਇਨਸਲਟ ਕਰਨ ਵਾਸਤੇ ਈਵੈਂਟ ਦੇ ਵਰਗੇ ਸ਼ਬਦ ਦਿੱਤੇ ਜਾਂਦੇ ਆ। ਕਦੇ ਕਿਹਾ ਜਾਂਦਾ ਉਹ ਭੜਕਾਊ ਗੱਲ ਕਰਦਾ, ਉਹ ਕੋਈ ਭੜਕਾਊ ਗੱਲ ਨਹੀਂ ਕਰਦਾ, ਉਹ ਜੁਰਤ ਨਾਲ ਗੱਲ ਕਰਦਾ, ਉਹ ਸੱਚ ਦੀ ਗੱਲ ਕਰਦਾ। ਇਸੇ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਹੈ ਅੱਜ ਅੰਮ੍ਰਿਤਪਾਲ ਸਿੰਘ ਆਵਾਜ਼ ਮਾਰੇ, ਤਾਂ ਮੈਂ ਸਮਝਦਾ ਵੀ ਉਸ ਦਿਨ ਜਿਸ ਦਿਨ ਨਜ਼ਰਬੰਦ ਕਰਿਆ, ਹਜ਼ਾਰਾਂ ਨੌਜਵਾਨ ਆ ਜਿਹੜੇ ਉੱਥੇ ਰਾਤ ਨੂੰ ਇਕੱਠੇ ਹੋ ਗਏ ਸੀ। ਸਰਕਾਰ ਚਾਹੁੰਦੀ ਨਹੀਂ ਸੀ ਇਹਨਾਂ ਦੀ ਨਜ਼ਰਬੰਦੀ, ਉੱਥੇ ਇਹਨਾਂ ਨੂੰ ਘੇਰ ਕੇ ਰੱਖਣਾ ਚਾਹੁੰਦੀ ਸੀ, ਪਰ ਉਹ ਨੌਜਵਾਨਾਂ ਦੀ ਜਦੋਂ ਦੇਖਿਆ ਵੀ ਬਹੁਤ ਸੰਗਤ ਹੈ ਜਿਹੜੀ ਪੰਜਾਬ ਦੇ ਲੋਕ ਆਉਣੇ ਸ਼ੁਰੂ ਹੋ ਗਏ ਨੇ ਸਿੰਘਾਂ ਵਾਲੇ 'ਚ, ਸਰਕਾਰ ਨੂੰ ਨਜ਼ਰਬੰਦੀ ਉਠਾਉਣੀ ਪਈ। ਸੋ ਮੈਂ ਅੰਮ੍ਰਿਤਪਾਲ ਸਿੰਘ ਨੂੰ ਐਪਰੀਸ਼ੀਏਟ ਕਰਦਾ, ਮੈਂ ਉਹਨਾਂ ਨੂੰ ਮਿਲਦਾ ਵੀ ਰਹਿਣਾ। ਮੈਨੂੰ ਕੋਲ ਕੱਲ੍ਹ ਉਹਨਾਂ ਨਿੱਜੀ ਤੌਰ ਦੇ ਉੱਤੇ ਉਹਨਾਂ ਦੇ ਪਿੰਡ ਜੱਲੂਪੁਰ ਖੇੜੇ ਜਾ ਕੇ ਆਇਆ। ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਇੱਕ ਨੌਜਵਾਨ ਆਗੂ ਆਪਾਂ ਨੂੰ ਮਿਲਿਆ, ਇਹਨੂੰ ਸੰਭਾਲ ਕੇ ਰੱਖਣਾ ਕੌਮ ਦੀ ਜ਼ਿੰਮੇਵਾਰੀ ਆ, ਨੌਜਵਾਨਾਂ ਦੀ ਜ਼ਿੰਮੇਵਾਰੀ ਹੈ। ਅੰਮ੍ਰਿਤ ਛਕੋ, ਜਿਹੜੀ ਗੱਲ ਉਹਦਾ ਅਸਲ ਫੰਕਸ਼ਨ ਹੈ ਉਹ ਅੰਮ੍ਰਿਤ ਛਕਣ ਵਾਸਤੇ ਕਹਿੰਦਾ, ਬਹੁਤ ਚੰਗੀ ਗੱਲ ਹੈ ਅੰਮ੍ਰਿਤ ਛਕਣਾ ਜੀ, ਕੋਈ ਭੜਕਾਊ ਭਾਸ਼ਣ ਥੋੜ੍ਹਾ। ਅੰਮ੍ਰਿਤਪਾਲ ਸਿੰਘ ਆਜ਼ਾਦੀ ਦੀ ਗੱਲ ਕਰਦਾ, ਬਲਦੇਵ ਸਿੰਘ ਚੁੰਗਾ ਵੀ ਕਰਦੇ ਨੇ। ਬਿਲਕੁਲ ਜੀ, ਮੈਂ ਜੇ ਸਾਡੇ 'ਤੇ ਆਜ਼ਾਦੀ ਹੁੰਦੀ ਤਾਂ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਜੇ ਆਜ਼ਾਦੀ ਹੁੰਦੀ ਸਾਡੇ 'ਤੇ, ਇਹਨਾਂ ਨੂੰ ਲਿਆ ਕੇ ਗਨਮੈਨ ਦੇ ਦਿੱਤੇ ਜਾਂਦੇ ਆ। ਪੰਜਾਬ ਜਿਹਦੀ ਮਰਜ਼ੀ ਆ, ਪੰਜਾਬ 'ਚ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ, ਇਹ ਧਰਤੀ ਦੇ ਉੱਤੇ ਸਾਡੇ ਗੁਰੂਆਂ ਸਾਹਿਬਾਨ ਨੇ ਕੁਰਬਾਨੀਆਂ ਕੀਤੀਆਂ, ਸਾਡੇ ਸਿੱਖ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ। ਅਸੀਂ ਹਿੰਦੁਸਤਾਨ ਦੀ ਜੰਗੇ ਆਜ਼ਾਦੀ ਦੇ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਹਿੱਸਾ ਪਾਇਆ। ਉਹਦੇ ਉਲਟਾ ਮਿਲਦਾ ਕੀ ਆ, ਜੇ ਕਿਸੇ ਗੁਰਸਿੱਖ ਕੋਲੋਂ ਕੋਈ ਸਾਹਿਤ ਮਿਲ ਜਾਂਦਾ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੀ ਕਿਤਾਬ ਮਿਲ ਜਾਵੇ, ਉਹਦੇ ਘਰੋਂ ਕੋਈ ਲਿਟਰੇਚਰ ਮਿਲ ਜੇ, ਜਿਮੀ ਜੋਹਲ ਵਰਗੇ ਜਿਹੜੇ ਅੰਦਰ ਆ, ਮੁੰਡਾ ਕੀ ਆ ਜਿਮੀ, ਉਹ ਉਹੋ ਜਿਹੇ ਬੰਦੇ 5-5 ਸਾਲਾਂ ਤੋਂ ਅੰਦਰ ਬੈਠੇ ਆ ਜੀ, ਫਿਰ ਹੋਰ ਸਿੱਖ ਕਰਨ ਕੀ, ਫਿਰ ਆਜ਼ਾਦੀ ਦੀ ਗੱਲ ਹੀ ਕਰਨਗੇ। ਮੈਂ ਵੀ ਇਸ ਹੱਕ ਦੇ ਵਿੱਚ ਹਾਂ ਵੀ ਇਹ ਜ਼ਰੂਰ ਕੌਮ ਨੂੰ ਕਦੇ ਇੱਕ ਗੱਲ ਮੇਰੀ ਹੋਰ ਸੁਣ ਲਓ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਗੱਲ ਕਹੀ ਸੀ ਆਪਦੇ ਉਸ ਦੇ ਉੱਤੇ, ਦੀਵਾਨ 'ਚ ਕਹਿੰਦੇ ਹੁੰਦੇ, ਅੱਜ ਵੀ ਉਹਨਾਂ ਦੀ ਟੇਪਾਂ ਮੌਜੂਦ ਨੇ। ਉਹ ਕਹਿੰਦੇ ਵੀ ਜਿਸ ਦਿਨ ਫੌਜ ਦੇ ਉੱਤੇ ਫੌਜ ਦਰਬਾਰ ਸਾਹਿਬ ਦੇ ਵਿੱਚ ਆ ਗਈ, ਉਸ ਦਿਨ ਖਾਲਿਸਤਾਨ ਦੀ ਨੀਂਹ ਹੈ ਜਿਹੜੀ ਉਹ ਰੱਖੀ ਜਾਊ। ਅਜੇ ਨੀਤੀ ਖੜੀ ਹੈ, ਗੱਲ ਕਿ ਦੁਕਾਨ ਵਧੀ ਹੈ। ਮੈਂ ਜਿਹੜੀ ਉਹ ਨੀਂਹ ਰੱਖ ਕੇ ਗਏ ਨੇ, ਅੱਜ ਆ ਨੀਂਹ ਦੇ ਉੱਤੇ ਆ ਜਿਹੜੇ ਦੀਵਾਰਾਂ ਨੇ ਜਿਹੜੀਆਂ ਅੰਮ੍ਰਿਤਪਾਲ ਸਿੰਘ ਵਰਗੇ ਯੋਧੇ ਇੱਥੇ ਆ ਰਹੇ ਨੇ, ਇਹ ਉਹ ਨੀਂਹ ਦੇ ਉੱਤੇ ਹੀ ਆ ਰਹੇ ਨੇ। ਪਰ ਸਮਾਂ ਮੁਲਕ ਨੂੰ ਆਜ਼ਾਦ ਮੁਲਕ ਨਵਾਂ ਬਣਾਉਣ ਲਈ ਸਦੀਆਂ ਲੱਗ ਜਾਂਦੀਆਂ ਹੁੰਦੇ ਨੇ ਰਾਜ ਲੈਣ ਵਾਸਤੇ। ਸੋ ਇਹਦੇ 'ਤੇ ਵਰਕ ਹੋ ਰਿਹਾ। ਕਦੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਚਾਹੁਣ, ਹਿੰਦੁਸਤਾਨ ਬਹੁਤ ਵੱਡਾ, ਰਸ਼ੀਆ ਬਹੁਤ ਵੱਡਾ ਸੀ, ਜਦੋਂ ਟੋਟੇ ਹੋਏ ਤਾਂ 20 ਟੋਟਿਆਂ ਦੇ ਵਿੱਚ ਵੰਡਿਆ ਗਿਆ, 20 ਮੁਲਕ 21 ਮੁਲਕ ਬਣ ਗਏ ਰਸ਼ੀਆ ਦੇ, ਜਿਹੜਾ ਦੁਨੀਆ ਦੀ ਵੈਲ ਪਾਵਰ ਸੀ, ਸਖਤ ਪਾਵਰ, ਸੁਪਰ ਪਾਵਰ ਸੀ। ਤੇ ਹਿੰਦੁਸਤਾਨ ਦੀ ਤਾਂ ਕੋਈ ਬਾਹਲੀ ਵੱਡੀ ਗਿਣਤੀ ਨਹੀਂ ਹੁੰਦੀ। ਸੋ ਜ਼ਰੂਰ ਮਹਾਰਾਜ ਕਿਰਪਾ ਕਰਨਗੇ। ਮੈਂ ਉਸ ਗੱਲ ਦਾ ਬਿਲਕੁਲ ਹਾਮੀ ਹੈ ਵੀ ਸਿੱਖ ਆਜ਼ਾਦ ਨਹੀਂ ਹੈਗੇ। ਇਹ ਜੇ ਆਜ਼ਾਦ ਹੁੰਦੇ ਤਾਂ ਸਾਡੇ ਨਾਲ ਜੋ ਕੁਛ ਹੋ ਰਿਹਾ ਇਹ ਆਜ਼ਾਦ ਸ਼ਹਿਰੀਆਂ ਦੇ ਨਾਲ ਕਦੇ ਵੀ ਨਹੀਂ ਹੁੰਦਾ ਹੈ ਜੀ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਇਸ ਵਕਤ ਪੰਜਾਬ ਦੇ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਕਰੀ ਆ। ਜਿਵੇਂ ਪਹਿਲਾਂ ਹੀ ਦੱਸਿਆ ਸੀ ਕਿ ਖਾਸ ਕਰਕੇ ਜਿਹੜੀ ਇਹ ਮੁਲਾਕਾਤ ਆ, ਇਹ ਮੁਲਾਕਾਤ ਹੋਊਗੀ ਸਿੱਖ ਸਿਧਾਂਤਾਂ ਦੇ ਉੱਪਰ, ਸਿੱਖ ਸਿਧਾਂਤਾਂ ਦੇ ਮੁੱਦਿਆਂ ਦੇ ਉੱਪਰ। SGPC ਦੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਕਰੀ ਆ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਕੀ ਸੋਚਦੇ ਨੇ ਬਲਦੇਵ ਸਿੰਘ ਚੁੰਗਾ, ਇਸ ਦੇ ਬਾਰੇ ਵੀ ਗੱਲਬਾਤ ਕਰੀ ਆ। ਅਤੇ ਜਿਹੜਾ ਪਿਛਲੇ ਦਿਨੀ ਕਤਲ ਹੋ ਜਾਂਦੇ ਨੇ, 2 ਕਤਲ ਹੁੰਦੇ ਨੇ, ਸੁਧੀਰ ਸੂਰੀ ਦਾ ਅਤੇ ਇੱਕ ਸੌਦਾ ਸਾਧ ਦਾ ਜਿਹੜਾ ਪ੍ਰੇਮੀ ਹੁੰਦਾ, ਉਸ ਦਾ ਕਤਲ ਹੁੰਦਾ। ਤਾਂ ਉਸ ਨੂੰ ਲੈ ਕੇ ਅਸੀਂ ਜਿਹੜੀ ਇਹ ਮੁਲਾਕਾਤ ਕਰੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਫੇਰ ਕਿਸੇ ਦਿਨ ਮਿਲਦੇ ਹਾਂ ਕਿਸੇ ਨਵੇਂ ਮੁੱਦੇ ਦੇ ਉੱਪਰ, ਨਵੀਂ ਗੱਲਬਾਤ ਦੇ ਉੱਪਰ। ਜੁੰਗਲ ਸਾਹਿਬ, ਸਵਾਲ ਉੱਥੇ ਹੀ ਸ਼ੁਰੂ ਹੁੰਦਾ, ਇਲੈਕਸ਼ਨ ਹੋਏ ਨੇ, ਇਲੈਕਸ਼ਨਾਂ ਦੇ ਵਿੱਚ ਬੀਬੀ ਵੱਡੇ ਵਾਅਦੇ ਕਰਦੀ ਸੀ ਕਿ ਇਸ ਵਾਰ ਜਿੱਤ ਜਾਾਂਗੇ, ਇਸ ਵਾਰ ਪ੍ਰਧਾਨ ਬਣ ਜਾਾਂਗੇ, ਲਿਫਾਫੇ ਦੇ ਵਿੱਚੋਂ ਕੋਈ ਪ੍ਰਧਾਨ ਨਹੀਂ ਨਿਕਲੂ। ਬੀਬੀ ਹਾਰ ਜਾਂਦੀ ਆ ਤੇ ਹਰਜਿੰਦਰ ਸਿੰਘ ਧਾਮੀ ਫਿਰ ਪ੍ਰਧਾਨ ਬਣ ਜਾਂਦੇ ਨੇ। ਕੀ ਲੱਗਦਾ? ਸ਼੍ਰੋਮਣੀ ਅਕਾਲੀ ਦਲ ਨੂੰ ਤਕਰੀਬਨ 5-6 ਦਿਨ ਪਹਿਲਾਂ ਜਿਹੜਾ ਹੈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੋ ਪਹਿਲਾਂ ਵੀ ਪ੍ਰਧਾਨ ਸਨ, ਉਹਨਾਂ ਦਾ ਨਾਂ ਅਨਾਊਂਸ ਕੀਤਾ। ਉਹ ਜਿਹੜਾ ਲਿਫਾਫਾ ਕਲਚਰ ਸੀ, ਇਹ ਗੱਲ ਬਿਲਕੁਲ ਸੱਚੀ ਆ ਵੀ ਬੀਬੀ ਜਗੀਰ ਕੌਰ ਨੇ ਉਹਨੂੰ ਚੈਲੰਜ ਕੀਤਾ ਤੇ ਉਹ ਜਿਹੜਾ ਹੈ ਖਤਮ ਕੀਤਾ। ਇਹਦੇ ਵਾਸਤੇ ਬੀਬੀ ਨੂੰ ਦਾਦ ਦੇਣੀ ਬਣਦੀ। ਬੀਬੀ ਜਗੀਰ ਕੌਰ ਤਾਂ ਇਹ ਵੀ ਕਹਿੰਦੀ ਨਜ਼ਰ ਆਈ ਕਿ ਮੈਂ ਵੀ ਲਿਫਾਫੇ 'ਚੋਂ ਨਿਕਲਦੀ ਰਹੀ ਹਾਂ। ਇੱਕਦਮ ਹੀ ਕਿਉਂ ਯਾਦ ਆਇਆ ਕਿ ਇੱਕ ਲਿਫਾਫਾ ਕਲਚਰ ਜਿਹੜਾ ਉਸ ਨੂੰ ਖਤਮ ਕਰਨਾ ਚਾਹੀਦਾ? ਦੇਖੋ ਐਂ ਹੁੰਦਾ ਜੀ, ਆਮ ਇੱਕ ਸਾਡਾ ਸ਼ਬਦ ਆ ਵੀ ਦੇਰ ਆਏ ਦਰੁਸਤ ਆਏ, ਹੈ ਨਾ। ਬਲਦੇਵ ਸਿੰਘ ਚੁੰਗਾ ਵੀ ਇੱਕ ਟਾਈਮ ਦੇ ਲਈ ਬਾਗੀ ਹੁੰਦੇ ਨੇ, ਸੁਖਬੀਰ ਬਾਦਲ ਦੇ ਬਿਆਨਾਂ ਤੋਂ ਉਲਟ ਬਿਆਨ ਦਿੰਦੇ ਨੇ ਬਲਦੇਵ ਸਿੰਘ ਚੁੰਗਾ, ਪਰ ਫਿਰ ਕਿਤੇ ਨਾ ਕਿਤੇ ਜਾ ਕੇ ਬਲਦੇਵ ਸਿੰਘ ਚੁੰਗਾ ਦੇ ਦਿਲ 'ਚ ਕਿਉਂ ਨਹੀਂ ਆਈ ਇਹ ਗੱਲ? ਕਿਹੜੀ ਜੀ? ਪਰ ਅਸੀਂ ਬੀਬੀ ਜੀ ਦੇ ਨਾਲ ਇਸ ਵਾਰ ਅਸੀਂ ਡਟ ਕੇ ਖੜ੍ਹੇ ਹਾਂ, ਉਹਨਾਂ ਦੀ ਪੂਰੀ ਡਟ ਕੇ ਮਦਦ ਕੀਤੀ ਹੈ ਬੀਬੀ ਜਗੀਰ ਕੌਰ ਦੀ। ਇਹ ਵੀ ਇਲਜ਼ਾਮ ਲੱਗਦੇ ਨੇ ਕਿ ਬੀਬੀ ਜਗੀਰ ਕੌਰ ਦੇ ਪਿੱਛੇ RSS ਖੜੀ ਆ।
ਪਿੱਛੇ ਜੇ ਪ੍ਰੈਸ ਕਾਨਫਰੰਸ ਹੁੰਦੀ ਆ ਅਕਾਲੀ ਦਲ ਦੀ ਤਾਂ ਉਹਦੇ ਵਿੱਚ ਵੀ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਕੀ ਲੱਗਦਾ ਗਾ? ਨਾਲ ਜੋ ਵੀ ਮਰਜ਼ੀ ਸ਼ਬਦ ਇੱਜ਼ਤ ਵਾਸਤੇ ਕਹਿ ਸਕਦੇ ਆ ਵੀ ਉਹਨੂੰ ਲੰਬੜਾਂ ਦੀ ਚੱਕੀ ਹੋਈ, ਫਲਾਣੇ ਚੱਕੀ ਹੋਈ, ਇਹਦਾ ਸ਼ਬਦ ਹੀ ਨਹੀਂ ਸੀ ਵਧੀਆ ਹੈਗਾ ਜਿਹੜਾ ਬੀਬੀ ਜੀ ਵਾਸਤੇ ਵਰਤਿਆ ਗਿਆ। ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰੇ ਸੀ ਤੇ ਤੁਸੀਂ ਆਲਮ ਦੀ ਗੱਲ ਕਰਦੇ ਹੋ, ਹਾਰ ਆਲਮ ਦੀ ਗੱਲ ਕਰਦੇ ਹੋ, ਉਦੋਂ ਵੀ ਤਾਂ ਅਕਾਲੀ ਦਲ ਦੇ ਵਿੱਚੋਂ ਟਿਕਟ ਦਿੱਤੀ ਆ, ਤੁਸੀਂ ਵੀ ਤਾਂ ਉਹਨਾਂ ਦੇ ਭਾਈਵਾਲ ਸੀ। ਪਰੰਤੂ ਅਸੀਂ ਉਸ ਸਿਸਟਮ ਦਾ ਅਸੀਂ ਅੰਗ ਸੀ ਜਿਹੜੇ ਸਿਸਟਮ ਨੇ ਮਾਫੀ ਬਿਨਾਂ ਮੰਗਿਆ, ਮਾਫੀ ਸਿੰਘ ਸਾਹਿਬ ਦੀ ਬਾਂਹ ਮਰੋੜ ਕੇ ਮਾਫੀ ਦਵਾਈ ਗਈ। ਉਸ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ 90-91 ਲੱਖ ਦੇ ਇਸ਼ਤਿਹਾਰ ਸੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਦਿੱਤੇ ਗਏ। ਪਰੰਤੂ ਜੇ ਮੈਂ ਗਲਤੀ ਕੀਤੀ ਸੀ ਤਾਂ ਮੈਂ ਮਾਫੀ ਮੰਗਦਾ। ਅੱਜ ਮੈਂ ਕੌਮ ਦੇ ਨਾਲ ਖੜਾ ਜੀ। ਉਹ ਪਿਛਲੇ ਸਮੇਂ ਨੂੰ ਮੈਨੂੰ ਕੀ ਲੱਗਦਾ ਕੌਮ ਦੇ ਨਾਲ ਅੱਜ ਹੀ ਕਿਉਂ? ਪਹਿਲਾਂ ਕਿਤੇ ਕੁਰਸੀ ਦਿਖਦੀ ਸੀ ਜਾਂ ਫਿਰ ਪਹਿਲਾਂ ਕਿਤੇ ਦਬਾਇਆ ਜਾਂਦਾ ਸੀ ਬਲਦੇਵ ਸਿੰਘ ਜੁੰਗਾ ਨੂੰ? ਅਕਾਲੀ ਦਲ ਤਾਂ ਕਾਫੀ ਬਣ ਗਏ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਰਿਹਾ, ਫਿਰ ਸੁਖਦੇਵ ਸਿੰਘ ਢੀਂਡਸਾ ਨੇ ਆਪਦਾ ਪਿਛਲੇ ਦਿਨਾਂ ਦੇ ਸਾਲਾਂ ਦੇ ਦੌਰਾਨ ਅਕਾਲੀ ਦਲ ਬਣਾ ਲਿਆ। ਉਸ ਤੋਂ ਬਾਅਦ ਉਹਦੇ ਵਿੱਚ ਬ੍ਰਹਮਪੁਰਾ ਸਾਹਿਬ ਆਉਂਦੇ ਨੇ। ਅਸੀਂ ਨਾ ਦੇਖੋ ਢਿੱਲੋਂ ਜੀ, ਇਹ ਗੱਲ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਵੀ ਆਪਾਂ ਨੂੰ ਇਕੱਲਾ ਸ਼੍ਰੋਮਣੀ ਅਕਾਲੀ ਦਲ ਲਿਖਣਾ ਚਾਹੀਦਾ। ਜਿਹੜਾ ਬ੍ਰੈਕਟ ਅਸੀਂ ਬਾਦਲ ਲਿਖਦੇ ਹਾਂ ਇਹ ਸਾਨੂੰ ਲਿਮਟਿਡ ਨਹੀਂ ਕਰਨਾ ਚਾਹੀਦਾ। ਵੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਮਰਦ ਵਿੱਚ ਰਹੇ, ਉਹ ਜ਼ੁਬਾਨ ਦੇ ਪੱਕੇ ਰਹੇ, ਉਹਨਾਂ ਨੇ ਥੁੱਕ ਕੇ ਜਿਹੜਾ ਸ਼ਬਦ ਆਪਾਂ ਵੀ ਚੱਟਿਆ ਨਹੀਂ ਹੈ। ਬ੍ਰਹਮਪੁਰਾ ਸਾਹਿਬ ਨੇ ਬੜੇ ਮਾੜੇ ਸ਼ਬਦ ਵੀ ਤੁਹਾਡੀ ਪ੍ਰੈਸ ਦੇ ਵਿੱਚ ਬੋਲ ਦਿੱਤੇ ਸੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ, ਤੇ ਮਿੰਟ ਲਾਇਆ ਵਾਪਸ ਆਉਣ ਨੂੰ ਵੀ। ਚੁੰਗਾ ਸਾਹਿਬ ਪਿਛਲੇ ਦਿਨ ਹੀ ਕਤਲ ਹੋ ਜਾਂਦਾ, ਡੇਰਾ ਪ੍ਰੇਮੀ ਦਾ ਕਤਲ ਹੋ ਜਾਂਦਾ। ਇਹ ਜਿਹੜੇ ਕਤਲ ਹੋ ਰਹੇ ਨੇ ਉਹ ਕਿਸੇ ਦਾ ਕੋਈ ਸ਼ੌਕ ਨਹੀਂ। ਅਗਰ ਇਹ ਬੰਦਿਆਂ ਨੂੰ ਇਹ ਲੈ ਕੇ ਜੀ ਇਹਦਾ ਸਰਕਾਰ ਉਹਨਾਂ ਨੂੰ ਬਾਹਰ ਲਿਆਉਂਦੀ ਆ ਤੇ ਨਾਲ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੀ ਹੈਗੀ, ਪੁਲਿਸ ਦਿੰਦੀ ਆ, ਤੇ ਉਹ ਲੋਕ ਸਿੱਖਾਂ ਨੂੰ ਮੂੰਹ ਚੜਾਉਂਦੇ ਨੇ, ਆ ਕੇ ਸਿੱਖਾਂ ਦੇ ਮੂਹਰ ਦੀ ਲੰਘਦੇ ਨੇ ਦਿਖਾ ਕੇ, ਉਹਦਾ ਪ੍ਰਤੀਕਰਮ ਹੈ ਜੀ। ਉਹਦਾ ਕਰਕੇ ਫਿਰ ਇਹ ਹੋਣਾ ਹੀ ਸੀ, ਹੋਰ ਤਾਂ ਕੋਈ ਗੱਲ ਨਹੀਂ ਹੈ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਇੱਕ ਵਾਰ ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਖਾਸ ਕਰਕੇ ਉਹਨਾਂ ਮੁੱਦਿਆਂ ਦੇ ਉੱਪਰ ਜਿਹੜੇ ਸਿੱਖ ਸਿਧਾਂਤਾਂ ਦੇ ਨਾਲ ਸੰਬੰਧ ਰੱਖਦੇ ਨੇ, ਜਿਹੜੇ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਨਾਲ ਸੰਬੰਧ ਰੱਖਦੇ ਨੇ। ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ, ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ SGPC ਦੇ ਪ੍ਰਧਾਨ ਬਣਦੇ ਨੇ ਹਰਜਿੰਦਰ ਸਿੰਘ ਧਾਮੀ। ਤਾਂ ਬੀਬੀ ਜੰਗੀਰ ਕੌਰ ਦਾ ਕਾਫੀ ਲੰਮਾ ਸਮਾਂ ਜਿਹੜਾ ਕਿ ਰੇੜਕਾ ਚੱਲਦਾ। ਤਾਂ ਸਾਡੇ ਨਾਲ ਇਸ ਵਕਤ ਅੰਤਰਿੰਗ ਕਮੇਟੀ ਦੇ ਮੈਂਬਰ ਮੌਜੂਦ ਨੇ ਬਲਦੇਵ ਸਿੰਘ ਚੁੰਗਾ ਜੀ। ਤਾਂ ਅਸੀਂ ਸਵਾਗਤ ਕਰਦੇ ਹਾਂ। ਚੁੰਗਾ ਸਾਹਿਬ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਢਿੱਲੋਂ ਸਾਹਿਬ ਤੁਹਾਨੂੰ ਤੇ ਤੁਹਾਡੇ ਜਿਹੜੇ ਸਾਰੇ ਦਰਸ਼ਕ ਆ ਜਿਹੜੇ ਆਪਾਂ ਨੂੰ ਜਾਂ ਮੌਜੂਦ ਹੁਣ ਦੇਖਣਗੇ ਜਾਂ ਬਾਅਦ ਦੇਖਣਗੇ, ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਅਰਜ਼ ਕਰਦਾ। ਤੇ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਮੇਰੇ ਇੱਥੇ ਤੁਸੀਂ ਗਏ ਵਿਖੇ ਪਹੁੰਚੇ ਹੋ, ਮੇਰੀ ਆਵਾਜ਼ ਲੋਕਾਂ ਤੱਕ, ਖਲਕ ਤੱਕ, ਪੰਜਾਬੀਆਂ ਤੱਕ, ਗੁਰਸਿੱਖਾਂ ਤੱਕ ਲੈ ਕੇ ਜਾਓਗੇ, ਤਾਂ ਉਹਦੇ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ। ਚੁੰਗਾ ਸਾਹਿਬ ਸਵਾਲ ਉੱਥੋਂ ਹੀ ਸ਼ੁਰੂ ਹੁੰਦਾ। ਇਲੈਕਸ਼ਨ ਹੋਏ ਨੇ, ਇਲੈਕਸ਼ਨਾਂ ਦੇ ਵਿੱਚ ਬੀਬੀ ਵੱਡੇ ਵਾਅਦੇ ਕਰਦੀ ਸੀ ਕਿ ਇਸ ਵਾਰ ਜਿੱਤ ਜਾਾਂਗੇ, ਇਸ ਵਾਰ ਪ੍ਰਧਾਨ ਬਣ ਜਾਾਂਗੇ, ਲਿਫਾਫੇ ਦੇ ਵਿੱਚੋਂ ਕੋਈ ਪ੍ਰਧਾਨ ਨਹੀਂ ਨਿਕਲੂ। ਬੀਬੀ ਹਾਰ ਜਾਂਦੀ ਆ ਤੇ ਹਰਜਿੰਦਰ ਸਿੰਘ ਧਾਮੀ ਫਿਰ ਪ੍ਰਧਾਨ ਬਣ ਜਾਂਦੇ ਨੇ। ਕੀ ਲੱਗਦਾ? ਦੇਖੋ, ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰ ਇੱਕ ਬੰਦੇ ਨੂੰ ਜਿਹੜਾ ਹੈ ਉਹ ਜਿੱਤਣ ਵਾਸਤੇ ਖੜਾ ਹੁੰਦਾ। ਉਹਦੀਆਂ ਜਿਹੜੀਆਂ ਨੀਤੀਆਂ ਪਾਲਿਸੀਆਂ ਵੀ ਉਹ ਇਹੋ ਜਿਹੀਆਂ ਬਣਾਉਂਦੀਆਂ ਵੀ ਉਹ ਜਿੱਤ ਜਾਵੇ। ਬੀਬੀ ਜਗੀਰ ਕੌਰ ਜੀ ਨੇ ਵੀ ਕੋਸ਼ਿਸ਼ ਕੀਤੀ, ਪਰ ਉਹਦੇ 'ਚ ਨਾ ਨਿਰਾ ਪ੍ਰਧਾਨ ਬਣਨ ਦੇ ਨਾਲੋਂ ਇਹ ਵੀ ਸੀ ਵੀ ਇੱਕ ਸਾਡਾ ਇੱਕ ਕਲਚਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਬੇਸ਼ੱਕ ਪ੍ਰਧਾਨ ਸਾਹਿਬ ਨੂੰ ਜਿਹੜੀਆਂ ਸਾਰੀਆਂ ਪਾਵਰਾਂ ਹੁੰਦੀਆਂ ਨੇ ਔਰ ਇਹ ਹੋਣੀਆਂ ਵੀ ਚਾਹੀਦੀਆਂ ਵੀ ਪ੍ਰਧਾਨ ਸਾਹਿਬ ਕੋਲ ਜਿਹੜਾ ਕੇਂਦਰੀਕਰਨ ਰਹੇ ਸ਼ਕਤੀ ਦਾ, ਉਹਨਾਂ ਦੇ ਮੁਤਾਬਕ ਚੱਲੇ ਪਾਰਟੀ ਦਾ ਡਿਸਪਲਿਨ ਰੱਖਣ ਵਾਸਤੇ। ਪਰੰਤੂ ਹੁੰਦਾ ਕਿ ਜਿਹੜੀ ਪ੍ਰੋਬਲਮ ਆਉਂਦੀ ਸੀ, ਸਾਨੂੰ ਇਹ ਇਤਰਾਜ਼ ਨਹੀਂ ਸੀ ਕਦੇ ਵੀ ਪ੍ਰਧਾਨ ਬਣਾਉਂਦਾ, ਕਿਉਂ ਬਣਾਉਂਦਾ, ਬਣਾਉਣਾ ਚਾਹੀਦਾ, ਉਹਨਾਂ ਵੱਲੋਂ ਸਾਨੂੰ ਟਿਕਟ ਦਿੱਤੀ ਗਈ ਹੈ। ਇਤਰਾਜ਼ ਇਸ ਗੱਲ ਦਾ ਹੁੰਦਾ ਸੀ ਵੀ ਸਾਥੋਂ ਬੁਲਾ ਕੇ ਸਾਰਿਆਂ ਨੂੰ ਸੁਣ ਲਿਆ ਜਾਂਦਾ ਸੀ ਤੇ ਸਾਨੂੰ ਪਤਾ ਨਹੀਂ ਸੀ ਹੁੰਦਾ ਵੀ ਪ੍ਰਧਾਨ ਉੱਥੇ ਕਿਹੜਾ ਬਣੂ। ਉਹ 10-20 ਮਿੰਟ ਪਹਿਲਾਂ ਜਦੋਂ ਅਸੀਂ ਜਾ ਕੇ ਬੈਠ ਜਾਂਦੇ ਸੀਗੇ, ਉਦੋਂ ਕੁਸਰ ਮੁਸਰ ਹੁੰਦੀ, ਕੋਈ ਕਹਿੰਦਾ ਇਹ ਬਣੂ, ਕੋਈ ਕਹਿੰਦਾ ਇਹ ਬਣੂਗਾ। ਪਰ ਇਸ ਵਾਰ ਜਦੋਂ ਬੀਬੀ ਜਗੀਰ ਕੌਰ ਨੇ ਇਸ ਗੱਲ ਦੇ ਬਾਰੇ ਉਹਨਾਂ ਨੇ ਸਟੈਂਡ ਲਿਆ, ਤਾਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਤਕਰੀਬਨ 5-6 ਦਿਨ ਪਹਿਲਾਂ ਜਿਹੜਾ ਹੈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੋ ਪਹਿਲਾਂ ਵੀ ਪ੍ਰਧਾਨ ਸਨ, ਉਹਨਾਂ ਦਾ ਨਾਂ ਅਨਾਊਂਸ ਕੀਤਾ। ਉਹ ਜਿਹੜਾ ਲਿਫਾਫਾ ਕਲਚਰ ਸੀ, ਇਹ ਗੱਲ ਬਿਲਕੁਲ ਸੱਚੀ ਆ ਵੀ ਬੀਬੀ ਜਗੀਰ ਕੌਰ ਨੇ ਉਹਨੂੰ ਚੈਲੰਜ ਕੀਤਾ ਤੇ ਉਹ ਜਿਹੜਾ ਹੈ ਖ਼ਤਮ ਕੀਤਾ। ਇਹਦੇ ਵਾਸਤੇ ਬੀਬੀ ਨੂੰ ਦਾਦ ਦੇਣੀ ਬਣਦੀ ਹੈ। ਬੀਬੀ ਜੰਗੀਰ ਕੌਰ ਤਾਂ ਇਹ ਵੀ ਕਹਿੰਦੀ ਨਜ਼ਰ ਆਈ ਕਿ ਮੈਂ ਵੀ ਲਿਫਾਫੇ 'ਚੋਂ ਨਿਕਲਦੀ ਰਹੀ ਹਾਂ, 4 ਵਾਰ ਪਹਿਲਾਂ ਪ੍ਰਧਾਨ ਬਣੇ ਨੇ। ਕੀ ਲੱਗਦਾ ਹੁਣ ਇੱਕਦਮ ਹੀ ਕਿਉਂ ਯਾਦ ਆਇਆ ਕਿ ਇੱਕ ਲਿਫਾਫਾ ਕਲਚਰ ਜਿਹੜਾ ਉਸ ਨੂੰ ਖ਼ਤਮ ਕਰਨਾ ਚਾਹੀਦਾ? ਦੇਖੋ, ਐਂ ਹੁੰਦਾ ਜੀ, ਆਮ ਇੱਕ ਸਾਡਾ ਸ਼ਬਦ ਆ ਵੀ ਦੇਰ ਆਏ ਦਰੁਸਤ ਆਏ, ਹੈ ਨਾ।
ਇਹ ਇਸ ਵੇਲੇ ਨਾ ਕੱਲਾ ਲਿਫਾਫਾ ਕਲਚਰ ਨਹੀਂ ਹੈ, ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਨਾ ਹੈ ਇਸ ਵੇਲੇ ਜਿਹੜੀ ਕਾਰਗੁਜ਼ਾਰੀ ਆ ਇੰਟਰਨਲ, ਉਹਦੇ ਵਾਸਤੇ ਜਿਹੜਾ ਅਕਾਲੀ ਦਲ ਆ ਉਹ ਚਿੰਤਤ ਆ, ਜਾਂ ਜਿਹੜੇ ਸੁਹਿਰਦ ਸਿੱਖ ਆ ਉਹ ਚਿੰਤਤ ਨੇ ਵੀ ਜਿਹੜੇ ਉਹਨਾਂ ਦੀ ਕਾਰਗੁਜ਼ਾਰੀ ਆ ਉਹ ਠੀਕ ਨਹੀਂ। ਜਦੋਂ ਤੋਂ ਦੇਖ ਲਓ 2 ਵਾਰ ਇਲੈਕਸ਼ਨ ਦੇ ਵਿੱਚ ਵਿਧਾਨ ਸਭਾ 'ਚ ਹਾਰਨਾ ਹੀ ਨਹੀਂ, ਬਹੁਤ ਜਮਾਂ ਹੀ ਹਾਸੀਏ 'ਤੇ ਚਲੀ ਗਈ ਆ ਪਾਰਟੀ ਸ਼੍ਰੋਮਣੀ ਅਕਾਲੀ ਦਲ। ਅਤੇ ਜਿਹੜੇ ਧਾਰਮਿਕ ਤੌਰ ਦੇ ਉੱਤੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬਹੁਤ ਜ਼ਿਆਦਾ ਜਿਹੜੇ ਨੁਕਸਾਨ ਨੇ ਸਾਡੇ ਉਹ ਅਕਾਲੀ ਦਲ ਦੇ ਹੋਏ ਨੇ। ਇਸ ਵਾਸਤੇ ਜਿਹੜੇ ਬੀਬੀ ਜੀ ਨੇ ਚੰਗਾ ਕੀਤਾ, ਬੇਸ਼ੱਕ ਉਹ ਲਿਫਾਫੇ 'ਚੋਂ ਨਿਕਲਦੀ ਰਹੀ ਹੈ, ਪਰ ਉਹਨਾਂ ਨੇ ਪਹਿਲ ਕੀਤੀ ਹੈ ਜੀ, ਬਹੁਤ ਅੱਛਾ ਕੀਤਾ। ਕਿਸੇ ਨੇ ਤਾਂ ਪਹਿਲ ਕਰਨੀ ਸੀ। ਅੱਜ ਤੋਂ ਪਹਿਲਾਂ ਇਹ ਵੀ ਸਾਨੂੰ ਮੰਨਣੀ ਪੈਣੀ ਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਇਸ ਤਰ੍ਹਾਂ ਦਾ ਚੈਲੰਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਨਹੀਂ ਸੀ ਹੋਇਆ। ਉਸ ਤੋਂ ਵੀ ਵੱਡੀ ਗੱਲ, ਸਰਦਾਰ ਬਿਰਸਾ ਸਿੰਘ ਜੀ ਬਲਟੋਹਾ ਜਿਹੜੇ ਬੜੇ ਮਾਨਯੋਗ ਆਗੂ ਨੇ, ਜਿਹੜੇ ਸੰਤ ਜਰਨੈਲ ਸਿੰਘ ਮਹਾਂਪੁਰਸ਼ ਬਾਬਾ ਭਿੰਡਰਾਂ ਵਾਲਿਆਂ ਦੇ ਨਾਲ ਵੀ ਰਹੇ ਨੇ, ਅਤੇ ਉਹ ਕਹਿੰਦੇ ਸੀ ਵੀ ਜੇ 25 ਸੀਟਾਂ ਵੀ ਲੈ ਜਾਵੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਆ ਜਿਹੜਾ ਅਸਤੀਫਾ ਦੇ ਦੇਣਗੇ ਬੀਬੀ ਜਗੀਰ ਕੌਰ। ਪਰ ਉਹ ਜਿਹੜੀਆਂ ਨਾ ਪਿਛਲੀ ਵਾਰ 19 ਵੋਟਾਂ ਸੀਗੀਆਂ ਵਿਰੋਧੀ ਧਿਰ ਕੋਲੇ ਕਹਿ ਲਈਏ, ਇਸ ਵਾਰ 42 ਲੋਕਾਂ ਦੀ ਵੋਟਿੰਗ ਕਰ ਦੇਣਾ, ਤੀਸਰੇ ਹਿੱਸੇ ਨੇ ਵੋਟਿੰਗ ਅਕਾਲੀ ਦਲ ਦੇ ਬਰਖਲਾਫ ਕਰ ਦੇਣਾ, ਇਹ ਵੀ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਚੇਤਾਵਨੀ ਹੈ। ਬੀਬੀ ਜੀ ਨੇ ਬਹੁਤ ਅੱਛਾ ਕੀਤਾ, ਬੇਸ਼ੱਕ ਉਹ ਆਪ ਪ੍ਰਧਾਨ ਬਣਦੇ ਰਹੇ, ਲਿਫਾਫਾ ਕਲਚਰ ਦੇ ਨਾਲ ਹੀ ਰਹੇ, ਪਰ ਇਸ ਵਾਰ ਜੇ ਉਹਨਾਂ ਨੇ ਚੈਲੰਜ ਉਹਨਾਂ ਨੇ ਕੀਤਾ। ਮੈਂ ਤਾਂ ਇਸ ਗੱਲ ਦੀ ਵੀ ਦਾਦ ਦਿੰਦਾ ਵੀ ਇੱਕ ਔਰਤ ਉਹਨੇ ਚੈਲੰਜ ਕੀਤਾ। ਸਾਡੇ ਇੰਨੇ ਬੰਦੇ ਨੇ, ਕਦੇ ਕਿਸੇ ਨੂੰ ਸਾਡੇ ਸੱਜਣ ਨੂੰ ਦਿਸਿਆ ਹੀ ਨਹੀਂ ਵੀ ਯਾਰ ਅਸੀਂ ਕੀ ਕੁਛ ਹੋ ਰਿਹਾ, ਸਾਡਾ ਧਾਰਮਿਕ ਤੌਰ ਦੇ ਉੱਤੇ ਸਾਡੇ 'ਚ ਕਿੰਨਾ ਨਿਘਾਰ ਆ ਗਿਆ, ਅੱਜ ਸਾਡਾ ਕਿੱਥੇ ਅਸੀਂ ਚਲੇ ਗਏ ਹਾਂ। ਸੋ ਮੈਂ ਬੀਬੀ ਜੀ ਦੀ ਇਸ ਗੱਲ ਨੂੰ ਦਾਦ ਦਿੰਦਾ ਕਿ ਉਹਨਾਂ ਨੇ ਬਹੁਤ ਅੱਛਾ ਕੀਤਾ, ਜੁਰਤ ਵਾਲਾ ਫੈਸਲਾ ਸੀ ਉਹਨਾਂ ਦਾ। ਬਲਦੇਵ ਸਿੰਘ ਚੁੰਗਾ ਵੀ ਇੱਕ ਟਾਈਮ ਦੇ ਲਈ ਬਾਗੀ ਹੁੰਦੇ ਨੇ, ਸੁਖਬੀਰ ਬਾਦਲ ਦੇ ਬਿਆਨਾਂ ਤੋਂ ਉਲਟ ਬਿਆਨ ਦਿੰਦੇ ਨੇ ਬਲਦੇਵ ਸਿੰਘ ਚੁੰਗਾ, ਪਰ ਫਿਰ ਕਿਤੇ ਨਾ ਕਿਤੇ ਜਾ ਕੇ ਬਲਦੇਵ ਸਿੰਘ ਚੁੰਗਾ ਦੇ ਦਿਲ 'ਚ ਕਿਉਂ ਨਹੀਂ ਆਈ ਇਹ ਗੱਲ? ਕਿਹੜੀ ਜੀ? ਪ੍ਰਧਾਨਗੀ ਵਾਲੀ ਜਾਂ ਲਿਫਾਫੇ ਕਲਚਰ ਵਾਲੀ? ਦੇਖੋ, ਮੈਂ ਤਾਂ ਜੀ ਲਿਫਾਫਾ ਕਲਚਰ ਤਾਂ ਅਸੀਂ ਪਹਿਲਾਂ ਤੋਂ, ਜਦੋਂ ਤੋਂ ਮੈਂ ਇਹ ਬਾਗੀ ਤਾਂ ਸ਼ਾਇਦ ਨਾ ਕਿਹਾ ਜਾਵੇ, ਬਾਗੀ ਤਾਂ ਹੁੰਦਾ ਵੀ ਮੈਂ ਬਾਗੀ ਹੋ ਕੇ ਕਿਸੇ ਪਾਰਟੀ ਹੋਰ ਚਲਾ ਜਾਂਦਾ, ਜਾਂ ਮੇਰੀ ਕਿਸੇ ਪਾਰਟੀ ਨਾਲ ਹੋਰ ਰੱਟੀ ਸੱਟੀ ਹੁੰਦੀ। ਬਾਗੀ ਤਾਂ ਮੈਂ ਕੋਈ ਨਹੀਂ, ਮੈਂ ਆਪਣੀ ਗੱਲ ਰੱਖੀ ਸੀ। ਮੈਂ ਅੱਜ ਵੀ ਅਕਾਲੀ ਦਲ 'ਚ ਆਪਦੇ ਆਪ ਨੂੰ ਮਹਿਸੂਸ ਕਰਦਾ ਇਹਨਾਂ ਨੇ ਮੈਨੂੰ ਕੱਢਿਆ, ਮੈਂ ਤਾਂ ਨਿਕਲਿਆ ਹੀ ਨਾ, ਮੈਂ ਕਿਤੇ ਹੋਰ ਗਿਆ, ਨਾ ਮੇਰੀ ਕਿਸੇ ਨਾਲ ਹੋਰ ਗੱਲ ਦੀ ਮੇਰੀ ਕੋਈ ਗੱਲਬਾਤ ਆਈ। ਮੈਂ ਦੂਸਰੀ ਗੱਲ ਇਹ ਹੈ ਜੀ, ਹਰ ਸਮਾਂ ਚਾਹੁੰਦਾ, ਦੇਖੋ 170 ਮੈਂਬਰ ਆ ਜਿਹੜੇ ਇਲੈਕਟ ਹੋ ਕੇ ਚਾਹੁੰਦੇ ਨੇ। ਮੈਂ ਕਹਿੰਦਾ ਵੀ ਜੇ ਸਾਰੇ ਨਹੀਂ ਤਾਂ 70 ਮੈਂਬਰ ਤਾਂ ਜ਼ਰੂਰ ਚਾਹੁੰਦੇ ਹੋਣਗੇ ਵੀ ਮੈਂ ਪ੍ਰਧਾਨ ਬਣ ਜਾ। ਜੇ ਸਾਰੇ 170 ਨਹੀਂ ਚਾਹੁੰਦੇ ਹੋਣਗੇ, ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ, ਕਿਉਂਕਿ ਮੈਂ ਵੀ 6-7 ਇਲੈਕਸ਼ਨਾਂ ਲੜੀਆਂ ਹੋਈਆਂ। ਮੈਂ ਪਿੰਡ ਦੀ ਸਰਪੰਚੀ ਤੋਂ ਆਪਣਾ ਜੀਵਨ ਸ਼ੁਰੂ ਕਰਿਆ ਹੋਇਆ, ਬਲਾਕ ਸਮਿਤੀ ਮੈਂਬਰ, ਮਾਰਕੀਟ ਕਮੇਟੀ ਮੈਂਬਰ, ਸਾਰੀਆਂ ਮੈਂ ਜਿਹੜੇ ਰੁਤਬੇ ਨੇ, ਚੇਅਰਮੈਨ ਮਾਰਕੀਟ ਕਮੇਟੀ, ਇਹ ਦੇਖ ਕੇ ਜੀ ਤਾਂ ਮੇਰਾ ਵੀ ਬਹੁਤ ਕਰਦਾ ਵੀ ਮੈਨੂੰ ਵੀ ਸੇਵਾ ਦਾ ਮੌਕਾ ਮਿਲੇ। ਅਤੇ ਪਰ ਜਦੋਂ ਵਾਹਿਗੁਰੂ ਗੁਰੂ ਰਾਮਦਾਸ ਮਹਾਰਾਜ ਚਾਹੁਣਗੇ ਉਦੋਂ ਜ਼ਰੂਰ ਹੋਊਗੀ। ਪਰ ਅਸੀਂ ਬੀਬੀ ਜੀ ਦੇ ਨਾਲ ਇਸ ਵਾਰ ਅਸੀਂ ਡਟ ਕੇ ਖੜ੍ਹੇ ਹਾਂ, ਉਹਨਾਂ ਦੀ ਪੂਰੀ ਡਟ ਕੇ ਮਦਦ ਕੀਤੀ ਹੈ ਬੀਬੀ ਜਗੀਰ ਕੌਰ ਦੀ। ਇਹ ਵੀ ਇਲਜ਼ਾਮ ਲੱਗਦੇ ਨੇ ਕਿ ਬੀਬੀ ਜਗੀਰ ਕੌਰ ਦੇ ਪਿੱਛੇ RSS ਖੜੀ ਆ, ਸਿੱਧੇ ਤੌਰ 'ਤੇ ਨਹੀਂ ਅਸਿੱਧੇ ਤੌਰ 'ਤੇ ਖੜੀ ਆ। ਬੀਬੀ ਜਗੀਰ ਕੌਰ ਨੂੰ ਦੂਜੀਆਂ ਪਾਰਟੀਆਂ ਦੀ ਚੱਕ ਦਿੱਤੀ ਹੋਈ ਸੀ, ਤਾਂ ਕਰਕੇ ਉਹ ਅਕਾਲੀ ਦਲ ਦੇ ਬਰੋਬਰ ਖੜੀ ਹੋ ਗਈ ਆ। ਕਿ ਪਿੱਛੇ ਜੇ ਪ੍ਰੈਸ ਕਾਨਫਰੰਸ ਹੁੰਦੀ ਆ ਅਕਾਲੀ ਦਲ ਦੀ, ਤਾਂ ਉਹਦੇ ਵਿੱਚ ਵੀ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਕੀ ਲੱਗਦਾ ਗਾ? ਦੇਖੋ, ਉਹ ਜਿਹੜਾ ਸ਼ਬਦ ਸੀ, ਇਹ ਜਿਹੜਾ ਮੁਹਾਵਰਾ ਸੀ, ਇਹ ਤਾਂ ਮੈਂ ਇਹਨੂੰ ਪਸੰਦ ਨਹੀਂ ਕਰਦਾ ਵੀ ਇੱਕ ਔਰਤ ਵਾਸਤੇ ਇੱਕ ਜਿਹੜੀ ਸਾਡੀ ਬੀਬੀ ਕਹਿ ਲਈਏ, ਉਹਨਾਂ ਨੂੰ ਸਤਿਕਾਰ ਦੇ ਨਾਲ ਜੋ ਵੀ ਮਰਜ਼ੀ ਸ਼ਬਦ ਇੱਜ਼ਤ ਵਾਸਤੇ ਕਹਿ ਸਕਦੇ ਆ ਵੀ ਉਹਨੂੰ ਲੰਬੜਾਂ ਦੀ ਚੱਕੀ ਹੋਈ, ਫਲਾਣੇ ਚੱਕੀ ਹੋਈ, ਇਹਦਾ ਸ਼ਬਦ ਹੀ ਨਹੀਂ ਸੀ ਵਧੀਆ ਹੈਗਾ ਜਿਹੜਾ ਬੀਬੀ ਜੀ ਵਾਸਤੇ ਵਰਤਿਆ ਗਿਆ। ਵੀ ਨਾ ਜਿਹੜੀ ਦੇਖੋ RSS ਨੇ ਉਹਨਾਂ ਨੂੰ ਬੀਬੀ ਜੀ ਨੂੰ ਕੀ ਚੱਕਿਆ ਕੀ ਨਹੀਂ ਚੱਕਿਆ, ਮੇਰਾ ਖਿਆਲ ਹੈ ਮੇਰੇ ਨਾਲੋਂ ਬੈਸਟ ਜਵਾਬ ਬੀਬੀ ਦੇ ਸਕਦੇ, ਉਹ ਦੇ ਵੀ ਰਹੇ ਨੇ ਜਵਾਬ ਬਈ ਮੈਨੂੰ ਤਾਂ ਕਿਸੇ ਨੇ ਇਹੋ ਨਹੀਂ ਕੀਤਾ। ਦੂਸਰੀ ਗੱਲ ਇਹ ਆ ਸਰਦਾਰ ਸਾਹਿਬ, ਜਿਹੜੀ ਢਿੱਲੋਂ ਸਾਹਿਬ ਤੁਸੀਂ ਕਹਿੰਦੇ ਹੋ, RSS ਦਾ ਜੀ ਦਖਲਅੰਦਾਜ਼ੀ ਸਾਡੇ 'ਚ ਹੈ ਕਿੱਥੇ? ਨਹੀਂ, ਸਾਰੇ ਪਾਸੇ ਹੀ RSS ਦੀ ਦਖਲ, ਪਹਿਲਾਂ ਅੰਦਾਜ਼ੀ ਕਿਹੜਾ ਘੱਟ ਹੈ ਜੀ। RSS ਦੀਆਂ ਦਖਲਅੰਦਾਜ਼ੀਆਂ ਸੀ ਵੀ ਸਾਨੂੰ ਬਰਗਾੜੀ ਦਾ ਇਨਸਾਫ ਨਹੀਂ ਮਿਲ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲ ਰਿਹਾ, ਅਤੇ DGP ਜਿਹੜਾ ਹੈ ਸਾਡੇ ਸਿੱਖਾਂ ਦਾ ਕਾਤਲ ਸੀ ਸੁਮੇਧ ਸਿੰਘ ਸੈਣੀ ਲਾਇਆ ਜਾਂਦਾ, ਉਹ ਵੀ RSS ਦੀ ਮਰਜ਼ੀ ਸੀ। RSS ਦੀ ਉਹ ਮਰਜ਼ੀ ਸੀ ਜਿਹੜਾ ਸਾਨੂੰ ਇੱਥੇ ਇਜ਼ਹਾਰ ਆਲਮ ਨੂੰ ਟਿਕਟ ਦਿੱਤੀ ਮਲੇਰਕੋਟਲਾ, ਦੂਜੀ ਨੇ ਆਲਮ ਸੈਨਾ ਬੁਲਾ ਕੇ ਸਿੱਖ ਨੌਜਵਾਨਾਂ ਦਾ, ਖਾੜਕੂਆਂ ਦਾ, ਸਾਡੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ। ਉਹ ਸਾਰਾ ਕੁਛ ਸੀ ਜਿਹੜਾ ਸੀ। RSS ਨਾ BJP ਦਾ ਇੱਕ ਅੰਗ ਹੈ। ਸਰਕਾਰ ਤਾਂ ਅਕਾਲੀਆਂ ਦੀ ਸੀ ਉਦੋਂ, ਸਰਕਾਰ ਤਾਂ ਅਕਾਲੀਆਂ ਦੀ ਸੀ। ਜਿਹੜਾ ਬਹਿਮਲ ਕਲਾਂ ਦੀ ਗੱਲ ਕਰਦੇ ਹੋ, DGP ਸਮੇਤ ਸੈਣੀ ਨੂੰ ਲਾ ਦੇਣਾ, ਜਿਹੜੇ ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰੇ ਸੀ। ਤੁਸੀਂ ਆਲਮ ਦੀ ਗੱਲ ਕਰਦੇ ਹੋ, ਹਾਰ ਆਲਮ ਦੀ ਗੱਲ ਕਰਦੇ ਹੋ, ਉਦੋਂ ਵੀ ਤਾਂ ਅਕਾਲੀ ਦਲ ਦੇ ਵਿੱਚੋਂ ਟਿਕਟ ਦਿੱਤੀ ਆ, ਤੁਸੀਂ ਵੀ ਤਾਂ ਉਹਨਾਂ ਦੇ ਭਾਈਵਾਲ ਸੀ। ਮੈਂ ਉਹਦੇ ਲਈ ਮਾफ़ੀ ਮੰਗ ਚੁੱਕਿਆ ਜੀ, ਮੈਂ ਉਹਦੇ ਲਈ ਮਾफ़ੀ ਮੰਗ ਚੁੱਕਿਆ। ਮੈਂ ਕਿਹਾ ਸੰਗਤ ਨੂੰ, ਮੈਂ ਅੱਜ ਵੀ, ਮੈਂ ਤੁਹਾਡੇ ਕੋਲ ਜਦੋਂ ਵੀ ਮੈਂ ਕਿਤੇ ਮੇਰੇ 'ਤੇ ਸਵਾਲ ਉੱਠਦਾ, ਮੈਂ ਉਸੇ ਵੇਲੇ ਹੱਥ ਬੰਨ੍ਹ ਕੇ ਸੰਗਤ ਤੋਂ ਮਾफ़ੀ ਮੰਗਦਾ ਜੀ। ਮੈਂ ਬਿਲਕੁਲ ਨਾਲ ਸੀ, ਬੇਸ਼ੱਕ ਸਾਡੀ ਕੋਈ ਵਾਲੀ ਉਹਦੇ 'ਚ ਸੁਣਵਾਈ ਨਹੀਂ ਸੀ, ਪਰੰਤੂ ਅਸੀਂ ਉਸ ਸਿਸਟਮ ਦਾ ਅਸੀਂ ਅੰਗ ਸੀ ਜਿਹੜੇ ਸਿਸਟਮ ਨੇ ਮਾफ़ੀ ਬਿਨਾਂ ਮੰਗਿਆ, ਮਾਫ਼ੀ ਸਿੰਘ ਸਾਹਿਬ ਦੀ ਬਾਂਹ ਮਰੋੜ ਕੇ ਮਾਫ਼ੀ ਦਵਾਈ ਗਈ।
ਉਸ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ 90-91 ਲੱਖ ਦੇ ਇਸ਼ਤਿਹਾਰ ਸੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਦਿੱਤੇ ਗਏ। ਉਹ ਜਿਹੜੇ ਸਿਸਟਮ ਦੇ ਵਿੱਚ ਮੈਂ ਸਾਰੇ ਦੇ ਵਿੱਚ ਨਾਲ ਸੀ, ਉਹਦੇ ਵਾਸਤੇ ਮੈਂ ਬਾਰ-ਬਾਰ ਸੰਗਤ ਤੋਂ ਮੈਂ ਜਦੋਂ ਵੀ ਕਿਤੇ ਹੈ ਮੈਂ ਮਾਫੀ ਮੰਗਦਾ ਰਹੂੰ। ਮੈਂ ਤਾਂ ਇਹ ਵੀ ਕਹਿਣਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਸਾਨੂੰ ਕੋਈ ਜਿਹੜੀ ਕੋਈ ਸਜ਼ਾ ਹੈ ਇਸ ਬਾਰੇ ਜਿਹੜੀ ਹੈ ਸੇਵਾ ਹੈ ਜਦੋਂ ਵੀ ਲਾਵੇ, ਮੇਰੀ ਮਨ ਦੀ ਇੱਛਾ ਵੀ ਮੈਂ ਕਦੇ ਵੀ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਵਾਂ ਤੇ ਜਾ ਕੇ ਪੇਸ਼ ਹੋ ਕੇ ਜਿਹੜੀ ਮੈਂ ਆਪਣੀ ਸਮੂਲੀਅਤ ਜਿੰਨੀ ਕੁ ਸਾਡੀ ਸੀ ਉਹਦੇ ਮੁਤਾਬਕ ਜੋ ਵੀ ਸਾਨੂੰ ਸੇਵਾ ਲਾਊ ਅਕਾਲ ਤਖਤ ਸਾਹਿਬ ਤੋਂ ਮੇਰਾ ਮਨ ਹੈ ਵੀ ਅਸੀਂ ਜ਼ਰੂਰ ਸੇਵਾ ਜ਼ਰੂਰ ਲਵਾਵਾਂਗੇ ਜੀ। ਉਹਦੇ ਲਈ ਤਾਂ ਮੈਂ ਫਿਰ ਮਾਫੀ ਮੰਗਦਾ ਸੰਗਤ ਕੋਲੋਂ ਵੀ ਅਸੀਂ ਉਹਦੇ ਵਿੱਚ ਸੀ, ਮੈਨੂੰ ਗੁਰੂ ਮਹਾਰਾਜ ਮਾਫ ਕਰੇ, ਪਰੰਤੂ ਜੇ ਮੈਂ ਗਲਤੀ ਕੀਤੀ ਸੀ ਤਾਂ ਮੈਂ ਮਾਫੀ ਮੰਗਦਾ। ਅੱਜ ਮੈਂ ਕੌਮ ਦੇ ਨਾਲ ਖੜਾ ਜੀ, ਉਹ ਪਿਛਲੇ ਸਮੇਂ ਨੂੰ ਮੈਨੂੰ ਕੀ ਲੱਗਦਾ ਕੌਮ ਦੇ ਨਾਲ ਅੱਜ ਹੀ ਕਿਉਂ? ਪਹਿਲਾਂ ਕਿਤੇ ਕੁਰਸੀ ਦਿਖਦੀ ਸੀ ਜਾਂ ਫਿਰ ਪਹਿਲਾਂ ਕਿਤੇ ਦਬਾਇਆ ਜਾਂਦਾ ਸੀ ਬਲਦੇਵ ਸਿੰਘ ਜੁੰਗਾ ਨੂੰ, ਅੱਜ ਹੀ ਕਿਉਂ? ਜਾਂ ਫਿਰ ਅੱਜ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਤਾਂ ਕਰਕੇ ਬਲਦੇਵ ਸਿੰਘ ਜੁੰਗਾ ਉਹਨਾਂ ਤੋਂ ਪਾਸੇ ਇੱਕ ਹੋਰ ਰਸਤਾ ਲੱਭ ਰਹੇ ਨੇ? ਹਾਸੀਏ ਤੇ ਤਾਂ ਅਕਾਲੀ ਦਲ ਜੀ ਪਹਿਲੇ ਪਿੱਛਾ ਵੀ ਹਾਰ ਗਿਆ ਸੀ, ਕੋਈ ਰਸਤਾ ਹੋਰ ਲੱਭਿਆ ਨਹੀਂ, ਕੋਈ ਕਿਸੇ ਨਾਲ ਮੇਰੀ ਕੋਈ ਹੋਰ ਗੱਲ ਨਹੀਂ, ਬਾਤ ਨਹੀਂ ਹੈ। ਅਗਰ ਮੈਂ ਚਾਹੁੰਦਾ ਤਾਂ ਮੈਂ ਇਸ ਵਾਰ ਅਕਾਲੀ ਦਲ ਦੀ ਮਦਦ ਕਰ ਸਕਦਾ ਸੀ ਤੇ ਮੈਨੂੰ ਕੋਈ ਵੀ ਰੁਤਬਾ ਵੀ ਦਿੱਤਾ ਜਾ ਸਕਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ। ਐਸੀ ਕੋਈ ਗੱਲ ਨਹੀਂ ਹੈ। ਮੈਨੂੰ ਅਕਾਲੀ ਦਲ ਅੱਜ ਵੀ ਮੈਨੂੰ ਅਕਾਲੀ ਦਲ ਸੱਦਣ ਨੂੰ ਦੋਨੇ ਹੱਥੀਂ ਤਿਆਰ ਆ ਵੀ ਮੇਰੇ ਅਕਾਲੀ ਦਲ 'ਚ ਬਲਦੇਵ ਸਿੰਘ ਚੁੰਗਾ ਵਾਪਸ ਆਵੇ। ਦੇਖੋ ਜਦੋਂ ਬੰਦਾ ਕਿਤੇ ਵੀ ਕੰਮ ਕਰਦਾ ਨਾ ਢਿੱਲੋਂ ਸਾਹਿਬ, ਉਹਨੇ ਰੁਤਬੇ ਤਾਂ ਲੈਣੇ ਹੁੰਦੇ ਆ, ਉਹਦੀ ਨਿਗਾਹ ਵੀ ਹੁੰਦੀ ਆ, ਸਭ ਦੀ ਨਿਗਾਹ ਹੁੰਦੀ ਆ, ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ। ਮੈਂ ਜੇ ਕਹਾਂ ਨਾ ਵੀ ਮੈਂ ਚਾਹੁੰਦਾ ਨਹੀਂ ਸੀ, ਪਰ ਇਹ ਗੱਲ ਮੈਂ ਜ਼ਰੂਰ ਕਹਿਣਾ ਵੀ 40 ਸਾਲ 82 ਦੇ ਵਿੱਚ ਅਸੀਂ ਮੋਰਚੇ 'ਚ ਜਾਣ ਲੱਗੇ, 83 ਦੇ ਵਿੱਚ, ਉਦੋਂ ਤੋਂ ਲੈ ਕੇ ਥੋੜ੍ਹਾ ਕਦੇ ਘਟ ਕੇ ਕਦੇ ਵੱਧ ਕੇ ਅਕਾਲੀ ਦਲ ਨਾਲ ਸੰਬੰਧਿਤ ਰਹੇ। ਉਹਦਾ ਕਰਕੇ ਨਾ ਜਿਹੜਾ ਲੰਬਾ ਸਮਾਂ ਨਾਲ ਚੱਲਣ ਕਰਕੇ ਪਾਰਟੀ ਦੇ ਵਿੱਚ ਬੰਦਾ ਰਹਿੰਦਾ, ਜਦੋਂ ਉੱਥੇ ਤੋੜ ਵਿਛੋੜੇ ਲਈ ਕੋਈ ਉਹਦਾ ਬੰਦੇ ਨੂੰ ਨਾ ਕੋਈ ਚਾਹੀਦਾ ਮੁਹਾਜ ਮੇਰੇ ਵਰਗੇ ਨੂੰ ਵੀ ਕਦੋਂ ਉਹ ਸਿਸਟਮ ਆਵੇ, ਜਾਂ ਇਹ ਕਹਿ ਲਈਏ ਵੀ ਜਦੋਂ ਗੁਰੂ ਮਹਾਰਾਜ ਦੀ ਮਰਜ਼ੀ ਹੋਈ ਸੀ ਉਸ ਵੇਲੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਤਰਸ ਕੀਤਾ, ਜਦੋਂ ਅਸੀਂ ਮਾਫੀ ਵਾਰ-ਵਾਰ ਮੰਗਦੇ ਸੀ, ਮਹਾਰਾਜ ਨੂੰ ਅਰਦਾਸ ਕਰਦੇ ਸੀ ਮਹਾਰਾਜ ਕਰਾਓ ਕੁਛ, ਤਾਂ ਫਿਰ ਇਹ ਹੋਇਆ। ਜੇ ਅਕਾਲੀ ਦਲ ਹਾਸ਼ੀਏ ਤੇ ਜਾਣ ਵਾਲੀ ਗੱਲ ਹੁੰਦੀ ਤਾਂ ਅੱਜ 105 ਮੈਂਬਰਾਂ ਨੇ ਵੋਟਾਂ ਪਾਈਆਂ ਤਾਂ ਉਹਨਾਂ 'ਚੋਂ ਕਿੰਨੇ ਕੁ ਆ ਗਏ ਜੀ ਹਾਸ਼ੀਏ ਤੇ ਜਾਣ ਵਾਲੀ ਗੱਲ? ਉਹਨਾਂ ਵਾਸਤੇ ਵੀ ਤਾਂ ਹਾਸ਼ੀਏ ਤੇ ਹੀ ਗਿਆ ਹੋਇਆ ਅਕਾਲੀ ਦਲ, ਪਰੰਤੂ ਪਾਰਟੀ ਦੇ ਨਾਲ ਬੰਦੇ ਵੱਧ ਜਾਂਦੇ ਨੇ। ਦੂਸਰੀ ਗੱਲ ਇਹ ਵੀ ਸੀ ਵੀ ਪਾਰਟੀ ਨੇ ਟਿਕਟਾਂ ਦੇ ਕੇ ਸਾਨੂੰ ਨਵਾਜਿਆ ਹੋਇਆ ਸੀ, ਅਸੀਂ ਆਪੋਜੀਸ਼ਨ ਦੇ ਮੈਂਬਰ ਤਾਂ ਹੈ ਹੀ ਨਹੀਂ ਸੀ ਵੀ ਹਰ ਗੱਲ ਨੂੰ ਅਸੀਂ ਪੁੱਠੀ ਕਰਦੇ ਹੋਣੇ। ਪਰੰਤੂ ਮੈਂ ਤੁਹਾਨੂੰ ਸੱਚ ਕਹਿਣਾ ਢਿੱਲੋਂ ਸਾਹਿਬ, ਇਹ ਕਦੇ ਵੀ ਇਹ ਗੱਲ ਕਿਤੇ ਵੀ ਕੀਤੀ, ਅਸੀਂ ਅੰਦਰ ਬੈਠ ਕੇ ਰੌਲਾ ਪਾਉਂਦੇ ਸੀ, ਅਸੀਂ ਕਹਿੰਦੇ ਸੀ ਵੀ ਜੋ 328 ਸਰੂਪਾਂ ਵਾਲੀ ਗੱਲ ਹੈ ਉਹਨੂੰ ਕਲੀਅਰ ਕਰੋ ਸੰਗਤ ਦੇ ਵਿੱਚ ਜਾ ਕੇ। ਇਹ ਜਿਹੜਾ ਹੈ ਸਾਰਾ ਸਿਸਟਮ ਹੈ ਇਹਦੀ ਮਾਫੀ ਮੰਗੋ, ਜਾ ਕੇ ਸਿੱਧੇ ਤੌਰ ਦੇ ਉੱਤੇ ਮਾਫੀ ਮੰਗੋ ਵੀ ਸਾਡੀ ਸਰਕਾਰ ਦੇ ਵਿੱਚ ਸਾਤੋਂ ਗਲਤੀਆਂ ਹੋਈਆਂ ਨੇ। ਜਦੋਂ ਇਹ ਸਾਡੀ ਨਾ ਕਹਿੰਦਿਆਂ ਨਹੀਂ ਕਿਸੇ ਨੇ ਸੁਣਵਾਈ ਕਰੀ, ਨਹੀਂ ਕਿਸੇ ਨੇ ਪੁੱਛਿਆ ਦੱਸਿਆ, ਸੁਣਵਾਈ ਦਾ ਹੁਣ ਤੁਸੀਂ ਦੇਖ ਲਓ ਵੀ ਕਿੱਡਾ ਵੱਡੇ ਬੀਬੀ ਜਗੀਰ ਕੌਰ ਦੀ ਨਹੀਂ ਹੋਈ। ਜੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਕਹਿੰਦੇ ਆ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ। ਸੋ ਸੁਣਵਾਈ ਅਸੀਂ ਕੋਈ ਗੱਲ ਨਹੀਂ ਸੀ। ਹਾਸ਼ੀਏ ਤੇ ਜਾਣ ਵਾਲੀ ਅਕਾਲੀ ਦਲ ਨਹੀਂ ਹਾਸ਼ੀਏ ਤੇ ਗਿਆ, ਸਰਦਾਰ ਸੁਖਬੀਰ ਸਿੰਘ ਬਾਦਲ ਹਾਸ਼ੀਏ ਤੇ ਗਏ ਨੇ। ਅਕਾਲੀ ਦਲ ਕਿਹਾ ਕਿ ਅਸੀਂ 82 ਤੋਂ ਅਕਾਲੀ ਦਲ ਦੇ ਨਾਲ ਜੁੜਿਆ, ਫਿਰ ਅਕਾਲੀ ਦਲ ਤਾਂ ਕਾਫੀ ਬਣ ਗਏ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਰਿਹਾ, ਫਿਰ ਸੁਖਦੇਵ ਸਿੰਘ ਢੀਂਡਸਾ ਨੇ ਆਪਦਾ ਪਿਛਲੇ ਦਿਨਾਂ ਦੇ ਸਾਲਾਂ ਦੇ ਦੌਰਾਨ ਅਕਾਲੀ ਦਲ ਬਣਾ ਲਿਆ। ਉਸ ਤੋਂ ਬਾਅਦ ਉਹਦੇ ਵਿੱਚ ਬ੍ਰਹਮਪੁਰਾ ਸਾਹਿਬ ਆਉਂਦੇ ਨੇ, ਬੇਸ਼ੱਕ ਬ੍ਰਹਮਪੁਰਾ ਸਾਹਿਬ ਫਿਰ ਸੁਖਬੀਰ ਬਾਦਲ ਨਾਲ ਹੱਥ ਮਿਲਾ ਲੈਂਦੇ ਨੇ, ਪਰ ਅਕਾਲੀ ਦਲ ਤਾਂ ਕਾਫੀ ਬਣ ਗਏ ਨੇ। ਸੁਖਬੀਰ ਬਾਦਲ ਹੀ ਕਿਉਂ ਅਕਾਲੀ ਦਲ ਮੰਨਿਆ ਜਾਂਦਾ? ਨਹੀਂ ਸੁਖਬੀਰ ਬਾਦਲ ਨਹੀਂ ਜੀ, ਰੌਲਾ ਹੀ ਪ੍ਰੋਬਲਮ ਇਹੀ ਆ ਗਈ ਵੀ ਅਸੀਂ ਨਾ ਦੇਖੋ ਢਿੱਲੋਂ ਜੀ ਇਹ ਗੱਲ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਵੀ ਆਪਾਂ ਨੂੰ ਇਕੱਲਾ ਸ਼੍ਰੋਮਣੀ ਅਕਾਲੀ ਦਲ ਲਿਖਣਾ ਚਾਹੀਦਾ, ਜਿਹੜਾ ਬ੍ਰੈਕਟ 'ਚ ਅਸੀਂ ਬਾਦਲ ਲਿਖਦੇ ਹਾਂ ਇਹ ਸਾਨੂੰ ਲਿਮਟਿਡ ਨਹੀਂ ਕਰਨਾ ਚਾਹੀਦਾ। ਅਸੀਂ ਇਸ ਪਾਰਟੀ ਨਾਲ ਜਿਹੜਾ ਇਹ ਧਿਰਾ ਇਹਦੇ ਨਾਲ ਉਹਦੇ ਕੰਮ ਕਰਦੇ ਸੀ, ਅਸੀਂ ਉਹਦੇ ਨਾਲ ਹੀ ਤੁਰੇ ਆਏ। ਮੈਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਇੱਕ ਗੱਲ ਨੂੰ ਮੈਂ ਬੜੀ ਉਹਨਾਂ ਦੀ ਤਾਰੀਫ ਕਰਦਾ, ਦਾਦ ਦਿੰਦਾ ਇਹਦੇ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਵੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਮਰਦ ਵਿੱਚ ਰਹੇ, ਉਹ ਜ਼ੁਬਾਨ ਦੇ ਪੱਕੇ ਰਹੇ। ਉਹਨਾਂ ਨੇ ਥੁੱਕ ਕੇ ਜਿਹੜਾ ਸ਼ਬਦ ਆਪਾਂ ਵੀ ਚੱਟਿਆ ਨਹੀਂ ਹੈ, ਉਹਨਾਂ ਨੂੰ ਕਿਸੇ ਨੇ ਕਿਹਾ ਜਾਂ ਨਾ ਕਿਹਾ ਉਹ ਵਾਪਸ ਨਹੀਂ ਗਏ। ਬ੍ਰਹਮਪੁਰਾ ਸਾਹਿਬ ਨੇ ਬੜੇ ਮਾੜੇ ਸ਼ਬਦ ਵੀ ਤੁਹਾਡੀ ਪ੍ਰੈਸ ਦੇ ਵਿੱਚ ਬੋਲ ਦਿੱਤੇ ਸੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ, ਤੇ ਮਿੰਟ ਲਾਇਆ ਵਾਪਸ ਆਉਣ ਨੂੰ ਵੀ। ਉੱਥੇ ਜ਼ਰੂਰ ਲੱਗਦਾ ਹੁੰਦਾ ਵੀ ਬੰਦੇ ਦੇ ਆਪ ਦੇ ਨਿੱਜੀ ਹਿੱਤ ਹੁੰਦੇ ਆ, ਲਾਲਚ ਹੁੰਦੇ ਆ। ਮੇਰਾ ਲਾਲਚ ਨਿੱਜੀ ਤਾਂ ਹੁੰਦਾ ਜੇ ਮੈਂ ਅੱਜ ਕਿਸੇ ਕਹਿੰਦਾ ਸਮਝੌਤਾ ਕਰਦਾ ਅਕਾਲੀ ਦਲ ਨਾਲ ਵੀ ਮੈਨੂੰ ਆਹ ਕੁਛ ਬਣਾ ਦਿਓ ਤੇ ਮੈਂ ਅਕਾਲੀ ਦਲ ਨੂੰ ਵੋਟ ਕਰ ਦਿੰਦਾ, ਫਿਰ ਮੇਰੇ ਨਿੱਜੀ ਲਾਲਚ ਸੀ। ਬੰਦਾ ਲਾਲਚ ਵਾਸਤੇ ਨਹੀਂ, ਹਰ ਗੱਲ ਲਾਲਚ ਨਾਲ ਨਹੀਂ ਕੀਤੀ ਜਾ ਸਕਦੀ, ਕੁਛ ਗੱਲਾਂ ਸਿਧਾਂਤਾਂ ਨਾਲ ਵੀ ਕੀਤੀਆਂ ਜਾ ਸਕਦੀਆਂ ਨੇ। ਸੋ ਇਸ ਵਾਸਤੇ ਨਾ ਜਿਹੜੇ ਅਕਾਲੀ ਦਲ ਦੂਸਰੇ ਅਕਾਲੀ ਦਲ ਹੈ ਜੀ, ਉਹਨਾਂ ਦੀ ਕੋਈ ਇਸ ਵੇਲੇ ਕੋਈ ਬਾਹਲੀ ਹੋਂਦ ਨਹੀਂ ਹੈਗੀ। ਦੇਖੋ ਸੱਚ ਗੱਲ ਨੂੰ ਦੱਸਾਂ, ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਨੇ ਜਿਹੜੇ ਇਸ ਵੇਲੇ ਪੰਥ ਦੀ ਗੱਲ ਕਰਦੇ ਨੇ, ਤੇ ਅਸੀਂ ਮਾਨ ਸਾਹਿਬ ਨੂੰ ਇਸ ਵੇਲੇ ਵੋਟ ਕੀਤੀਆਂ ਜੀ। ਮੈਂ ਵੋਟਾਂ ਪਾਈਆਂ ਨੇ, ਮੇਰੇ ਪਿੰਡ 'ਚੋਂ ਆਪ ਦੇ 350 ਵੋਟ, ਉਹਨਾਂ ਨੂੰ ਸਾਰਿਆਂ ਨੂੰ ਜ਼ਿਆਦਾ ਵੋਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਈ ਹੈ ਜੀ। ਇਸ ਵਾਸਤੇ ਬੰਦਾ ਉੱਥੇ ਚੱਲਦੇ ਸੀ ਤਾਂ ਕਰਕੇ ਉੱਥੇ ਖੜੇ ਰਹੇ ਹਾਂ ਜੀ, ਹੋਰ ਕੋਈ ਗੱਲ ਨਹੀਂ ਸੀ ਐਸੀ ਗੱਲ। ਅਕਾਲੀ ਦਲ ਤਾਂ ਆਮ ਜੇ ਵੀ ਕਹਿ ਦਿੰਦੇ ਆ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਿਪਰੈਜ਼ੈਂਟ ਕਰਦਾ ਅਸਲ ਅਕਾਲੀ ਦਲ ਪੰਜਾਬ ਦੇ ਵਿੱਚ, ਆਪਾਂ ਉਹਨੂੰ ਹੀ ਕਹਿੰਦੇ ਆਂਗੇ। ਤੁਸੀਂ ਕਿਹਨੂੰ ਮੰਨਦੇ ਹੋ? ਹੁਣ ਤੁਸੀਂ ਕਿਹਨੂੰ ਮੰਨਦੇ ਹੋ ਅਸਲ ਅਕਾਲੀ ਦਲ ਕਿਹਨੂੰ ਮੰਨਦੇ ਹੋ? ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੱਥ ਆ।
ਨਹੀਂ, ਮੈਂ ਬਾਦਲ ਵਾਲੀ ਰੌਲਾ ਹੀ ਐਸੇ ਪ੍ਰੋਬਲਮ ਸਮੱਸਿਆ ਬਾਦਲ ਵਾਲੀ ਗੱਲ ਦੀ ਹੈ। ਅਕਾਲੀ ਦਲ ਤਾਂ ਅਕਾਲੀ ਦਲ ਹੈ, ਉਹ ਬਾਦਲ ਨਹੀਂ ਹੋਣਾ ਚਾਹੀਦਾ। ਉਹ ਸਾਰੇ ਨੇ, ਦੇਖੋ ਹਰ ਇੱਕ ਦਾ ਆਪਣਾ ਆਪਣਾ ਥਾਂ ਹੈ। ਸਿਮਰਜੀਤ ਸਿੰਘ ਮਾਨ ਸਾਹਿਬ ਦਾ ਆਪਣਾ ਥਾਂ, ਢੀਂਡਸਾ ਜੀ ਦਾ ਆਪਣਾ ਥਾਂ, ਸਿੰਘ ਸਾਹਿਬ ਨੇ ਭਾਈ ਰਣਜੀਤ ਸੋਰੀ, ਉਹ ਵੀ ਪੰਥ ਦੀ ਗੱਲ ਕਰਦੇ ਆ, ਉਹਨਾਂ ਦਾ ਆਪਣਾ ਥਾਂ। ਰੌਲਾ ਅਕਾਲੀ ਦਲ ਦੀ ਮਾੜਾ ਨਹੀਂ, ਅਕਾਲੀ ਦਲ ਕਦੀ ਨਾ ਮਾੜਾ ਹੋਇਆ, ਨਾ ਅੱਜ ਹੈ ਨਾ ਕੱਲ੍ਹ ਨੂੰ ਹੈ। ਰੌਲਾ ਇਹ ਵੀ ਜਿਹੜੀ ਅਕਾਲੀ ਦਲ ਦੀ ਬਾਂਗ ਡੋਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਣਜਾਣ ਨੇ। ਜਿੰਨਾ ਚਿਰ ਸਰਦਾਰ ਬਾਦਲ ਵੱਡੇ ਚਲਾਉਂਦੇ ਰਹੇ, ਉਦੋਂ ਚਾਹੇ ਕੁਛ ਵੀ ਹੁੰਦਾ ਸੀ ਇੰਟਰਨਲ, ਅੰਦਰ ਕੁਛ ਵੀ ਹੋ ਰਿਹਾ ਸੀ, ਬਾਹਰ ਕੁਛ ਨਹੀਂ ਸੀ ਐਸਾ ਹੁੰਦਾ। ਪਰ ਜਦੋਂ ਤੋਂ ਆਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਉਦੋਂ ਤੋਂ ਸਾਰੇ ਪਰੇਸ਼ਾਨ ਹੈ, ਵਰਕਰ ਪਰੇਸ਼ਾਨ ਹੈ। ਇਹ ਤਾਂ ਨਹੀਂ ਗੱਲ ਹੈਗੀ। ਜੇ ਪਰੇਸ਼ਾਨ ਨਾ ਹੁੰਦੇ, ਢਿੱਲੋਂ ਸਾਹਿਬ ਐਡੀ ਵੱਡੀ ਕੁਰਬਾਨੀ ਵਾਲੀ ਸੀਗੀ ਆਪਣੀ ਬੀਬੀ ਭੈਣ ਜੀ ਕਮਲਜੀਤ ਕੌਰ, ਜਿਹੜੇ ਰਾਜੋਆਣਾ ਸਾਹਿਬ ਦੇ ਭੈਣ ਜੀ ਨੇ, ਉਹ ਪਰਿਵਾਰ ਨੂੰ 45-46 ਹਜ਼ਾਰ ਹੀ ਵੋਟ ਪਈ। ਉਹਦਾ ਕਾਰਨ ਇਹੀ ਸੀ ਵੀ ਉਹਦੇ ਮਗਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਚੱਲ ਰਹੀ ਸੀ। ਅਗਰ ਕੋਈ ਉਹ ਨਾ ਹੁੰਦੇ, ਸੁਖਬੀਰ ਸਿੰਘ ਬਾਦਲ ਨਾ ਹੁੰਦੇ, ਤਾਂ ਉਹ ਬੀਬੀ ਨੂੰ ਬੜੀਆਂ ਵੋਟਾਂ ਪੈਣੀਆਂ ਸੀਗੀਆਂ। ਉਹ ਕੋਈ ਲੋਕ ਰਾਜੋਆਣਾ ਸਾਹਿਬ ਨਾਲ ਨਾਰਾਜ਼ ਨਹੀਂ, ਰਾਜੋਆਣਾ ਸਾਹਿਬ ਦੀ ਸਤਿਕਾਰ ਕਰਦੇ ਆਪਾਂ, ਤੁਸੀਂ ਮੈਂ ਸਾਰੇ ਸਿੱਖ ਸਤਿਕਾਰ ਕਰਦੇ ਹਾਂ। ਉਹਨਾਂ ਦੀ ਕੁਰਬਾਨੀ ਨੂੰ, ਇਹਨਾਂ ਸਿੰਘਾਂ ਨੂੰ, ਯੋਧਿਆਂ ਦੀ ਨੂੰ, ਚਾਹੇ ਹਵਾਰਾ ਜੀ ਹੋਣ, ਚਾਹੇ ਭੁੱਲਰ ਸਾਹਿਬ ਨੇ, ਭਿਉਰਾ ਜੀ, ਜਿਹੜੇ ਵੀ ਜਿੰਨੇ ਹੈ ਸਾਰੇ, ਲਖਵਿੰਦਰ ਸਿੰਘ ਹੋਰੀ ਜਿੰਨੇ ਵੀ ਬੈਠੇ ਆ, ਉਹਨਾਂ ਨੂੰ ਆਪਾਂ ਸਾਰਿਆਂ ਨੂੰ ਬਹੁਤ ਝੁੱਕ ਕੇ ਸਲਾਮ ਕਰਦੇ ਹਾਂ, ਅਦਬ ਕਰਦੇ ਹਾਂ ਉਹਨਾਂ ਦਾ। ਪਰੰਤੂ ਕਾਰਨ ਇਹ ਹੈ ਵੀ ਇਹਦੇ ਮਗਰ ਅਕਾਲੀ ਦਲ ਬਾਦਲ ਲੱਗ ਜਾਂਦਾ ਨਾ, ਉਹਦੇ ਪ੍ਰੋਬਲਮ ਆ ਜਾਂਦੀ। ਅਕਾਲੀ ਦਲ ਅੱਜ ਵੀ ਮਹਾਨ ਹੈ, ਕੱਲ੍ਹ ਨੂੰ ਵੀ ਮਹਾਨ ਰਹੂਗਾ। ਇਸੇ ਕਰਕੇ ਅਸੀਂ ਅਕਾਲੀ ਦਲ ਤੋਂ ਪਰੇ ਨਹੀਂ ਹੋਏ। ਸਾਡਾ ਰੌਲਾ ਤਾਂ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਿਸੇ ਨੂੰ ਵੀ ਉਹ ਬਣਾ ਦੇਣ। ਅਸੀਂ ਅੱਜ ਵੀ ਅਕਾਲੀ ਦੇ ਨਾਲ ਦੇ ਦਰਦ ਦੇ ਨਾਲ ਮੂਹਰੇ ਲੱਗ ਕੇ ਤੁਰਨ ਨੂੰ ਤਿਆਰ ਹਾਂ ਜੀ। ਚੁੰਗਾ ਸਾਹਿਬ, ਪਿਛਲੇ ਦਿਨ ਹੀ ਕਤਲ ਹੋ ਜਾਂਦਾ, ਡੇਰਾ ਪ੍ਰੇਮੀ ਦਾ ਕਤਲ ਹੋ ਜਾਂਦਾ। ਉਸ ਦੇ ਉੱਪਰ ਜਿਹੜੇ ਉਹਦੇ ਦੋਸ਼ੀ ਨੇ ਕਹਿੰਦੇ ਕਿ 24 ਘੰਟਿਆਂ ਦੇ ਵਿੱਚ ਕਾਫੀ ਕੁਝ ਲੱਭਿਆ ਗਿਆ ਹੈਗਾ, ਉਸ ਨੂੰ ਕਿਵੇਂ ਦੇਖਦੇ ਹੋ ਫਿਰ? ਇਹ ਜੀ ਜਿਹੜਾ ਡੇਰਾ ਪ੍ਰੇਮੀਆਂ ਦਾ ਕਤਲ ਹੋਇਆ ਰਿਹਾ ਨਾ ਜੀ, ਇਹਦਾ ਕਾਰਨ ਇਹ ਹੈ ਵੀ ਸਿੱਖਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਇਸ ਵੇਲੇ। ਜੇ 2015 ਤੋਂ ਬਾਅਦ ਇਹਨਾਂ ਨੂੰ ਫੜ ਕੇ ਫੌਰਨ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਬੀਜੇਪੀ ਦੀ ਸਰਕਾਰ ਸੀ, ਅੰਦਰ ਦਿੱਤੇ ਜਾਂਦੇ, ਜਿਹੜਾ ਕਿ ਜ਼ਾਹਰ ਕਰ ਦਿੱਤਾ ਸੀ ਕਟੜਾ ਸਾਹਿਬ ਦੀ ਸਿੱਟ ਨੇ ਵੀ ਇਹ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਇੱਥੋਂ ਉਠਾਇਆ, ਲੈ ਕੇ ਗਏ ਨੇ, ਚੋਰੀ ਕੀਤਾ, ਇਹਨਾਂ ਨੇ ਉਹਨਾਂ ਦੇ ਅੰਗ ਪਾੜ ਕੇ ਇਸ ਤਰ੍ਹਾਂ ਦੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਾਰਾ ਜਿਹੜਾ ਸੀ ਉਹ ਸਰੂਪ ਦੀ ਬੇਅਦਬੀ ਕੀਤੀ ਗਈ ਆ। ਉਹ ਜੇ ਉਸ ਵੇਲੇ ਫੜ ਕੇ ਇਹਨਾਂ ਨੂੰ ਅੰਦਰ ਕੀਤਾ ਹੁੰਦਾ, ਸਰਦਾਰ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ, ਉਦੋਂ ਜਿਹੜਾ ਇਹ ਫਿਰ ਰੌਲਾ ਹੀ ਨਹੀਂ ਸੀ ਪੈਂਦਾ ਜੀ। ਉਦੋਂ ਇਹ ਗੱਲ ਹੀ ਮੁੱਕ ਜਾਂਦੀ। ਇਹ ਜਦੋਂ ਨਹੀਂ ਕੀਤਾ ਤਾਂ ਇਹ ਆ ਜਿਹੜੇ ਉਹਦਾ ਪ੍ਰਤੀਕਰਮ ਹੈ। ਹਾਲਤ ਇਹ ਹੈ ਸਾਡੀ, ਇਕੱਲੀ ਪੰਜਾਬ ਦੀ ਨਹੀਂ ਬਈ, ਜੇ 2014 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭੁੱਲਰ ਸਾਹਿਬ ਬਾਰੇ, ਰਾਜੋਆਣਾ ਸਾਹਿਬ ਬਾਰੇ ਰਾਸ਼ਟਰਪਤੀ ਜੀ ਨੂੰ ਅਪੀਲਾਂ ਕਰਦੀ ਹੈ। ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਪਟੀਸ਼ਨਾਂ ਦਾਇਰ ਕੀਤੀਆਂ ਹੋਈਆਂ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਦੇ ਪੈਰਲਲ ਜਿਹੜੇ ਰਾਜੀਵ ਗਾਂਧੀ ਦੇ 6 ਕਾਤਲ ਅੰਦਰ ਸੀ, ਜਿਨ੍ਹਾਂ ਨੇ ਰਾਜੀਵ ਗਾਂਧੀ ਮਾਰਿਆ ਸੀ, ਉਹਨਾਂ ਨੂੰ ਜਿਹੜਾ ਹੈ ਹਾਈ ਕੋਰਟ, ਸੁਪਰੀਮ ਕੋਰਟ ਨੇ, ਸਾਡੇ ਮਾਨਯੋਗ ਸੁਪਰੀਮ ਕੋਰਟ ਹਿੰਦੁਸਤਾਨ ਦੀ, ਜਿੱਥੋਂ ਸਿੱਖਾਂ ਨੂੰ ਵੀ ਮੈਂ ਸਮਝਦਾ ਵੀ ਇਨਸਾਫ ਨਹੀਂ ਮਿਲ ਰਿਹਾ, ਉਹਨੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ, ਉਹਨਾਂ ਨੂੰ ਰਿਹਾ ਕਰ ਦਿੱਤਾ। ਤੇ ਅਸੀਂ ਜਦੋਂ ਸਿੱਖ ਕਹਿੰਦੇ ਆ ਜਾਂ ਪੰਜਾਬੀ ਕਹਿੰਦੇ ਨੇ ਵੀ ਸਾਡੇ ਬੰਦੀ ਸਿੰਘ ਆ, ਉਹਨਾਂ ਨੂੰ ਰਿਹਾ ਕਰੋ, ਤਾਂ ਉਹਦੇ ਵਾਸਤੇ ਜਿਹੜਾ ਹੈ ਹਿੰਦੁਸਤਾਨ ਦਾ ਕਾਨੂੰਨ ਇਹ ਕਹਿ ਦਿੰਦਾ ਵੀ ਜੇ ਇਹ ਛੱਡ ਦਿੱਤੇ ਤਾਂ ਇਹ ਬਾਹਰ ਆ ਕੇ ਜਿਹੜਾ ਇੱਥੇ ਰੌਲਾ ਰੱਟਾ ਪਊਗਾ, ਇੱਥੇ ਇਹ ਜਿਹੜਾ ਖਰਾਬ ਹੋ ਜੂ, ਇੱਥੋਂ ਦਾ ਜਿਹੜਾ ਹੈ ਵਾਤਾਵਰਨ ਆ ਉਹ ਰੌਲਾ ਪੈਂਦਾ। ਜਦੋਂ ਇਨਸਾਫ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ ਸਰ, ਉਦੋਂ ਫਿਰ ਜਿਹੜੀਆਂ ਐਸੀਆਂ ਗੱਲਾਂ ਹੋ ਜਾਂਦੀਆਂ ਨੇ, ਉਦੋਂ ਇਹ ਗੱਲਾਂ, ਇਹ ਜਿਹੜੇ ਕਤਲ ਹੋ ਰਹੇ ਨੇ, ਉਹ ਕਿਸੇ ਦਾ ਕੋਈ ਸ਼ੌਕ ਨਹੀਂ। ਅਗਰ ਇਹ ਬੰਦਿਆਂ ਨੂੰ ਇਹ ਲੈ ਕੇ ਜੀ, ਇਹ ਤਾਂ ਸਰਕਾਰ ਉਹਨਾਂ ਨੂੰ ਬਾਹਰ ਲਿਆਉਂਦੀ ਆ ਅਤੇ ਨਾਲ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੀ ਹੈਗੀ, ਪੁਲਿਸ ਦਿੰਦੀ ਹੈ, ਅਤੇ ਉਹ ਲੋਕ ਸਿੱਖਾਂ ਨੂੰ ਮੂੰਹ ਚੜਾਉਂਦੇ ਨੇ, ਆ ਕੇ ਸਿੱਖਾਂ ਦੇ ਮੂਹਰ ਦੀ ਲੰਘਦੇ ਨੇ ਦਿਖਾ ਕੇ, ਉਹਦਾ ਪ੍ਰਤੀਕਰਮ ਹੈ ਜੀ। ਉਹਦਾ ਕਰਕੇ ਫਿਰ ਇਹ ਹੋਣਾ ਹੀ ਸੀ, ਹੋਰ ਤਾਂ ਕੋਈ ਗੱਲ ਨਹੀਂ ਹੈ। ਰੋਸ ਦੇ ਵਿੱਚੋਂ ਕਤਲ ਹੋ ਰਿਹਾ। ਆਵਾਜ਼ ਤਾਂ ਉੱਠ ਖੜੀ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਇਲੈਕਸ਼ਨਾਂ ਤੋਂ ਪਹਿਲਾਂ ਵੀ ਉੱਠੀ ਆ, ਇਲੈਕਸ਼ਨਾਂ ਤੋਂ ਬਾਅਦ ਵੀ। ਹੁਣ ਧਾਮੀ ਸਾਹਿਬ SGPC ਦੇ ਪ੍ਰਧਾਨ ਬਣਦੇ ਨੇ ਤਾਂ ਫਿਰ ਵੀ ਆਵਾਜ਼ ਆ ਜਿਹੜੀ ਉਹ ਬਰਕਰਾਰ ਆ, ਕਹਿੰਦੇ ਕਿ ਬੰਦੀ ਸਿੰਘ ਰਿਹਾ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਬਿਲਕੁਲ। ਧਾਮੀ ਸਾਹਿਬ ਕਹਿੰਦੇ, ਧਾਮੀ ਸਾਹਿਬ ਬਹੁਤ ਸੁਸ਼ਰਤ ਸੱਜਣ ਨੇ, ਉਹ ਐਡਵੋਕੇਟ ਵੀ ਨੇ, ਆਪ ਉਹ ਬੜੇ ਸਿਆਣੇ ਸੱਜਣ ਨੇ, ਧੰਮਲ ਵਾਲੇ ਨੇ, ਬਹੁਤ ਵਧੀਆ ਇਮਾਨਦਾਰ, ਬੜੇ ਅੱਛਾ ਕੰਮ ਕਰਨ ਵਾਲੇ। ਉਹਨਾਂ ਨੂੰ ਪ੍ਰਧਾਨ ਸਾਹਿਬ ਦੀ ਮੈਂ ਬੜੀ ਰਿਸਪੈਕਟ ਕਰਦਾ ਨਿੱਜੀ ਤੌਰ ਦੇ ਉੱਤੇ। ਜੇ ਉਹ ਕਿਤੇ ਹੋ ਰਿਹਾ ਤਾਂ ਉਹ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਦਖਲਅੰਦਾਜ਼ੀ ਹੈ ਨਾ, ਉਹ ਡਿਸਟਰਬ ਕਰਨ ਦੀ ਹੈ ਸਿਸਟਮ ਨੂੰ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੋਈ ਵੀ ਨਹੀਂ ਚਾਹੁੰਦਾ ਵੀ ਮੈਂ ਆਪਦੇ ਮੱਥੇ ਦੇ ਉੱਤੇ ਕੋਈ ਕਲੰਕ ਲਵਾਵਾਂ। ਧਾਮੀ ਸਾਹਿਬ ਜ਼ੋਰ ਲਾ ਰਹੇ, ਕੋਸ਼ਿਸ਼ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹੁਤ ਚੰਗੀ ਗੱਲ ਆ। ਪਰ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ, ਉਦੋਂ ਅਸੀਂ ਦਵਿੰਦਰਪਾਲ ਭੁੱਲਰ ਨੂੰ ਨਾ ਇੱਥੋਂ ਦਿੱਲੀੋਂ ਲਿਆਉਣ ਵਾਸਤੇ ਇਹ ਕਹਿ ਦਿੱਤਾ ਸੀ ਵੀ ਜੇ ਪੰਜਾਬ ਆ ਗਿਆ ਤਾਂ ਇੱਥੋਂ ਦੇ ਹਾਲਾਤ ਜਿਹੜੇ ਖਰਾਬ ਹੋ ਜਾਣਗੇ। ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ ਤਾਂ ਬੀਬੀ ਖਾਲੜਾ ਦੇ ਉਲਟ ਐਸੇ ਬੀਬੀ ਜਗੀਰ ਕੌਰ ਨੂੰ ਖੜਾ ਕਰਕੇ ਅਸੀਂ ਬੀਬੀ ਖਾਲੜਾ ਦੀ ਕੁਰਬਾਨੀ ਨੂੰ ਤਹਿਸ਼ ਨਹਿਸ਼ ਕੀਤਾ। ਜਦੋਂ ਅਕਾਲੀ ਦਲ ਸੱਤਾ 'ਚ ਆਉਂਦਾ
ਤਾਂ ਐਸੇ ਹਲਕਾ ਭਦੌੜ ਦੇ ਉੱਤੋਂ ਸਰਦਾਰ ਸਰਬਜੀਤ ਸਿੰਘ, ਜਿਹੜੇ ਸਰਦਾਰ ਬੇਅੰਤ ਸਿੰਘ, ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਜਿਹੜੇ ਉਹਨਾਂ ਦੇ ਫਰਜ਼ੰਦ ਸੀ ਸਰਦਾਰ ਬੇਅੰਤ ਸਿੰਘ ਦੇ, ਉਹਨੂੰ ਵੀ ਇੱਥੋਂ ਅਕਾਲੀ ਦਲ ਨੇ ਹਰਾਇਆ ਸੀ। ਸੰਤ ਬਲਵੀਰ ਸਿੰਘ ਘੁੰਨਸ ਜਿੱਤਿਆ ਸੀ। ਅਸੀਂ ਬਹੁਤ ਜ਼ਿਆਦਾ ਮਹਿਸੂਸ ਕਰਦੇ ਹਾਂ ਵੀ 5-7 ਜਿਹੜੇ ਵੱਡੇ ਪਰਿਵਾਰ ਜਿਨ੍ਹਾਂ ਦੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਜੇ ਉਹ MLA ਬਣ ਜਾਣਗੇ, ਮੈਂਬਰ ਸ਼੍ਰੋਮਣੀ ਕਮੇਟੀ ਜਾਣਗੇ, MP ਬਣ ਜਾਣਗੇ, ਤਾਂ ਕਿਹੜੀ ਇੱਥੇ ਆਫਤ ਆ ਜਾਣੀ ਸੀ। ਸੋ ਇਸ ਵਾਸਤੇ ਨਾ ਜਿਹੜੀਆਂ ਸਾਰੀਆਂ ਗੱਲਾਂ ਕਰਕੇ ਇਹ ਜਿਹੜੇ ਤਕਲੀਫਾਂ ਕੱਟਣੀਆਂ ਪੈ ਰਹੀਆਂ ਅਕਾਲੀ ਦਲ ਦਾ, ਇਹ ਜਿਹੜਾ ਹਾਸੀਏ 'ਤੇ ਆਉਣਾ ਜਾਂ ਇਹ ਗੱਲਾਂ, ਇਹਦੇ ਵਿੱਚ ਸਾਰੀਆਂ ਗੱਲਾਂ ਹੀ ਇਹ ਕੰਮ ਕਰ ਰਹੀਆਂ ਨੇ। ਚੁੰਗਾ ਸਾਹਿਬ, ਅੰਮ੍ਰਿਤਪਾਲ ਆਉਂਦੇ ਨੇ, ਅੰਮ੍ਰਿਤਪਾਲ ਦੇ ਉੱਪਰ ਕਾਫੀ ਜਿਹੜੇ ਕਿ ਗੰਭੀਰ ਇਲਜ਼ਾਮ ਲਾਉਂਦੇ ਆ, ਜਿਵੇਂ ਹੁਣ ਸੂਰੀ ਦਾ ਕਤਲ ਹੋ ਜਾਂਦਾ, ਅੰਮ੍ਰਿਤਪਾਲ ਨੂੰ ਨਜ਼ਰਬੰਦ ਕਰ ਲਿਆ ਜਾਂਦਾ, ਕਿਹਾ ਜਾਂਦਾ ਕਿ ਅੰਮ੍ਰਿਤਪਾਲ ਆ ਜਿਹੜਾ ਉਹ ਉਸ 'ਤੇ ਭੜਕਾਊ ਭਾਸ਼ਣਾਂ ਕਰਕੇ ਸੂਰੀ ਦਾ ਕਤਲ ਹੋਇਆਗਾ ਅੰਮ੍ਰਿਤਸਰ ਦੇ ਵਿੱਚ। ਅਤੇ ਉੱਧਰੋਂ SGPC ਦੀਆਂ ਚੋਣਾਂ ਵੀ ਹੁੰਦੀਆਂ ਨੇ, ਅਤੇ ਬੀਬੀ ਜੰਗੀਰ ਕੌਰ ਵੀ ਖੜੀ ਹੁੰਦੀ ਹੈ ਪੈਰਲਰ 'ਤੇ। ਬੀਬੀ ਜੰਗੀਰ ਕੌਰ ਨੂੰ ਵੀ ਨਹੀਂ ਇਹ ਪਤਾ ਹੈਗਾ ਕਿ ਅੰਮ੍ਰਿਤਪਾਲ ਕੌਣ ਆ ਅੱਜ ਦੀ ਘੜੀ। ਤੁਸੀਂ ਕੀ ਮੰਨਦੇ ਹੋ ਇਸ ਚੀਜ਼ ਨੂੰ? ਦੇਖੋ, ਇੱਕ ਨਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੈ, ਗੁਰਬਾਣੀ ਦਾ ਇੱਕ ਅੰਮ੍ਰਿਤਮਈ ਬੋਲ ਹੈ ਬਈ, ਪੂਰਵ ਕਰਮ ਅੰਕਰ ਜਾ ਪ੍ਰਗਟੇ ਤੋ ਭੇਟਿਓ ਪੁਰਸ ਰਸਕ ਬੈ ਰਾਗੀ, ਮਿਟਿਓ ਦਿਆਇਲ ਮਿਰਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਤਬਦੀਲੀ ਕਦੋਂ ਵੀ ਮਨੁੱਖ ਦੇ ਵਿੱਚ ਆ ਸਕਦੀ ਹੈ। ਭੂਮੀਆਂ 'ਚ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲੇ ਆਉਂਦਾ, ਚੋਰੀ ਛੱਡ ਕੇ ਸਿੱਖ ਬਣ ਜਾਂਦਾ। ਭਾਈ ਸਾਹਿਬ ਬਾਬਾ ਬਿਧੀ ਚੰਦ ਸਾਹਿਬ ਜੀ ਚੋਰੀ ਕਰਦੇ ਨੇ, ਭੱਠ ਦੇ ਵਿੱਚ ਆ ਕੇ ਲੁਕਦੇ ਨੇ, ਗੁਰੂ ਕੇ ਸਿੱਖ ਬਣ ਜਾਂਦੇ ਨੇ। ਪਿਛਲਾ ਜੀਵਨ ਜਿਹੜਾ ਉਹ ਖਤਮ ਹੋ ਜਾਂਦਾ, ਜਿਹੜਾ ਨਵਾਂ ਜੀਵਨ ਸੀ ਉਹ ਸ਼ੁਰੂ ਹੋ ਜਾਂਦਾ। ਵੈਸੇ ਵੀ ਸਾਡੇ ਗੁਰਸਿੱਖੀ ਦੇ ਵਿੱਚ ਅਸੀਂ ਇਹ ਮੰਨਦੇ ਨੇ ਵੀ ਜਦੋਂ ਕੋਈ ਆਮ ਬੰਦਾ ਸਾਡੇ ਵਰਗਾ ਅੰਮ੍ਰਿਤ ਛਕ ਲੈਂਦਾ, ਉਹਦਾ ਪਿਛਲਾ ਜੀਵਨ ਆ ਜਿਹੜਾ ਉਹ ਖਤਮ ਹੋ ਜਾਂਦਾ, ਨਵਾਂ ਜੀਵਨ ਆ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰੇ ਜਨਮ ਹੋ ਜਾਂਦਾ। ਭਾਈ ਅੰਮ੍ਰਿਤਪਾਲ ਸਿੰਘ ਦੀ ਤੇ ਸਤਿਗੁਰੂ ਦੀ ਬਹੁਤ ਜ਼ਿਆਦਾ ਵੱਡੀ ਕਿਰਪਾ ਹੈ। ਸੱਚ ਸੁੱਚ ਦੀ ਗੱਲ ਕਰਦਾ ਹੈ, ਕੋਈ ਭੜਕਾਊ ਭਾਸ਼ਣ ਦਿੰਦਾ। ਭੜਕਾਊ ਭਾਸ਼ਣ ਤਾਂ ਜਿਹੜਾ ਉਹ ਸੁਧੀਰ ਸੂਰੀ ਜਿਹੜੇ ਨੂੰ ਸੋਧਿਆ ਸਿੰਘ ਨੇ ਉਹ ਦਿੰਦਾ ਸੀ, ਜਿਹੜਾ ਸਾਡੀਆਂ ਮਾਵਾਂ ਭੈਣਾਂ ਨੂੰ ਵੀ ਹਰ ਮਾੜੇ ਤੋਂ ਮਾੜੇ ਸ਼ਬਦ ਬੋਲਦਾ ਸੀ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਨੂੰ ਵੀ ਅੱਤਵਾਦੀ ਕਹਿੰਦਾ ਸੀ, ਮਾੜੇ ਤੋਂ ਮਾੜੇ ਸ਼ਬਦ ਬੋਲਦਾ ਸੀ। ਅਤੇ ਉਹ ਆ ਜਿਹੜੇ ਉਹਦੇ ਮੌਤ ਦੇ ਉੱਤੇ ਇੱਕ ਉਹਨਾਂ ਦਾ ਨੌਜਵਾਨ ਉੱਠ ਕੇ ਕਹਿੰਦਾ ਵੀ ਸਰਦਾਰਾਂ ਨੂੰ ਅਸੀਂ ਘਰੋਂ ਕੱਢ ਕਿਵੇਂ ਮਾਰਾਂਗੇ, ਉਹ ਭੜਕਾਊ ਭਾਸ਼ਣ ਹੈ। ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕਦੇ ਨਹੀਂ ਕਿਹਾ ਵੀ ਫਲਾਣੇ ਨੂੰ ਘਰੋਂ ਕੱਢ ਕੇ ਮਾਰ ਦਿਓ। ਅੰਮ੍ਰਿਤਪਾਲ ਸਿੰਘ ਸੱਚ ਬੋਲਦਾ, ਸੱਚ ਇਹਨਾਂ ਨੂੰ ਚੁੱਭਦਾ, ਸੱਚ ਏਜੰਸੀਆਂ ਨੂੰ ਤਕਲੀਫ ਦਿੰਦਾ। ਸੋ ਹੁਣ ਵੀ ਜਿਹੜੇ ਕਿੰਨੇ ਨੇ ਬੈਠੇ ਜੀ, ਇਹ ਕੀ ਕਰਦੇ ਨੇ, ਜਿਹੜਾ ਸਿੱਖਾਂ ਨੂੰ ਗਾਲਾਂ ਕੱਢਦਾ, ਜਦੋਂ ਉਹਨੂੰ ਕੋਈ ਚੈਲੰਜ ਕਰ ਦਿੰਦਾ ਵੀ ਤੈਨੂੰ ਬੰਦੇ ਦਾ ਪੁੱਤ ਬਣਾ ਦੇਂਗੇ, ਉਹਦੇ ਨਾਲ 10 ਗਨਮੈਨ ਸਰਕਾਰ ਲਾ ਦਿੰਦੀ ਆ। ਮੈਂ ਤਾਂ ਕਹਿੰਦਾ ਵੀ ਸਰਕਾਰ ਨੂੰ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਬੋਲਦੇ ਆ ਦੇ ਦੇਣ। ਸਿੱਖਾਂ ਦੇ ਨਾਲ ਕਿਹੜੇ ਗੁਰਸਿੱਖ ਦੇ ਨਾਲ, ਅੰਮ੍ਰਿਤਪਾਲ ਦੇ ਨਾਲ ਕਿਹੜੇ ਗਨਮੈਨ ਲਾ ਦਿੱਤੇ ਆ। ਅੰਮ੍ਰਿਤਪਾਲ ਨੂੰ ਹਰ ਰੋਜ਼ 10 ਕਹਿੰਦੇ ਨੇ ਇਹਦੇ 'ਤੇ ਸੋਸ਼ਲ ਮੀਡੀਆ 'ਤੇ ਮਾਰ ਦੇਣਾ, ਇਹ ਭੜਕਾਊ ਕਰਦਾ। ਇੱਕ ਵੀ ਗੱਲ ਕੋਈ ਬੰਦਾ ਨੋਟ ਕਰਾ ਦੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ, ਜਿਨ੍ਹਾਂ ਨੂੰ ਇਹ ਸੂਰੀ ਵਰਗੇ ਮਾੜੇ ਸ਼ਬਦ ਬੋਲਦੇ ਸੀ, ਉਹਨਾਂ 'ਤੇ ਇੱਕ ਵੀ FIR ਲੌਜ ਨਹੀਂ ਸੀ। ਉਦੋਂ ਵੀ ਇਹ ਲੋਕ ਕਹਿੰਦੇ ਰਹੇ ਕਾਂਗਰਸ ਦਾ ਪਲਾਂਟ ਕੀਤਾ ਹੋਇਆ। ਅੱਜ ਵੀ ਜੇ ਇੱਕ ਨੌਜਵਾਨ ਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇ ਰਿਹਾ, ਅੰਮ੍ਰਿਤ ਛਕਾਉਣ ਦੀ ਗੱਲ ਕਰ ਰਿਹਾ, ਕਦੇ ਅੰਮ੍ਰਿਤ ਛਕਾਉਣ ਨੂੰ ਈਵੈਂਟ ਦਾ ਸ਼ਬਦ ਦਿੱਤਾ ਜਾਂਦਾ ਗਾ, ਉਸ ਨੂੰ ਇਨਸਲਟ ਕਰਨ ਵਾਸਤੇ ਈਵੈਂਟ ਦੇ ਵਰਗੇ ਸ਼ਬਦ ਦਿੱਤੇ ਜਾਂਦੇ ਆ। ਕਦੇ ਕਿਹਾ ਜਾਂਦਾ ਉਹ ਭੜਕਾਊ ਗੱਲ ਕਰਦਾ, ਉਹ ਕੋਈ ਭੜਕਾਊ ਗੱਲ ਨਹੀਂ ਕਰਦਾ, ਉਹ ਜੁਰਤ ਨਾਲ ਗੱਲ ਕਰਦਾ, ਉਹ ਸੱਚ ਦੀ ਗੱਲ ਕਰਦਾ। ਇਸੇ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਹੈ, ਅੱਜ ਅੰਮ੍ਰਿਤਪਾਲ ਸਿੰਘ ਆਵਾਜ਼ ਮਾਰੇ ਤਾਂ ਮੈਂ ਸਮਝਦਾ ਵੀ ਉਸ ਦਿਨ ਜਿਸ ਦਿਨ ਨਜ਼ਰਬੰਦ ਕਰਿਆ, ਹਜ਼ਾਰਾਂ ਨੌਜਵਾਨ ਆ ਜਿਹੜੇ ਉੱਥੇ ਰਾਤ ਨੂੰ ਇਕੱਠੇ ਹੋ ਗਏ ਸੀ। ਸਰਕਾਰ ਚਾਹੁੰਦੀ ਨਹੀਂ ਸੀ ਇਹਨਾਂ ਦੀ ਨਜ਼ਰਬੰਦੀ, ਉੱਥੇ ਇਹਨਾਂ ਨੂੰ ਘੇਰ ਕੇ ਰੱਖਣਾ ਚਾਹੁੰਦੀ ਸੀ, ਪਰ ਉਹ ਨੌਜਵਾਨਾਂ ਦੀ ਜਦੋਂ ਦੇਖਿਆ ਵੀ ਬਹੁਤ ਸੰਗਤ ਹੈ ਜਿਹੜੀ ਪੰਜਾਬ ਦੇ ਲੋਕ ਆਉਣੇ ਸ਼ੁਰੂ ਹੋ ਗਏ ਨੇ ਸਿੰਘਾਂ ਵਾਲੇ 'ਚ, ਸਰਕਾਰ ਨੂੰ ਨਜ਼ਰਬੰਦੀ ਉਠਾਉਣੀ ਪਈ। ਸੋ ਮੈਂ ਅੰਮ੍ਰਿਤਪਾਲ ਸਿੰਘ ਨੂੰ ਐਪਰੀਸ਼ੀਏਟ ਕਰਦਾ, ਮੈਂ ਉਹਨਾਂ ਨੂੰ ਮਿਲਦਾ ਵੀ ਰਹਿੰਦਾ। ਮੈਨੂੰ ਕੋਲ ਕੱਲ੍ਹ ਉਹਨਾਂ ਨਿੱਜੀ ਤੌਰ ਦੇ ਉੱਤੇ ਉਹਨਾਂ ਦੇ ਪਿੰਡ ਜੱਲੂਪੁਰ ਖੇੜੇ ਜਾ ਕੇ ਆਇਆ। ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਇੱਕ ਨੌਜਵਾਨ ਆਗੂ ਆਪਾਂ ਨੂੰ ਮਿਲਿਆ, ਇਹਨੂੰ ਸੰਭਾਲ ਕੇ ਰੱਖਣਾ ਕੌਮ ਦੀ ਜ਼ਿੰਮੇਵਾਰੀ ਹੈ, ਨੌਜਵਾਨਾਂ ਦੀ ਜ਼ਿੰਮੇਵਾਰੀ ਹੈ। ਅੰਮ੍ਰਿਤ ਛਕੋ, ਜਿਹੜੀ ਗੱਲ ਉਹਦਾ ਅਸਲ ਫੰਕਸ਼ਨ ਹੈ ਉਹ ਅੰਮ੍ਰਿਤ ਛਕਣ ਵਾਸਤੇ ਕਹਿੰਦਾ, ਬਹੁਤ ਚੰਗੀ ਗੱਲ ਹੈ ਅੰਮ੍ਰਿਤ ਛਕਣਾ ਜੀ, ਕੋਈ ਭੜਕਾਊ ਭਾਸ਼ਣ ਥੋੜ੍ਹਾ। ਅੰਮ੍ਰਿਤਪਾਲ ਸਿੰਘ ਆਜ਼ਾਦੀ ਦੀ ਗੱਲ ਕਰਦਾ, ਬਲਦੇਵ ਸਿੰਘ ਚੁੰਗਾ ਵੀ ਕਰਦੇ ਨੇ। ਬਿਲਕੁਲ ਜੀ, ਜੇ ਸਾਡੇ 'ਤੇ ਆਜ਼ਾਦੀ ਹੁੰਦੀ ਤਾਂ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਜੇ ਆਜ਼ਾਦੀ ਹੁੰਦੀ ਸਾਡੇ 'ਤੇ, ਇਹਨਾਂ ਨੂੰ ਲਿਆ ਕੇ ਗਨਮੈਨ ਦੇ ਦਿੱਤੇ ਜਾਂਦੇ ਆ। ਪੰਜਾਬ ਜਿਹਦੀ ਮਰਜ਼ੀ ਆ, ਪੰਜਾਬ 'ਚ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ, ਇਹ ਧਰਤੀ ਦੇ ਉੱਤੇ ਸਾਡੇ ਗੁਰੂਆਂ ਸਾਹਿਬਾਨ ਨੇ ਕੁਰਬਾਨੀਆਂ ਕੀਤੀਆਂ, ਸਾਡੇ ਸਿੱਖ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ। ਅਸੀਂ ਹਿੰਦੁਸਤਾਨ ਦੀ ਜੰਗੇ ਆਜ਼ਾਦੀ ਦੇ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਹਿੱਸਾ ਪਾਇਆ। ਉਹਦੇ ਉਲਟਾ ਮਿਲਦਾ ਕੀ ਆ, ਜੇ ਕਿਸੇ ਗੁਰਸਿੱਖ ਕੋਲੋਂ ਕੋਈ ਸਾਹਿਤ ਮਿਲ ਜਾਂਦਾ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੀ ਕਿਤਾਬ ਮਿਲ ਜਾਵੇ, ਉਹਦੇ ਘਰੋਂ ਕੋਈ ਲਿਟਰੇਚਰ ਮਿਲ ਜੇ, ਜਿਮੀ ਜੋਹਲ ਵਰਗੇ ਜਿਹੜੇ ਅੰਦਰ ਆ ਮੁੰਡਾ ਕੀ ਆ ਜਿਮੀ,
ਉਹ ਉਹੋ ਜਿਹੇ ਬੰਦੇ 5-5 ਸਾਲਾਂ ਤੋਂ ਅੰਦਰ ਬੈਠੇ ਆ ਜੀ, ਫਿਰ ਹੋਰ ਸਿੱਖ ਕਰਨ ਕੀ, ਫਿਰ ਆਜ਼ਾਦੀ ਦੀ ਗੱਲ ਹੀ ਕਰਨਗੇ। ਮੈਂ ਵੀ ਇਸ ਹੱਕ ਦੇ ਵਿੱਚ ਹਾਂ ਵੀ ਇਹ ਜ਼ਰੂਰ ਕੌਮ ਨੂੰ ਕਦੇ ਇੱਕ ਗੱਲ ਮੇਰੀ ਹੋਰ ਸੁਣ ਲਓ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਗੱਲ ਕਹੀ ਸੀ ਆਪਦੇ ਉਸ ਦੇ ਉੱਤੇ ਦੀਵਾਨ 'ਚ ਕਹਿੰਦੇ ਹੁੰਦੇ, ਅੱਜ ਵੀ ਉਹਨਾਂ ਦੀ ਟੇਪਾਂ ਮੌਜੂਦ ਨੇ। ਉਹ ਕਹਿੰਦੇ ਵੀ ਜਿਸ ਦਿਨ ਫੌਜ ਦੇ ਉੱਤੇ ਫੌਜ ਦਰਬਾਰ ਸਾਹਿਬ ਦੇ ਵਿੱਚ ਆ ਗਈ, ਉਸ ਦਿਨ ਖਾਲਿਸਤਾਨ ਦੀ ਨੀਂਹ ਹੈ ਜਿਹੜੀ ਉਹ ਰੱਖੀ ਜਾਊ। ਅਜੇ ਨੀਤੀ ਖੜੀ ਹੈ, ਗੱਲ ਕਈ ਦੁਕਾਨ ਵਧੀ ਹੈ। ਮੈਂ ਜਿਹੜੀ ਉਹ ਨੀਂਹ ਰੱਖ ਕੇ ਗਏ ਨੇ, ਅੱਜ ਆ ਨੀਂਹ ਦੇ ਉੱਤੇ ਆ ਜਿਹੜੇ ਦੀਵਾਰਾਂ ਨੇ ਜਿਹੜੀਆਂ ਅੰਮ੍ਰਿਤਪਾਲ ਸਿੰਘ ਵਰਗੇ ਯੋਧੇ ਇੱਥੇ ਆ ਰਹੇ ਨੇ, ਇਹ ਉਹ ਨੀਂਹ ਦੇ ਉੱਤੇ ਹੀ ਆ ਰਹੇ ਨੇ। ਪਰ ਸਮਾਂ ਮੁਲਕ ਨੂੰ ਆਜ਼ਾਦ ਮੁਲਕ ਨਵਾਂ ਬਣਾਉਣ ਲਈ ਸਦੀਆਂ ਲੱਗ ਜਾਂਦੀਆਂ ਹੁੰਦੇ ਨੇ ਰਾਜ ਲੈਣ ਵਾਸਤੇ। ਸੋ ਇਹਦੇ ਤੇ ਵਰਕ ਹੋ ਰਿਹਾ। ਕਦੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਚਾਹੁਣ, ਹਿੰਦੁਸਤਾਨ ਬਹੁਤ ਵੱਡਾ, ਰਸ਼ੀਆ ਬਹੁਤ ਵੱਡਾ ਸੀ, ਜਦੋਂ ਟੋਟੇ ਹੋਏ ਤਾਂ 20 ਟੋਟਿਆਂ ਦੇ ਵਿੱਚ ਵੰਡਿਆ ਗਿਆ, 20 ਮੁਲਕ 21 ਮੁਲਕ ਬਣ ਗਏ ਰਸ਼ੀਆ ਦੇ, ਜਿਹੜਾ ਦੁਨੀਆ ਦੀ ਬੈਲ ਪਾਵਰ ਸੀ, ਸਖਤ ਪਾਵਰ, ਸੁਪਰ ਪਾਵਰ ਸੀ। ਤੇ ਹਿੰਦੁਸਤਾਨ ਦੀ ਤਾਂ ਕੋਈ ਬਾਹਲੀ ਵੱਡੀ ਗਿਣਤੀ ਨਹੀਂ ਹੁੰਦੀ। ਸੋ ਜ਼ਰੂਰ ਮਹਾਰਾਜ ਕਿਰਪਾ ਕਰਨਗੇ। ਮੈਂ ਉਸ ਗੱਲ ਦਾ ਬਿਲਕੁਲ ਹਾਮੀ ਹਾਂ ਵੀ ਸਿੱਖ ਆਜ਼ਾਦ ਨਹੀਂ ਹੈਗੇ। ਇਹ ਜੇ ਆਜ਼ਾਦ ਹੁੰਦੇ ਤਾਂ ਸਾਡੇ ਨਾਲ ਜੋ ਕੁਛ ਹੋ ਰਿਹਾ ਇਹ ਆਜ਼ਾਦ ਸ਼ਹਿਰੀਆਂ ਦੇ ਨਾਲ ਕਦੇ ਵੀ ਨਹੀਂ ਹੁੰਦਾ ਹੈ ਜੀ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇਸ ਵਕਤ ਪੰਜਾਬ ਦੇ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਕਰੀ ਆ। ਜਿਵੇਂ ਪਹਿਲਾਂ ਹੀ ਦੱਸਿਆ ਸੀ ਕਿ ਖਾਸ ਕਰਕੇ ਜਿਹੜੀ ਇਹ ਮੁਲਾਕਾਤ ਆ, ਇਹ ਮੁਲਾਕਾਤ ਹੋਊਗੀ ਸਿੱਖ ਸਿਧਾਂਤਾਂ ਦੇ ਉੱਪਰ, ਸਿੱਖ ਸਿਧਾਂਤਾਂ ਦੇ ਮੁੱਦਿਆਂ ਦੇ ਉੱਪਰ। SGPC ਦੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਕਰੀ ਆ। ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਕੀ ਸੋਚਦੇ ਨੇ ਬਲਦੇਵ ਸਿੰਘ ਜੁੰਗਾ, ਇਸ ਦੇ ਬਾਰੇ ਵੀ ਗੱਲਬਾਤ ਕਰੀ ਆ। ਅਤੇ ਜਿਹੜਾ ਪਿਛਲੇ ਦਿਨੀ ਕਤਲ ਹੋ ਜਾਂਦੇ ਨੇ, 2 ਕਤਲ ਹੁੰਦੇ ਨੇ, ਸੁਧੀਰ ਸੂਰੀ ਦਾ ਅਤੇ ਇੱਕ ਸੌਦਾ ਸਾਧ ਦਾ ਜਿਹੜਾ ਪ੍ਰੇਮੀ ਹੁੰਦਾ, ਉਸ ਦਾ ਕਤਲ ਹੁੰਦਾ। ਤਾਂ ਉਸ ਨੂੰ ਲੈ ਕੇ ਅਸੀਂ ਜਿਹੜੀ ਇਹ ਮੁਲਾਕਾਤ ਕਰੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਫੇਰ ਕਿਸੇ ਦਿਨ ਮਿਲਦੇ ਹਾਂ ਕਿਸੇ ਨਵੇਂ ਮੁੱਦੇ ਦੇ ਉੱਪਰ, ਨਵੀਂ ਗੱਲਬਾਤ ਦੇ ਉੱਪਰ। ਜੁੰਗਲ ਸਾਹਿਬ, ਸਵਾਲ ਉੱਥੋਂ ਹੀ ਸ਼ੁਰੂ ਹੁੰਦਾ, ਇਲੈਕਸ਼ਨ ਹੋਏ ਨੇ, ਇਲੈਕਸ਼ਨਾਂ ਦੇ ਵਿੱਚ ਬੀਬੀ ਵੱਡੇ ਵਾਅਦੇ ਕਰਦੀ ਸੀ ਕਿ ਇਸ ਵਾਰ ਜਿੱਤ ਜਾਾਂਗੇ, ਇਸ ਵਾਰ ਪ੍ਰਧਾਨ ਬਣ ਜਾਾਂਗੇ, ਲਿਫਾਫੇ ਦੇ ਵਿੱਚੋਂ ਕੋਈ ਪ੍ਰਧਾਨ ਨਹੀਂ ਨਿਕਲੂ। ਬੀਬੀ ਹਾਰ ਜਾਂਦੀ ਆ ਤੇ ਹਰਜਿੰਦਰ ਸਿੰਘ ਧਾਮੀ ਫਿਰ ਪ੍ਰਧਾਨ ਬਣ ਜਾਂਦੇ ਨੇ। ਕੀ ਲੱਗਦਾ? ਸ਼੍ਰੋਮਣੀ ਅਕਾਲੀ ਦਲ ਨੂੰ ਤਕਰੀਬਨ 5-6 ਦਿਨ ਪਹਿਲਾਂ ਜਿਹੜਾ ਹੈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੋ ਪਹਿਲਾਂ ਵੀ ਪ੍ਰਧਾਨ ਸਨ, ਉਹਨਾਂ ਦਾ ਨਾਂ ਅਨਾਊਂਸ ਕੀਤਾ। ਉਹ ਜਿਹੜਾ ਲਿਫਾਫਾ ਕਲਚਰ ਸੀ, ਇਹ ਗੱਲ ਬਿਲਕੁਲ ਸੱਚੀ ਆ ਵੀ ਬੀਬੀ ਜਗੀਰ ਕੌਰ ਨੇ ਉਹਨੂੰ ਚੈਲੰਜ ਕੀਤਾ ਤੇ ਉਹ ਜਿਹੜਾ ਹੈ ਖਤਮ ਕੀਤਾ। ਇਹਦੇ ਵਾਸਤੇ ਬੀਬੀ ਨੂੰ ਦਾਦ ਦੇਣੀ ਬਣਦੀ। ਬੀਬੀ ਜਗੀਰ ਕੌਰ ਤਾਂ ਇਹ ਵੀ ਕਹਿੰਦੀ ਨਜ਼ਰ ਆਈ ਕਿ ਮੈਂ ਵੀ ਲਿਫਾਫੇ 'ਚੋਂ ਨਿਕਲਦੀ ਰਹੀ ਹਾਂ। ਇੱਕਦਮ ਹੀ ਕਿਉਂ ਯਾਦ ਆਇਆ ਕਿ ਇੱਕ ਲਿਫਾਫਾ ਕਲਚਰ ਜਿਹੜਾ ਉਸ ਨੂੰ ਖਤਮ ਕਰਨਾ ਚਾਹੀਦਾ? ਦੇਖੋ ਐਂ ਹੁੰਦਾ ਜੀ, ਆਮ ਇੱਕ ਸਾਡਾ ਸ਼ਬਦ ਆ ਵੀ ਦੇਰ ਆਏ ਦਰੁਸਤ ਆਏ, ਹੈ ਨਾ। ਬਲਦੇਵ ਸਿੰਘ ਚੁੰਗਾ ਵੀ ਇੱਕ ਟਾਈਮ ਦੇ ਲਈ ਬਾਗੀ ਹੁੰਦੇ ਨੇ, ਸੁਖਬੀਰ ਬਾਦਲ ਦੇ ਬਿਆਨਾਂ ਤੋਂ ਉਲਟ ਬਿਆਨ ਦਿੰਦੇ ਨੇ ਬਲਦੇਵ ਸਿੰਘ ਚੁੰਗਾ, ਪਰ ਫਿਰ ਕਿਤੇ ਨਾ ਕਿਤੇ ਜਾ ਕੇ ਬਲਦੇਵ ਸਿੰਘ ਚੁੰਗਾ ਦੇ ਦਿਲ 'ਚ ਕਿਉਂ ਨਹੀਂ ਆਈ ਇਹ ਗੱਲ? ਕਿਹੜੀ ਜੀ? ਪਰ ਅਸੀਂ ਬੀਬੀ ਜੀ ਦੇ ਨਾਲ ਇਸ ਵਾਰ ਅਸੀਂ ਡਟ ਕੇ ਖੜੇ ਹਾਂ। ਉਹਨਾਂ ਦੀ ਪੂਰੀ ਡਟ ਕੇ ਮਦਦ ਕੀਤੀ ਹੈ ਬੀਬੀ ਜਗੀਰ ਕੌਰ ਦੀ। ਇਹ ਵੀ ਇਲਜ਼ਾਮ ਲੱਗਦੇ ਨੇ ਕਿ ਬੀਬੀ ਜਗੀਰ ਕੌਰ ਦੇ ਪਿੱਛੇ RSS ਖੜੀ ਆ। ਪਿੱਛੇ ਜੇ ਪ੍ਰੈਸ ਕਾਨਫਰੰਸ ਹੁੰਦੀ ਆ ਅਕਾਲੀ ਦਲ ਦੀ, ਤਾਂ ਉਹਦੇ ਵਿੱਚ ਵੀ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਕੀ ਲੱਗਦਾ ਗਾ? ਨਾਲ ਜੋ ਵੀ ਮਰਜ਼ੀ ਸ਼ਬਦ ਇੱਜ਼ਤ ਵਾਸਤੇ ਕਹਿ ਸਕਦੇ ਆ ਵੀ ਉਹਨੂੰ ਲੰਬੜਾਂ ਦੀ ਚੱਕੀ ਹੋਈ, ਫਲਾਣੇ ਚੱਕੀ ਹੋਈ, ਇਹਦਾ ਸ਼ਬਦ ਹੀ ਨਹੀਂ ਸੀ ਵਧੀਆ ਹੈਗਾ ਜਿਹੜਾ ਬੀਬੀ ਜੀ ਵਾਸਤੇ ਵਰਤਿਆ ਗਿਆ। ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰੇ ਸੀ। ਤੇ ਤੁਸੀਂ ਆਲਮ ਦੀ ਗੱਲ ਕਰਦੇ ਹੋ, ਹਾਰ ਆਲਮ ਦੀ ਗੱਲ ਕਰਦੇ ਹੋ, ਉਦੋਂ ਵੀ ਤਾਂ ਅਕਾਲੀ ਦਲ ਦੇ ਵਿੱਚੋਂ ਟਿਕਟ ਦਿੱਤੀ ਆ, ਤੁਸੀਂ ਵੀ ਤਾਂ ਉਹਨਾਂ ਦੇ ਭਾਈਵਾਲ ਸੀ। ਪਰੰਤੂ ਅਸੀਂ ਉਸ ਸਿਸਟਮ ਦਾ ਅਸੀਂ ਅੰਗ ਸੀ ਜਿਹੜੇ ਸਿਸਟਮ ਨੇ ਮਾਫੀ ਬਿਨਾਂ ਮੰਗਿਆ, ਮਾਫੀ ਸਿੰਘ ਸਾਹਿਬ ਦੀ ਬਾਂਹ ਮਰੋੜ ਕੇ ਮਾਫੀ ਦਵਾਈ ਗਈ। ਉਸ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ 90-91 ਲੱਖ ਦੇ ਇਸ਼ਤਿਹਾਰ ਸੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਦਿੱਤੇ ਗਏ। ਪਰੰਤੂ ਜੇ ਮੈਂ ਗਲਤੀ ਕੀਤੀ ਸੀ ਤਾਂ ਮੈਂ ਮਾਫੀ ਮੰਗਦਾ। ਅੱਜ ਮੈਂ ਕੌਮ ਦੇ ਨਾਲ ਖੜਾ ਜੀ। ਉਹ ਪਿਛਲੇ ਸਮੇਂ ਨੂੰ ਮੈਨੂੰ ਕੀ ਲੱਗਦਾ ਕੌਮ ਦੇ ਨਾਲ ਅੱਜ ਹੀ ਕਿਉਂ? ਪਹਿਲਾਂ ਕਿਤੇ ਕੁਰਸੀ ਦਿਖਦੀ ਸੀ ਜਾਂ ਫਿਰ ਪਹਿਲਾਂ ਕਿਤੇ ਦਬਾਇਆ ਜਾਂਦਾ ਸੀ ਬਲਦੇਵ ਸਿੰਘ ਜੁੰਗਾ ਨੂੰ? ਅਕਾਲੀ ਦਲ ਤਾਂ ਕਾਫੀ ਬਣ ਗਏ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਰਿਹਾ, ਫਿਰ ਸੁਖਦੇਵ ਸਿੰਘ ਢੀਂਡਸਾ ਨੇ ਆਪਦਾ ਪਿਛਲੇ ਦਿਨਾਂ ਦੇ ਸਾਲਾਂ ਦੇ ਦੌਰਾਨ ਅਕਾਲੀ ਦਲ ਬਣਾ ਲਿਆ। ਉਸ ਤੋਂ ਬਾਅਦ ਉਹਦੇ ਵਿੱਚ ਬ੍ਰਹਮਪੁਰਾ ਸਾਹਿਬ ਆਉਂਦੇ ਨੇ। ਅਸੀਂ ਨਾ ਦੇਖੋ ਢਿੱਲੋਂ ਜੀ, ਇਹ ਗੱਲ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਵੀ ਆਪਾਂ ਨੂੰ ਇਕੱਲਾ ਸ਼੍ਰੋਮਣੀ ਅਕਾਲੀ ਦਲ ਲਿਖਣਾ ਚਾਹੀਦਾ। ਜਿਹੜਾ ਬ੍ਰੈਕਟ ਅਸੀਂ ਬਾਦਲ ਲਿਖਦੇ ਹਾਂ, ਇਹ ਸਾਨੂੰ ਲਿਮਟਿਡ ਨਹੀਂ ਕਰਨਾ ਚਾਹੀਦਾ। ਵੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਮਰਦ ਵਿੱਚ ਰਹੇ, ਉਹ ਜ਼ੁਬਾਨ ਦੇ ਪੱਕੇ ਰਹੇ। ਉਹਨਾਂ ਨੇ ਥੁੱਕ ਕੇ ਜਿਹੜਾ ਸ਼ਬਦ ਆਪਾਂ ਵੀ ਚੱਟਿਆ ਨਹੀਂ ਹੈ। ਬ੍ਰਹਮਪੁਰਾ ਸਾਹਿਬ ਨੇ ਬੜੇ ਮਾੜੇ ਸ਼ਬਦ ਵੀ ਤੁਹਾਡੀ ਪ੍ਰੈਸ ਦੇ ਵਿੱਚ ਬੋਲ ਦਿੱਤੇ ਸੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ, ਤੇ ਮਿੰਟ ਲਾਇਆ ਵਾਪਸ ਆਉਣ ਨੂੰ ਵੀ। ਚੁੰਗਾ ਸਾਹਿਬ, ਪਿਛਲੇ ਦਿਨ ਹੀ ਕਤਲ ਹੋ ਜਾਂਦਾ, ਡੇਰਾ ਪ੍ਰੇਮੀ ਦਾ ਕਤਲ ਹੋ ਜਾਂਦਾ। ਇਹ ਜਿਹੜੇ ਕਤਲ ਹੋ ਰਹੇ ਨੇ,
ਉਹ ਕਿਸੇ ਦਾ ਕੋਈ ਸ਼ੌਕ ਨਹੀਂ। ਅਗਰ ਇਹ ਬੰਦਿਆਂ ਨੂੰ ਇਹ ਲੈ ਕੇ ਜੀ, ਇਹ ਤਾਂ ਸਰਕਾਰ ਉਹਨਾਂ ਨੂੰ ਬਾਹਰ ਲਿਆਉਂਦੀ ਆ ਤੇ ਨਾਲ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੀ ਆ, ਕਿ ਪੁਲਿਸ ਦਿੰਦੀ ਆ, ਕਿ ਉਹ ਲੋਕ ਸਿੱਖਾਂ ਨੂੰ ਮੂੰਹ ਚੜਾਉਂਦੇ ਨੇ, ਆ ਕੇ ਸਿੱਖਾਂ ਦੇ ਮੂਹਰ ਦੀ ਲੰਘਦੇ ਨੇ ਦਿਖਾ ਕੇ। ਉਹਦਾ ਪ੍ਰਤੀਕਰਮ ਹੈ ਜੀ, ਉਹਦਾ ਕਰਕੇ ਫਿਰ ਇਹ ਹੋਣਾ ਹੀ ਸੀ, ਹੋਰ ਤਾਂ ਕੋਈ ਗੱਲ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਇੱਕ ਵਾਰ ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਖਾਸ ਕਰਕੇ ਉਹਨਾਂ ਮੁੱਦਿਆਂ ਦੇ ਉੱਪਰ ਜਿਹੜੇ ਸਿੱਖ ਸਿਧਾਂਤਾਂ ਦੇ ਨਾਲ ਸੰਬੰਧ ਰੱਖਦੇ ਨੇ, ਜਿਹੜੇ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਨਾਲ ਸੰਬੰਧ ਰੱਖਦੇ ਨੇ। ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ, ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ SGPC ਦੇ ਪ੍ਰਧਾਨ ਬਣਦੇ ਨੇ ਹਰਜਿੰਦਰ ਸਿੰਘ ਧਾਮੀ। ਤਾਂ ਬੀਬੀ ਜੰਗੀਰ ਕੌਰ ਦਾ ਕਾਫੀ ਲੰਮਾ ਸਮਾਂ ਜਿਹੜਾ ਕਿ ਰੇੜਕਾ ਚੱਲਦਾ। ਤਾਂ ਸਾਡੇ ਨਾਲ ਇਸ ਵਕਤ ਅੰਤਰਿੰਗ ਕਮੇਟੀ ਦੇ ਮੈਂਬਰ ਮੌਜੂਦ ਨੇ, ਬਲਦੇਵ ਸਿੰਘ ਚੁੰਗਾ ਜੀ। ਤਾਂ ਅਸੀਂ ਸਵਾਗਤ ਕਰਦੇ ਹਾਂ। ਚੁੰਗਾ ਸਾਹਿਬ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਢਿੱਲੋਂ ਸਾਹਿਬ ਤੁਹਾਨੂੰ ਤੇ ਤੁਹਾਡੇ ਜਿਹੜੇ ਸਾਰੇ ਦਰਸ਼ਕ ਆ ਜਿਹੜੇ ਆਪਾਂ ਨੂੰ ਜਾਂ ਮੌਜੂਦ ਹੁਣ ਦੇਖਣਗੇ ਜਾਂ ਬਾਅਦ 'ਚ ਦੇਖਣਗੇ, ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਅਰਜ਼ ਕਰਦਾ। ਤੇ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਮੇਰੇ ਇੱਥੇ ਤੁਸੀਂ ਗਏ ਵਿਖੇ ਪਹੁੰਚੇ ਹੋ, ਮੇਰੀ ਆਵਾਜ਼ ਲੋਕਾਂ ਤੱਕ, ਖਲਕ ਤੱਕ, ਪੰਜਾਬੀਆਂ ਤੱਕ, ਗੁਰਸਿੱਖਾਂ ਤੱਕ ਲੈ ਕੇ ਜਾਓਗੇ, ਤਾਂ ਉਹਦੇ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ। ਚੁੰਗਾ ਸਾਹਿਬ ਸਵਾਲ ਉੱਥੋਂ ਹੀ ਸ਼ੁਰੂ ਹੁੰਦਾ। ਇਲੈਕਸ਼ਨ ਹੋਏ ਨੇ, ਇਲੈਕਸ਼ਨਾਂ ਦੇ ਵਿੱਚ ਬੀਬੀ ਵੱਡੇ ਵਾਅਦੇ ਕਰਦੀ ਸੀ ਕਿ ਇਸ ਵਾਰ ਜਿੱਤ ਜਾਾਂਗੇ, ਇਸ ਵਾਰ ਪ੍ਰਧਾਨ ਬਣ ਜਾਾਂਗੇ, ਲਿਫਾਫੇ ਦੇ ਵਿੱਚੋਂ ਕੋਈ ਪ੍ਰਧਾਨ ਨਹੀਂ ਨਿਕਲੂ। ਬੀਬੀ ਹਾਰ ਜਾਂਦੀ ਆ ਤੇ ਹਰਜਿੰਦਰ ਸਿੰਘ ਧਾਮੀ ਫਿਰ ਪ੍ਰਧਾਨ ਬਣ ਜਾਂਦੇ ਨੇ। ਕੀ ਲੱਗਦਾ? ਦੇਖੋ, ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰ ਇੱਕ ਬੰਦੇ ਨੂੰ ਜਿਹੜਾ ਹੈ ਉਹ ਜਿੱਤਣ ਵਾਸਤੇ ਖੜਾ ਹੁੰਦਾ। ਉਹਦੀਆਂ ਜਿਹੜੀਆਂ ਨੀਤੀਆਂ ਪਾਲਿਸੀਆਂ ਵੀ ਉਹ ਇਹੋ ਜਿਹੀਆਂ ਬਣਾਉਂਦੀਆਂ ਵੀ ਉਹ ਜਿੱਤ ਜਾਵੇ। ਬੀਬੀ ਜਗੀਰ ਕੌਰ ਜੀ ਨੇ ਵੀ ਕੋਸ਼ਿਸ਼ ਕੀਤੀ, ਪਰ ਉਹਦੇ 'ਚ ਨਾ ਨਿਰਾ ਪ੍ਰਧਾਨ ਬਣਨ ਦੇ ਨਾਲੋਂ ਇਹ ਵੀ ਸੀ ਵੀ ਇੱਕ ਸਾਡਾ ਇਹ ਕਲਚਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਬੇਸ਼ੱਕ ਇਹ ਪ੍ਰਧਾਨ ਸਾਹਿਬ ਨੂੰ ਜਿਹੜੀਆਂ ਸਾਰੀਆਂ ਪਾਵਰਾਂ ਹੁੰਦੀਆਂ ਨੇ, ਔਰ ਇਹ ਹੋਣੀਆਂ ਵੀ ਚਾਹੀਦੀਆਂ ਵੀ ਪ੍ਰਧਾਨ ਸਾਹਿਬ ਕੋਲ ਜਿਹੜਾ ਕੇਂਦਰੀਕਰਨ ਰਹੇ ਸ਼ਕਤੀ ਦਾ, ਉਹਨਾਂ ਦੇ ਮੁਤਾਬਕ ਚੱਲੇ ਪਾਰਟੀ ਦਾ ਡਿਸਪਲਿਨ ਰੱਖਣ ਵਾਸਤੇ। ਪਰੰਤੂ ਹੁੰਦਾ ਕਿ ਜਿਹੜੀ ਪ੍ਰੋਬਲਮ ਆਉਂਦੀ ਸੀ, ਸਾਨੂੰ ਇਹ ਇਤਰਾਜ਼ ਨਹੀਂ ਸੀ ਕਦੇ ਵੀ ਪ੍ਰਧਾਨ ਬਣਾਉਣਾ ਚਾਹੀਦਾ। ਉਹਨਾਂ ਵੱਲੋਂ ਸਾਨੂੰ ਟਿਕਟ ਦਿੱਤੀ ਗਈ ਹੈ। ਇਤਰਾਜ਼ ਇਸ ਗੱਲ ਦਾ ਹੁੰਦਾ ਸੀ ਵੀ ਸਾਥੋਂ ਬੁਲਾ ਕੇ ਸਾਰਿਆਂ ਨੂੰ ਸੁਣ ਲਿਆ ਜਾਂਦਾ ਸੀ ਤੇ ਸਾਨੂੰ ਪਤਾ ਨਹੀਂ ਸੀ ਹੁੰਦਾ ਵੀ ਪ੍ਰਧਾਨ ਉੱਥੇ ਕਿਹੜਾ ਬਣੂ। ਉਹ 10-20 ਮਿੰਟ ਪਹਿਲਾਂ ਜਦੋਂ ਅਸੀਂ ਜਾ ਕੇ ਬੈਠ ਜਾਂਦੇ ਸੀਗੇ, ਉਦੋਂ ਕੁਸਰ-ਮੁਸਰ ਹੁੰਦੀ, ਕੋਈ ਕਹਿੰਦਾ ਇਹ ਬਣੂ, ਕੋਈ ਕਹਿੰਦਾ ਇਹ ਬਣੂਗਾ। ਪਰ ਇਸ ਵਾਰ ਜਦੋਂ ਬੀਬੀ ਜਗੀਰ ਕੌਰ ਨੇ ਇਸ ਗੱਲ ਦੇ ਬਾਰੇ ਉਹਨਾਂ ਨੇ ਸਟੈਂਡ ਲਿਆ, ਤਾਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਤਕਰੀਬਨ 5-6 ਦਿਨ ਪਹਿਲਾਂ ਜਿਹੜਾ ਹੈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੋ ਪਹਿਲਾਂ ਵੀ ਪ੍ਰਧਾਨ ਸਨ, ਉਹਨਾਂ ਦਾ ਨਾਂ ਅਨਾਊਂਸ ਕੀਤਾ। ਉਹ ਜਿਹੜਾ ਲਿਫਾਫਾ ਕਲਚਰ ਸੀ, ਇਹ ਗੱਲ ਬਿਲਕੁਲ ਸੱਚੀ ਆ ਵੀ ਬੀਬੀ ਜਗੀਰ ਕੌਰ ਨੇ ਉਹਨੂੰ ਚੈਲੰਜ ਕੀਤਾ ਤੇ ਉਹ ਜਿਹੜਾ ਹੈ ਖ਼ਤਮ ਕੀਤਾ। ਇਹਦੇ ਵਾਸਤੇ ਬੀਬੀ ਨੂੰ ਦਾਦ ਦੇਣੀ ਬਣਦੀ ਹੈ। ਬੀਬੀ ਜੰਗੀਰ ਕੌਰ ਤਾਂ ਇਹ ਵੀ ਕਹਿੰਦੀ ਨਜ਼ਰ ਆਈ ਕਿ ਮੈਂ ਵੀ ਲਿਫਾਫੇ 'ਚੋਂ ਨਿਕਲਦੀ ਰਹੀ ਹਾਂ, 4 ਵਾਰ ਪਹਿਲਾਂ ਪ੍ਰਧਾਨ ਬਣੇ ਨੇ। ਕੀ ਲੱਗਦਾ ਹੁਣ ਇੱਕਦਮ ਹੀ ਕਿਉਂ ਯਾਦ ਆਇਆ ਕਿ ਇੱਕ ਲਿਫਾਫਾ ਕਲਚਰ ਜਿਹੜਾ ਉਸ ਨੂੰ ਖ਼ਤਮ ਕਰਨਾ ਚਾਹੀਦਾ? ਦੇਖੋ, ਐਂ ਹੁੰਦਾ ਜੀ, ਆਮ ਇੱਕ ਸਾਡਾ ਸ਼ਬਦ ਆ ਵੀ ਦੇਰ ਆਏ ਦਰੁਸਤ ਆਏ, ਹੈ ਨਾ। ਇਹ ਇਸ ਵੇਲੇ ਨਾ ਇਕੱਲਾ ਲਿਫਾਫਾ ਕਲਚਰ ਨਹੀਂ ਹੈ। ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਨਾ ਹੈ ਇਸ ਵੇਲੇ ਜਿਹੜੀ ਕਾਰਗੁਜ਼ਾਰੀ ਆ ਇੰਟਰਨਲ, ਉਹਦੇ ਵਾਸਤੇ ਜਿਹੜਾ ਅਕਾਲੀ ਦਲ ਆ ਉਹ ਚਿੰਤਤ ਆ, ਜਾਂ ਜਿਹੜੇ ਸੁਹਿਰਦ ਸਿੱਖ ਆ ਉਹ ਚਿੰਤਤ ਨੇ ਵੀ ਜਿਹੜੇ ਉਹਨਾਂ ਦੀ ਕਾਰਗੁਜ਼ਾਰੀ ਆ ਉਹ ਠੀਕ ਨਹੀਂ। ਜਦੋਂ ਤੋਂ ਦੇਖ ਲਓ 2 ਵਾਰ ਇਲੈਕਸ਼ਨ ਦੇ ਵਿੱਚ ਵਿਧਾਨ ਸਭਾ 'ਚ ਹਾਰਨਾ ਹੀ ਨਹੀਂ, ਬਹੁਤ ਜਮਾਂ ਹੀ ਹਾਸੀਏ 'ਤੇ ਚਲੀ ਗਈ ਆ ਪਾਰਟੀ ਸ਼੍ਰੋਮਣੀ ਅਕਾਲੀ ਦਲ। ਅਤੇ ਜਿਹੜੇ ਧਾਰਮਿਕ ਤੌਰ ਦੇ ਉੱਤੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬਹੁਤ ਜ਼ਿਆਦਾ ਜਿਹੜੇ ਨੁਕਸਾਨ ਨੇ ਸਾਡੇ ਉਹ ਅਕਾਲੀ ਦਲ ਦੇ ਹੋਏ ਨੇ। ਇਸ ਵਾਸਤੇ ਜਿਹੜੇ ਬੀਬੀ ਜੀ ਨੇ ਚੰਗਾ ਕੀਤਾ, ਬੇਸ਼ੱਕ ਉਹ ਲਿਫਾਫੇ 'ਚੋਂ ਨਿਕਲਦੀ ਰਹੀ ਹੈ, ਪਰ ਉਹਨਾਂ ਨੇ ਪਹਿਲ ਕੀਤੀ ਹੈ ਜੀ, ਬਹੁਤ ਅੱਛਾ ਕੀਤਾ। ਕਿਸੇ ਨੇ ਤਾਂ ਪਹਿਲ ਕਰਨੀ ਸੀ। ਅੱਜ ਤੋਂ ਪਹਿਲਾਂ ਇਹ ਵੀ ਸਾਨੂੰ ਮੰਨਣੀ ਪੈਣੀ ਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਇਸ ਤਰ੍ਹਾਂ ਦਾ ਚੈਲੰਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਨਹੀਂ ਸੀ ਹੋਇਆ। ਉਸ ਤੋਂ ਵੀ ਵੱਡੀ ਗੱਲ, ਸਰਦਾਰ ਬਿਰਸਾ ਸਿੰਘ ਜੀ ਬਲਟੋਹਾ ਜਿਹੜੇ ਬੜੇ ਮਾਨਯੋਗ ਆਗੂ ਨੇ, ਜਿਹੜੇ ਸੰਤ ਜਰਨੈਲ ਸਿੰਘ ਮਹਾਂਪੁਰਸ਼ ਬਾਬਾ ਭਿੰਡਰਾਂ ਵਾਲਿਆਂ ਦੇ ਨਾਲ ਵੀ ਰਹੇ ਨੇ, ਅਤੇ ਉਹ ਕਹਿੰਦੇ ਸੀ ਵੀ ਜੇ 25 ਸੀਟਾਂ ਵੀ ਲੈ ਜਾਵੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਆ ਜਿਹੜਾ ਅਸਤੀਫਾ ਦੇ ਦੇਣਗੇ ਬੀਬੀ ਜਗੀਰ ਕੌਰ। ਪਰ ਉਹ ਜਿਹੜੀਆਂ ਪਿਛਲੀ ਵਾਰ 19 ਵੋਟਾਂ ਸੀਗੀਆਂ ਵਿਰੋਧੀ ਧਿਰ ਕੋਲੇ ਕਹਿ ਲਈਏ, ਇਸ ਵਾਰ 42 ਲੋਕਾਂ ਦੀ ਵੋਟਿੰਗ ਕਰ ਦੇਣਾ, ਤੀਸਰੇ ਹਿੱਸੇ ਨੇ ਵੋਟਿੰਗ ਅਕਾਲੀ ਦਲ ਦੇ ਬਰਖਲਾਫ ਕਰ ਦੇਣਾ, ਇਹ ਵੀ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਚੇਤਾਵਨੀ ਹੈ। ਬੀਬੀ ਜੀ ਨੇ ਬਹੁਤ ਅੱਛਾ ਕੀਤਾ। ਬੇਸ਼ੱਕ ਉਹ ਆਪ ਪ੍ਰਧਾਨ ਬਣਦੇ ਰਹੇ, ਲਿਫਾਫਾ ਕਲਚਰ ਦੇ ਨਾਲ ਹੀ ਰਹੇ, ਪਰ ਇਸ ਵਾਰ ਜੇ ਉਹਨਾਂ ਨੇ ਚੈਲੰਜ ਉਹਨਾਂ ਨੇ ਕੀਤਾ, ਮੈਂ ਤਾਂ ਇਸ ਗੱਲ ਦੀ ਵੀ ਦਾਦ ਦਿੰਦਾ ਵੀ ਇੱਕ ਔਰਤ
ਇੱਕ ਔਰਤ ਉਹਨੇ ਚੈਲੰਜ ਕੀਤਾ। ਸਾਡੇ ਇੰਨੇ ਬੰਦੇ ਨੇ, ਕਦੇ ਕਿਸੇ ਨੂੰ ਸਾਡੇ ਸੱਜਣ ਨੂੰ ਦਿਸਿਆ ਹੀ ਨਹੀਂ ਵੀ ਯਾਰ ਅਸੀਂ ਕੀ ਕੁਛ ਹੋ ਰਿਹਾ, ਸਾਡਾ ਧਾਰਮਿਕ ਤੌਰ ਦੇ ਉੱਤੇ ਸਾਡੇ 'ਚ ਕਿੰਨਾ ਨਿਘਾਰ ਆ ਗਿਆ, ਅੱਜ ਸਾਡਾ ਕਿੱਥੇ ਅਸੀਂ ਚਲੇ ਗਏ ਹਾਂ। ਸੋ ਮੈਂ ਬੀਬੀ ਜੀ ਦੀ ਇਸ ਗੱਲ ਨੂੰ ਦਾਦ ਦਿੰਦਾ ਕਿ ਉਹਨਾਂ ਨੇ ਬਹੁਤ ਅੱਛਾ ਕੀਤਾ, ਜ਼ਰੂਰਤ ਵਾਲਾ ਫੈਸਲਾ ਸੀ ਉਹਨਾਂ ਦਾ। ਬਲਦੇਵ ਸਿੰਘ ਚੁੰਗਾ ਵੀ ਇੱਕ ਟਾਈਮ ਦੇ ਲਈ ਬਾਗੀ ਹੁੰਦੇ ਨੇ, ਸੁਖਬੀਰ ਬਾਦਲ ਦੇ ਬਿਆਨਾਂ ਤੋਂ ਉਲਟ ਬਿਆਨ ਦਿੰਦੇ ਨੇ ਬਲਦੇਵ ਸਿੰਘ ਚੁੰਗਾ, ਪਰ ਫਿਰ ਕਿਤੇ ਨਾ ਕਿਤੇ ਜਾ ਕੇ ਬਲਦੇਵ ਸਿੰਘ ਚੁੰਗਾ ਦੇ ਦਿਲ 'ਚ ਕਿਉਂ ਨਹੀਂ ਆਈ ਇਹ ਗੱਲ? ਕਿਹੜੀ ਜੀ? ਪ੍ਰਧਾਨਗੀ ਵਾਲੀ ਜਾਂ ਲਿਫਾਫੇ ਕਲਚਰ ਵਾਲੀ? ਦੇਖੋ ਮੈਂ ਤਾਂ ਜੀ ਲਿਫਾਫਾ ਕਲਚਰ ਤਾਂ ਅਸੀਂ ਪਹਿਲਾਂ ਤਾਂ ਜਦੋਂ ਤੋਂ ਮੈਂ ਇਹ ਬਾਗੀ ਤਾਂ ਸ਼ਾਇਦ ਨਾ ਕਿਹਾ ਜਾਵੇ, ਬਾਗੀ ਤਾਂ ਹੁੰਦਾ ਮੈਂ ਬਾਗੀ ਹੋ ਕੇ ਕਿਸੇ ਪਾਰਟੀ ਹੋਰ ਚਲਾ ਜਾਂਦਾ ਜਾਂ ਮੇਰੀ ਕਿਸੇ ਪਾਰਟੀ ਨਾਲ ਹੋਰ ਅੱਟੀ ਸੱਟੀ ਹੁੰਦੀ। ਬਾਗੀ ਤਾਂ ਮੈਂ ਕੋਈ ਨਹੀਂ, ਮੈਂ ਆਪਣੀ ਗੱਲ ਰੱਖੀ ਸੀ। ਮੈਂ ਅੱਜ ਵੀ ਅਕਾਲੀ ਦਲ 'ਚ ਆਪਦੇ ਆਪ ਨੂੰ ਮਹਿਸੂਸ ਕਰਦਾ, ਇਹਨਾਂ ਨੇ ਮੈਨੂੰ ਕੱਢਿਆ, ਮੈਂ ਤਾਂ ਨਿਕਲਿਆ ਹੀ ਨਾ, ਮੈਂ ਕਿਤੇ ਹੋਰ ਗਿਆ ਨਾ, ਮੇਰੀ ਕਿਸੇ ਨਾਲ ਹੋਰ ਗੱਲ ਦੀ ਮੇਰੀ ਕੋਈ ਗੱਲਬਾਤ ਆਈ। ਮੈਂ ਦੂਸਰੀ ਗੱਲ ਇਹ ਹੈ ਜੀ, ਹਰ ਸਮਾਂ ਚਾਹੁੰਦਾ, ਦੇਖੋ 170 ਮੈਂਬਰ ਆ ਜਿਹੜੇ ਇਲੈਕਟ ਹੋ ਕੇ ਚਾਹੁੰਦੇ ਨੇ। ਮੈਂ ਕਹਿੰਦਾ ਵੀ ਜੇ ਸਾਰੇ ਨਹੀਂ ਤਾਂ 70 ਮੈਂਬਰ ਤਾਂ ਜ਼ਰੂਰ ਚਾਹੁੰਦੇ ਹੋਣਗੇ ਵੀ ਮੈਂ ਪ੍ਰਧਾਨ ਬਣ ਜਾ। ਜੇ ਸਾਰੇ 170 ਨਹੀਂ ਚਾਹੁੰਦੇ ਹੋਣਗੇ, ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ, ਕਿਉਂਕਿ ਮੈਂ ਵੀ 6-7 ਇਲੈਕਸ਼ਨਾਂ ਲੜੀਆਂ ਹੋਈਆਂ। ਮੈਂ ਪਿੰਡ ਦੀ ਸਰਪੰਚੀ ਤੋਂ ਆਪਣਾ ਜੀਵਨ ਸ਼ੁਰੂ ਕਰਿਆ ਹੋਇਆ, ਬਲਾਕ ਸਮਿਤੀ ਮੈਂਬਰ, ਮਾਰਕੀਟ ਕਮੇਟੀ ਮੈਂਬਰ, ਸਾਰੀਆਂ ਮੈਂ ਜਿਹੜੇ ਰੁਤਬੇ ਨੇ, ਚੇਅਰਮੈਨ ਮਾਰਕੀਟ ਕਮੇਟੀ, ਇਹ ਦੇਖ ਕੇ ਜੀ ਤਾਂ ਮੇਰਾ ਵੀ ਬਹੁਤ ਕਰਦਾ ਵੀ ਮੈਨੂੰ ਵੀ ਸੇਵਾ ਦਾ ਮੌਕਾ ਮਿਲੇ। ਤੇ ਪਰ ਜਦੋਂ ਵਾਹਿਗੁਰੂ ਗੁਰੂ ਰਾਮਦਾਸ ਮਹਾਰਾਜ ਚਾਹਣਗੇ ਉਦੋਂ ਜ਼ਰੂਰ ਹੋਊਗੀ। ਪਰ ਅਸੀਂ ਬੀਬੀ ਜੀ ਦੇ ਨਾਲ ਇਸ ਵਾਰ ਅਸੀਂ ਡਟ ਕੇ ਖੜ੍ਹੇ ਹਾਂ, ਉਹਨਾਂ ਦੀ ਪੂਰੀ ਡਟ ਕੇ ਮਦਦ ਕੀਤੀ ਹੈ ਬੀਬੀ ਜਗੀਰ ਕੌਰ ਦੀ। ਇਹ ਵੀ ਇਲਜ਼ਾਮ ਲੱਗਦੇ ਨੇ ਕਿ ਬੀਬੀ ਜਗੀਰ ਕੌਰ ਦੇ ਪਿੱਛੇ RSS ਖੜੀ ਆ, ਸਿੱਧੇ ਤੌਰ ਤੇ ਨਹੀਂ ਅਸਿੱਧੇ ਤੌਰ ਤੇ ਖੜੀ ਆ। ਬੀਬੀ ਜਗੀਰ ਕੌਰ ਨੂੰ ਦੂਜੀਆਂ ਪਾਰਟੀਆਂ ਦੀ ਚੱਕ ਦਿੱਤੀ ਹੋਈ ਸੀ, ਤਾਂ ਕਰਕੇ ਉਹ ਅਕਾਲੀ ਦਲ ਦੇ ਬਰੋਬਰ ਖੜੀ ਹੋ ਗਈ ਆ। ਕਿ ਪਿੱਛੇ ਜੇ ਪ੍ਰੈਸ ਕਾਨਫਰੰਸ ਹੁੰਦੀ ਆ ਅਕਾਲੀ ਦਲ ਦੀ ਤਾਂ ਉਹਦੇ ਵਿੱਚ ਵੀ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਕੀ ਲੱਗਦਾ ਗਾ? ਦੇਖੋ ਉਹ ਜਿਹੜਾ ਸ਼ਬਦ ਸੀ, ਇਹ ਜਿਹੜਾ ਮੁਹਾਵਰਾ ਸੀ, ਇਹ ਤਾਂ ਮੈਂ ਇਹਨੂੰ ਪਸੰਦ ਨਹੀਂ ਕਰਦਾ ਵੀ ਇੱਕ ਔਰਤ ਵਾਸਤੇ ਇੱਕ ਜਿਹੜੀ ਸਾਡੀ ਬੀਬੀ ਕਹਿ ਲਈਏ, ਉਹਨਾਂ ਨੂੰ ਸਤਿਕਾਰ ਦੇ ਨਾਲ ਜੋ ਵੀ ਮਰਜ਼ੀ ਸ਼ਬਦ ਇੱਜ਼ਤ ਵਾਸਤੇ ਕਹਿ ਸਕਦੇ ਆ ਵੀ ਉਹਨੂੰ ਲੰਬੜਾਂ ਦੀ ਚੱਕੀ ਹੋਈ, ਫਲਾਣੇ ਚੱਕੀ ਹੋਈ, ਇਹਦਾ ਸ਼ਬਦ ਹੀ ਨਹੀਂ ਸੀ ਵਧੀਆ ਹੈਗਾ ਜਿਹੜਾ ਬੀਬੀ ਜੀ ਵਾਸਤੇ ਵਰਤਿਆ ਗਿਆ। ਵੀ ਨਾ ਜਿਹੜੀ ਦੇਖੋ RSS ਨੇ ਉਹਨਾਂ ਨੂੰ ਬੀਬੀ ਜੀ ਨੂੰ ਕੀ ਚੱਕਿਆ ਕੀ ਨਹੀਂ ਚੱਕਿਆ, ਮੇਰਾ ਖਿਆਲ ਹੈ ਮੇਰੇ ਨਾਲੋਂ ਬੈਸਟ ਜਵਾਬ ਬੀਬੀ ਦੇ ਸਕਦੇ, ਉਹ ਦੇ ਵੀ ਰਹੇ ਨੇ ਜਵਾਬ ਬਈ ਮੈਨੂੰ ਤਾਂ ਕਿਸੇ ਨੇ ਇਹੋ ਨਹੀਂ ਕੀਤਾ। ਦੂਸਰੀ ਗੱਲ ਇਹ ਆ ਸਰਦਾਰ ਸਾਹਿਬ, ਜਿਹੜੀ ਢਿੱਲੋਂ ਸਾਹਿਬ ਤੁਸੀਂ ਕਹਿੰਦੇ ਹੋ RSS ਦਾ ਜੀ ਦਖਲਅੰਦਾਜ਼ੀ ਸਾਡੇ 'ਚ ਹੈ ਕਿੱਥੇ? ਨਹੀਂ, ਸਾਰੇ ਪਾਸੇ ਹੀ RSS ਦੀ ਦਖਲ, ਪਹਿਲਾਂ ਅੰਦਾਜ਼ੀ ਕਿਹੜਾ ਘੱਟ ਹੈ ਜੀ। RSS ਦੀਆਂ ਦਖਲਅੰਦਾਜ਼ੀਆਂ ਸੀ ਵੀ ਸਾਨੂੰ ਬਰਗਾੜੀ ਦਾ ਇਨਸਾਫ ਨਹੀਂ ਮਿਲ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲ ਰਿਹਾ, ਤੇ DGP ਜਿਹੜਾ ਹੈ ਸਾਡੇ ਸਿੱਖਾਂ ਦਾ ਕਾਤਲ ਸੀ ਸੁਮੇਧ ਸਿੰਘ ਸੈਣੀ ਲਾਇਆ ਜਾਂਦਾ, ਉਹ ਵੀ RSS ਦੀ ਮਰਜ਼ੀ ਹੋਈ ਸੀ। RSS ਦੀ ਉਹ ਮਰਜ਼ੀ ਹੋਈ ਸੀ ਜਿਹੜਾ ਸਾਨੂੰ ਇੱਥੇ ਇਜ਼ਹਾਰ ਆਲਮ ਨੂੰ ਟਿਕਟ ਦਿੱਤੀ ਮਲੇਰਕੋਟਲਾ, ਦੂਜੀ ਨੇ ਆਲਮ ਸੈਨਾ ਬੁਲਾ ਕੇ ਸਿੱਖ ਨੌਜਵਾਨਾਂ ਦਾ, ਖਾੜਕੂਆਂ ਦਾ, ਸਾਡੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ। ਉਹ ਸਾਰਾ ਕੁਛ ਸੀ ਜਿਹੜਾ ਆਇਆ ਸੀ। RSS ਨਾ BJP ਦਾ ਇੱਕ ਅੰਗ ਹੈ। ਸਰਕਾਰ ਤਾਂ ਅਕਾਲੀਆਂ ਦੀ ਸੀ ਉਦੋਂ, ਸਰਕਾਰ ਤਾਂ ਅਕਾਲੀਆਂ ਦੀ ਸੀ। ਜਿਹੜਾ ਬਹਿਮਲ ਕਲਾਂ ਦੀ ਗੱਲ ਕਰਦੇ ਹੋ, DGP ਸਮੇਤ ਸੈਣੀ ਨੂੰ ਲਾ ਦੇਣਾ, ਜਿਹੜੇ ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰੇ ਸੀ। ਤੁਸੀਂ ਆਲਮ ਦੀ ਗੱਲ ਕਰਦੇ ਹੋ, ਹਾਰ ਆਲਮ ਦੀ ਗੱਲ ਕਰਦੇ ਹੋ, ਉਦੋਂ ਵੀ ਤਾਂ ਅਕਾਲੀ ਦਲ ਦੇ ਵਿੱਚੋਂ ਟਿਕਟ ਦਿੱਤੀ ਆ, ਤੁਸੀਂ ਵੀ ਤਾਂ ਉਹਨਾਂ ਦੇ ਭਾਈਵਾਲ ਸੀ। ਮੈਂ ਉਹਦੇ ਲਈ ਮਾफ़ੀ ਮੰਗ ਚੁੱਕਿਆ ਜੀ, ਮੈਂ ਉਹਦੇ ਲਈ ਮਾफ़ੀ ਮੰਗ ਚੁੱਕਿਆ। ਮੈਂ ਕਿਹਾ ਸੰਗਤ ਨੂੰ, ਮੈਂ ਅੱਜ ਵੀ, ਮੈਂ ਤੁਹਾਡੇ ਕੋਲ ਜਦੋਂ ਵੀ ਮੈਂ ਕਿਤੇ ਮੇਰੇ 'ਤੇ ਸਵਾਲ ਉੱਠਦਾ ਮੈਂ ਉਸੇ ਵੇਲੇ ਹੱਥ ਬੰਨ੍ਹ ਕੇ ਸੰਗਤ ਤੋਂ ਮਾफ़ੀ ਮੰਗਦਾ ਜੀ। ਮੈਂ ਬਿਲਕੁਲ ਨਾਲ ਸੀ, ਬੇਸ਼ੱਕ ਸਾਡੀ ਕੋਈ ਬਾਹਲੀ ਉਹਦੇ 'ਚ ਸੁਣਵਾਈ ਨਹੀਂ ਸੀ, ਪਰੰਤੂ ਅਸੀਂ ਉਸ ਸਿਸਟਮ ਦਾ ਅਸੀਂ ਅੰਗ ਸੀ ਜਿਹੜੇ ਸਿਸਟਮ ਨੇ ਮਾਫ਼ੀ ਬਿਨਾਂ ਮੰਗਿਆ, ਮਾਫ਼ੀ ਸਿੰਘ ਸਾਹਿਬ ਦੀ ਬਾਂਹ ਮਰੋੜ ਕੇ ਮਾਫ਼ੀ ਦਵਾਈ ਗਈ। ਉਸ ਮਾਫ਼ੀ ਨੂੰ ਜਸਟੀਫਾਈ ਕਰਨ ਵਾਸਤੇ 90-91 ਲੱਖ ਦੇ ਇਸ਼ਤਿਹਾਰ ਸੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਦਿੱਤੇ ਗਏ। ਉਹ ਜਿਹੜੇ ਸਿਸਟਮ ਦੇ ਵਿੱਚ ਮੈਂ ਸਾਰੇ ਦੇ ਵਿੱਚ ਨਾਲ ਸੀ, ਉਹਦੇ ਵਾਸਤੇ ਮੈਂ ਬਾਰ-ਬਾਰ ਸੰਗਤ ਤੋਂ, ਮੈਂ ਜਦੋਂ ਵੀ ਕਿਤੇ ਹੈ ਮੈਂ ਮਾਫ਼ੀ ਮੰਗਦਾ ਰਹੂੰ। ਮੈਂ ਤਾਂ ਇਹ ਵੀ ਕਹਿਣਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਸਾਨੂੰ ਕੋਈ ਜਿਹੜੀ ਕੋਈ ਸਜ਼ਾ ਹੈ ਇਸ ਬਾਰੇ ਜਿਹੜੀ ਹੈ ਸੇਵਾ ਹੈ ਜਦੋਂ ਵੀ ਲਾਵੇ, ਮੇਰੀ ਮਨ ਦੀ ਇੱਛਾ ਵੀ ਮੈਂ ਕਦੇ ਵੀ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਵਾਂ ਅਤੇ ਜਾ ਕੇ ਪੇਸ਼ ਹੋ ਕੇ ਜਿਹੜੀ ਮੈਂ ਆਪਣੀ ਸਮੂਲੀਅਤ ਜਿੰਨੀ ਕੁ ਸਾਡੀ ਸੀ ਉਹਦੇ ਮੁਤਾਬਕ ਜੋ ਵੀ ਸਾਨੂੰ ਸੇਵਾ ਲਾਊ, ਅਕਾਲ ਤਖਤ ਸਾਹਿਬ ਤੋਂ ਮੇਰਾ ਮਨ ਹੈ ਵੀ ਅਸੀਂ ਜ਼ਰੂਰ ਸੇਵਾ ਜ਼ਰੂਰ ਲਵਾਵਾਂਗੇ ਜੀ। ਉਹਦੇ ਲਈ ਤਾਂ ਮੈਂ ਫਿਰ ਮਾफ़ੀ ਮੰਗਦਾ ਸੰਗਤ ਕੋਲੋਂ ਵੀ ਅਸੀਂ ਉਹਦੇ ਵਿੱਚ ਸੀ, ਮੈਨੂੰ ਗੁਰੂ ਮਹਾਰਾਜ ਮਾफ़ ਕਰੇ, ਪਰੰਤੂ ਜੇ ਮੈਂ ਗਲਤੀ ਕੀਤੀ ਸੀ ਤਾਂ ਮੈਂ ਮਾफ़ੀ ਮੰਗਦਾ। ਅੱਜ ਮੈਂ ਕੌਮ ਦੇ ਨਾਲ ਖੜਾ ਜੀ, ਉਹ ਪਿਛਲੇ ਸਮੇਂ ਨੂੰ ਮੈਨੂੰ ਕੀ ਲੱਗਦਾ ਕੌਮ ਦੇ ਨਾਲ ਅੱਜ ਹੀ ਕਿਉਂ? ਪਹਿਲਾਂ ਕਿਤੇ ਕੁਰਸੀ ਦਿਖਦੀ ਸੀ ਜਾਂ ਫਿਰ ਪਹਿਲਾਂ ਕਿਤੇ ਦਬਾਇਆ ਜਾਂਦਾ ਸੀ ਬਲਦੇਵ ਸਿੰਘ ਜੁੰਗਾ ਨੂੰ, ਅੱਜ ਹੀ ਕਿਉਂ? ਜਾਂ ਫਿਰ ਅੱਜ ਅਕਾਲੀ ਦਲ ਹਾਸ਼ੀਏ 'ਤੇ ਚਲਾ ਗਿਆ ਤਾਂ ਕਰਕੇ ਬਲਦੇਵ ਸਿੰਘ ਜੁੰਗਾ ਉਹਨਾਂ ਤੋਂ ਪਾਸੇ ਇੱਕ ਹੋਰ ਰਸਤਾ ਲੱਭ ਰਹੇ ਨੇ? ਹਾਸੀਏ 'ਤੇ ਤਾਂ ਅਕਾਲੀ ਦਲ ਜੀ ਪਹਿਲੇ ਪਿੱਛਿਆਂ ਵੀ ਹਾਰ ਗਿਆ ਸੀ, ਕੋਈ ਰਸਤਾ ਹੋਰ ਲੱਭਿਆ ਨਹੀਂ, ਕੋਈ ਕਿਸੇ ਨਾਲ ਮੇਰੀ ਕੋਈ ਹੋਰ ਗੱਲ ਨਹੀਂ, ਬਾਤ ਨਹੀਂ ਹੈ। ਅਗਰ ਮੈਂ ਚਾਹੁੰਦਾ ਤਾਂ ਮੈਂ ਇਸ ਵਾਰ ਅਕਾਲੀ ਦਲ ਦੀ ਮਦਦ ਕਰ ਸਕਦਾ ਸੀ ਅਤੇ ਮੈਨੂੰ ਕੋਈ ਵੀ ਰੁਤਬਾ ਵੀ ਦਿੱਤਾ ਜਾ ਸਕਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ। ਐਸੀ ਕੋਈ ਗੱਲ ਨਹੀਂ ਹੈ। ਮੈਨੂੰ ਅਕਾਲੀ ਦਲ ਅੱਜ ਵੀ ਮੈਨੂੰ ਅਕਾਲੀ ਦਲ ਸੱਦਣ ਨੂੰ ਦੋਨੇ ਹੱਥੀਂ ਤਿਆਰ ਆ ਵੀ ਮੇਰੇ ਅਕਾਲੀ ਦਲ 'ਚ ਬਲਦੇਵ ਸਿੰਘ ਚੁੰਗਾ ਵਾਪਸ ਆਵੇ। ਦੇਖੋ ਜਦੋਂ ਬੰਦਾ ਕਿਤੇ ਵੀ ਕੰਮ ਕਰਦਾ ਨਾ ਢਿੱਲੋਂ ਸਾਹਿਬ, ਉਹਨੇ ਰੁਤਬੇ ਤਾਂ ਲੈਣੇ ਹੁੰਦੇ ਆ, ਉਹਦੀ ਨਿਗਾਹ ਵੀ ਹੁੰਦੀ ਆ, ਸਭ ਦੀ ਨਿਗਾਹ ਹੁੰਦੀ ਆ। ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ। ਮੈਂ ਜੇ ਕਹਾਂ ਨਾ ਵੀ ਮੈਂ ਚਾਹੁੰਦਾ ਨਹੀਂ ਸੀ, ਪਰ ਇਹ ਗੱਲ
ਗੱਲ ਮੈਂ ਜ਼ਰੂਰ ਕਹਿਣਾ ਵੀ 40 ਸਾਲ 82 ਦੇ ਵਿੱਚ ਅਸੀਂ ਮੋਰਚੇ 'ਚ ਜਾਣ ਲੱਗੇ, 83 ਦੇ ਵਿੱਚ, ਉਦੋਂ ਤੋਂ ਲੈ ਕੇ ਥੋੜ੍ਹਾ ਕਦੇ ਘਟ ਕੇ ਕਦੇ ਵੱਧ ਕੇ ਅਕਾਲੀ ਦਲ ਨਾਲ ਸੰਬੰਧਿਤ ਰਹੇ। ਉਹਦਾ ਕਰਕੇ ਨਾ, ਜਿਹੜਾ ਲੰਬਾ ਸਮਾਂ ਨਾਲ ਚੱਲਣ ਕਰਕੇ ਪਾਰਟੀ ਦੇ ਵਿੱਚ ਬੰਦਾ ਰਹਿੰਦਾ, ਜਦੋਂ ਉੱਥੇ ਤੋੜ ਵਿਛੋੜੇ ਲਈ ਕੋਈ ਉਹਦਾ ਬੰਦੇ ਨੂੰ ਨਾ ਕੋਈ ਚਾਹੀਦਾ ਮੁਹਾਜ਼ ਮੇਰੇ ਵਰਗੇ ਨੂੰ, ਵੀ ਕਦੋਂ ਉਹ ਸਿਸਟਮ ਆਵੇ। ਜਾਂ ਇਹ ਕਹਿ ਲਈਏ ਵੀ ਜਦੋਂ ਗੁਰੂ ਮਹਾਰਾਜ ਦੀ ਮਰਜ਼ੀ ਹੋਈ ਸੀ ਉਸ ਵੇਲੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਤਰਸ ਕੀਤਾ, ਜਦੋਂ ਅਸੀਂ ਮਾਫੀ ਵਾਰ-ਵਾਰ ਮੰਗਦੇ ਸੀ, ਮਹਾਰਾਜ ਨੂੰ ਅਰਦਾਸ ਕਰਦੇ ਸੀ, ਮਹਾਰਾਜ ਕਰਾਓ ਕੁਛ, ਤਾਂ ਫਿਰ ਇਹ ਹੋਇਆ। ਜੇ ਅਕਾਲੀ ਦਲ ਹਾਸ਼ੀਏ 'ਤੇ ਜਾਣ ਵਾਲੀ ਗੱਲ ਹੁੰਦੀ ਤਾਂ ਅੱਜ 105 ਮੈਂਬਰਾਂ ਨੇ ਵੋਟਾਂ ਪਾਈਆਂ, ਤਾਂ ਉਹਨਾਂ 'ਚੋਂ ਕਿੰਨੇ ਕੁ ਆ ਗਏ ਜੀ ਹਾਸ਼ੀਏ 'ਤੇ ਜਾਣ ਵਾਲੀ ਗੱਲ? ਉਹਨਾਂ ਵਾਸਤੇ ਵੀ ਤਾਂ ਹਾਸ਼ੀਏ 'ਤੇ ਹੀ ਗਿਆ ਹੋਇਆ ਅਕਾਲੀ ਦਲ। ਪਰੰਤੂ ਪਾਰਟੀ ਦੇ ਨਾਲ ਬੰਦੇ ਵੱਧ ਜਾਂਦੇ ਨੇ। ਦੂਸਰੀ ਗੱਲ ਇਹ ਵੀ ਸੀ ਵੀ ਪਾਰਟੀ ਨੇ ਟਿਕਟਾਂ ਦੇ ਕੇ ਸਾਨੂੰ ਨਵਾਜਿਆ ਹੋਇਆ ਸੀ। ਅਸੀਂ ਆਪੋਜੀਸ਼ਨ ਦੇ ਮੈਂਬਰ ਤਾਂ ਹੈ ਹੀ ਨਹੀਂ ਸੀ ਵੀ ਹਰ ਗੱਲ ਨੂੰ ਅਸੀਂ ਪੁੱਠੀ ਕਰਦੇ ਹੋਣੇ। ਪਰੰਤੂ ਮੈਂ ਤੁਹਾਨੂੰ ਸੱਚ ਕਹਿਣਾ ਢਿੱਲੋਂ ਸਾਹਿਬ, ਇਹ ਕਦੇ ਵੀ ਇਹ ਗੱਲ ਕਿਤੇ ਵੀ ਕੀਤੀ, ਅਸੀਂ ਅੰਦਰ ਬੈਠ ਕੇ ਰੌਲਾ ਪਾਉਂਦੇ ਸੀ। ਅਸੀਂ ਕਹਿੰਦੇ ਸੀ ਵੀ ਜੋ 328 ਸਰੂਪਾਂ ਵਾਲੀ ਗੱਲ ਹੈ ਉਹਨੂੰ ਕਲੀਅਰ ਕਰੋ ਸੰਗਤ ਦੇ ਵਿੱਚ ਜਾ ਕੇ। ਇਹ ਜਿਹੜਾ ਹੈ ਸਾਰਾ ਸਿਸਟਮ ਹੈ, ਇਹਦੀ ਮਾਫੀ ਮੰਗੋ, ਜਾ ਕੇ ਸਿੱਧੇ ਤੌਰ ਦੇ ਉੱਤੇ ਮਾਫੀ ਮੰਗੋ ਵੀ ਸਾਡੀ ਸਰਕਾਰ ਦੇ ਵਿੱਚ ਸਾਤੋਂ ਗਲਤੀਆਂ ਹੋਈਆਂ ਨੇ। ਜਦੋਂ ਇਹ ਸਾਡੀ ਨਾ ਕਹਿੰਦਿਆਂ ਨਹੀਂ ਕਿਸੇ ਨੇ ਸੁਣਵਾਈ ਕਰੀ, ਨਹੀਂ ਕਿਸੇ ਨੇ ਪੁੱਛਿਆ ਦੱਸਿਆ। ਸੁਣਵਾਈ ਤਾਂ ਹੁਣ ਤੁਸੀਂ ਦੇਖ ਲਓ ਵੀ ਕਿੱਡਾ ਵੱਡੇ ਬੀਬੀ ਜਗੀਰ ਕੌਰ ਦੀ ਨਹੀਂ ਹੋਈ। ਜੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਕਹਿੰਦੇ ਆ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ। ਸੋ ਸੁਣਵਾਈ ਅਸੀਂ ਕੋਈ ਗੱਲ ਨਹੀਂ ਸੀ। ਹਾਸ਼ੀਏ 'ਤੇ ਜਾਣ ਵਾਲੀ ਅਕਾਲੀ ਦਲ ਨਹੀਂ ਹਾਸ਼ੀਏ 'ਤੇ ਗਿਆ, ਸਰਦਾਰ ਸੁਖਬੀਰ ਸਿੰਘ ਬਾਦਲ ਹਾਸ਼ੀਏ 'ਤੇ ਗਏ ਨੇ। ਅਕਾਲੀ ਦਲ ਕਿਹਾ ਕਿ ਅਸੀਂ 82 ਤੋਂ ਅਕਾਲੀ ਦਲ ਦੇ ਨਾਲ ਜੁੜਿਆ, ਫਿਰ ਅਕਾਲੀ ਦਲ ਤਾਂ ਕਾਫੀ ਬਣ ਗਏ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਰਿਹਾ, ਫਿਰ ਸੁਖਦੇਵ ਸਿੰਘ ਢੀਂਡਸਾ ਨੇ ਆਪਦਾ ਪਿਛਲੇ ਦਿਨਾਂ ਦੇ ਸਾਲਾਂ ਦੇ ਦੌਰਾਨ ਅਕਾਲੀ ਦਲ ਬਣਾ ਲਿਆ। ਉਸ ਤੋਂ ਬਾਅਦ ਉਹਦੇ ਵਿੱਚ ਬ੍ਰਹਮਪੁਰਾ ਸਾਹਿਬ ਆਉਂਦੇ ਨੇ। ਬੇਸ਼ੱਕ ਬ੍ਰਹਮਪੁਰਾ ਸਾਹਿਬ ਫਿਰ ਸੁਖਬੀਰ ਬਾਦਲ ਨਾਲ ਹੱਥ ਮਿਲਾ ਲੈਂਦੇ ਨੇ, ਪਰ ਅਕਾਲੀ ਦਲ ਤਾਂ ਕਾਫੀ ਬਣ ਗਏ ਨੇ। ਸੁਖਬੀਰ ਬਾਦਲ ਹੀ ਕਿਉਂ ਅਕਾਲੀ ਦਲ ਮੰਨਿਆ ਜਾਂਦਾ? ਨਹੀਂ, ਸੁਖਬੀਰ ਬਾਦਲ ਨਹੀਂ ਜੀ, ਰੌਲਾ ਹੀ ਪ੍ਰੋਬਲਮ ਇਹੀ ਆ ਗਈ ਵੀ ਅਸੀਂ ਨਾ ਦੇਖੋ ਢਿੱਲੋਂ ਜੀ, ਇਹ ਗੱਲ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਵੀ ਆਪਾਂ ਨੂੰ ਇਕੱਲਾ ਸ਼੍ਰੋਮਣੀ ਅਕਾਲੀ ਦਲ ਲਿਖਣਾ ਚਾਹੀਦਾ। ਜਿਹੜਾ ਬ੍ਰੈਕਟ 'ਚ ਅਸੀਂ ਬਾਦਲ ਲਿਖਦੇ ਹਾਂ ਇਹ ਸਾਨੂੰ ਲਿਮਟਿਡ ਨਹੀਂ ਕਰਨਾ ਚਾਹੀਦਾ। ਅਸੀਂ ਇਸ ਪਾਰਟੀ ਨਾਲ ਜਿਹੜਾ ਇਹ ਧਿਰਾ ਇਹਦੇ ਨਾਲ ਉਹਦੇ ਕੰਮ ਕਰਦੇ ਸੀ, ਅਸੀਂ ਉਹਦੇ ਨਾਲ ਹੀ ਤੁਰੇ ਆਏ। ਮੈਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਇੱਕ ਗੱਲ ਨੂੰ ਮੈਂ ਬੜੀ ਉਹਨਾਂ ਦੀ ਤਾਰੀਫ ਕਰਦਾ, ਦਾਦ ਦਿੰਦਾ ਇਹਦੇ ਰਾਹੀਂ, ਤੁਹਾਡੇ ਮਾਧਿਅਮ ਰਾਹੀਂ, ਵੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਮਰਦ ਵਿੱਚ ਰਹੇ, ਉਹ ਜ਼ੁਬਾਨ ਦੇ ਪੱਕੇ ਰਹੇ। ਉਹਨਾਂ ਨੇ ਥੁੱਕ ਕੇ ਜਿਹੜਾ ਸ਼ਬਦ ਆਪਾਂ ਵੀ ਚੱਟਿਆ ਨਹੀਂ ਹੈ। ਉਹਨਾਂ ਨੂੰ ਕਿਸੇ ਨੇ ਕਿਹਾ ਜਾਂ ਨਾ ਕਿਹਾ, ਉਹ ਵਾਪਸ ਨਹੀਂ ਗਏ। ਬ੍ਰਹਮਪੁਰਾ ਸਾਹਿਬ ਨੇ ਬੜੇ ਮਾੜੇ ਸ਼ਬਦ ਵੀ ਤੁਹਾਡੀ ਪ੍ਰੈਸ ਦੇ ਵਿੱਚ ਬੋਲ ਦਿੱਤੇ ਸੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ, ਤੇ ਮਿੰਟ ਲਾਇਆ ਵਾਪਸ ਆਉਣ ਨੂੰ ਵੀ। ਉੱਥੇ ਜ਼ਰੂਰ ਲੱਗਦਾ ਹੁੰਦਾ ਵੀ ਬੰਦੇ ਦੇ ਆਪ ਦੇ ਨਿੱਜੀ ਹਿੱਤ ਹੁੰਦੇ ਆ, ਲਾਲਚ ਹੁੰਦੇ ਆ। ਮੇਰਾ ਲਾਲਚ ਨਿੱਜੀ ਤਾਂ ਹੁੰਦਾ ਜੇ ਮੈਂ ਅੱਜ ਕਿਸੇ ਕਹਿੰਦਾ ਸਮਝੌਤਾ ਕਰਦਾ ਅਕਾਲੀ ਦਲ ਨਾਲ ਵੀ ਮੈਨੂੰ ਆਹ ਕੁਛ ਬਣਾ ਦਿਓ ਤੇ ਮੈਂ ਅਕਾਲੀ ਦਲ ਨੂੰ ਵੋਟ ਕਰ ਦਿੰਦਾ, ਫਿਰ ਮੇਰੇ ਨਿੱਜੀ ਲਾਲਚ ਸੀ। ਬੰਦਾ ਲਾਲਚ ਵਾਸਤੇ ਨਹੀਂ, ਹਰ ਗੱਲ ਲਾਲਚ ਨਾਲ ਨਹੀਂ ਕੀਤੀ ਜਾ ਸਕਦੀ, ਕੁਛ ਗੱਲਾਂ ਸਿਧਾਂਤਾਂ ਨਾਲ ਵੀ ਕੀਤੀਆਂ ਜਾ ਸਕਦੀਆਂ ਨੇ। ਸੋ ਇਸ ਵਾਸਤੇ ਨਾ ਜਿਹੜੇ ਅਕਾਲੀ ਦਲ ਦੂਸਰੇ ਅਕਾਲੀ ਦਲ ਹੈ ਜੀ, ਉਹਨਾਂ ਦੀ ਕੋਈ ਇਸ ਵੇਲੇ ਕੋਈ ਬਾਹਲੀ ਹੋਂਦ ਨਹੀਂ ਹੈਗੀ। ਦੇਖੋ ਸੱਚ ਗੱਲ ਤੁਹਾਨੂੰ ਦੱਸਾਂ, ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਨੇ ਜਿਹੜੇ ਇਸ ਵੇਲੇ ਪੰਥ ਦੀ ਗੱਲ ਕਰਦੇ ਨੇ, ਤੇ ਅਸੀਂ ਮਾਨ ਸਾਹਿਬ ਨੂੰ ਇਸ ਵੇਲੇ ਵੋਟ ਕੀਤੀਆਂ ਜੀ। ਮੈਂ ਵੋਟਾਂ ਪਾਈਆਂ ਨੇ, ਮੇਰੇ ਪਿੰਡ 'ਚੋਂ ਆਪ ਦੇ 350 ਵੋਟ, ਉਹਨਾਂ ਨੂੰ ਸਾਰਿਆਂ ਨੂੰ ਜ਼ਿਆਦਾ ਵੋਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਈ ਹੈ ਜੀ। ਇਸ ਵਾਸਤੇ ਬੰਦਾ ਉੱਥੇ ਚੱਲਦੇ ਸੀ ਤਾਂ ਕਰਕੇ ਉੱਥੇ ਖੜੇ ਰਹੇ ਹਾਂ ਜੀ, ਹੋਰ ਕੋਈ ਗੱਲ ਨਹੀਂ ਸੀ ਐਸੀ ਗੱਲ। ਅਕਾਲੀ ਦਲ ਤਾਂ ਆਮ ਜੇ ਵੀ ਕਹਿ ਦਿੰਦੇ ਆ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਿਪਰੈਜ਼ੈਂਟ ਕਰਦਾ ਅਸਲ ਅਕਾਲੀ ਦਲ ਪੰਜਾਬ ਦੇ ਵਿੱਚ, ਆਪਾਂ ਉਹਨੂੰ ਹੀ ਕਹਿੰਦੇ ਆਂਗੇ। ਤੁਸੀਂ ਕਿਹਨੂੰ ਮੰਨਦੇ ਹੋ? ਹੁਣ ਤੁਸੀਂ ਕਿਹਨੂੰ ਮੰਨਦੇ ਹੋ ਅਸਲ ਅਕਾਲੀ ਦਲ ਕਿਹਨੂੰ ਮੰਨਦੇ ਹੋ? ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੱਥ ਆ। ਨਹੀਂ, ਮੈਂ ਬਾਦਲ ਵਾਲੀ ਰੌਲਾ ਹੀ ਐਸੇ ਪ੍ਰੋਬਲਮ ਸਮੱਸਿਆ ਬਾਦਲ ਵਾਲੀ ਗੱਲ ਦੀ ਹੈ। ਅਕਾਲੀ ਦਲ ਤਾਂ ਅਕਾਲੀ ਦਲ ਹੈ, ਉਹ ਬਾਦਲ ਨਹੀਂ ਹੋਣਾ ਚਾਹੀਦਾ। ਉਹ ਸਾਰੇ ਨੇ, ਦੇਖੋ ਹਰ ਇੱਕ ਦਾ ਆਪਣਾ ਆਪਣਾ ਥਾਂ ਹੈ। ਸਿਮਰਜੀਤ ਸਿੰਘ ਮਾਨ ਸਾਹਿਬ ਦਾ ਆਪਣਾ ਥਾਂ, ਢੀਂਡਸਾ ਜੀ ਦਾ ਆਪਣਾ ਥਾਂ, ਸਿੰਘ ਸਾਹਿਬ ਨੇ ਭਾਈ ਰਣਜੀਤ ਸੋਰੀ, ਉਹ ਵੀ ਪੰਥ ਦੀ ਗੱਲ ਕਰਦੇ ਆ, ਉਹਨਾਂ ਦਾ ਆਪਣਾ ਥਾਂ। ਰੌਲਾ ਅਕਾਲੀ ਦਲ ਦੀ ਮਾੜਾ ਨਹੀਂ, ਅਕਾਲੀ ਦਲ ਕਦੀ ਨਾ ਮਾੜਾ ਹੋਇਆ, ਨਾ ਅੱਜ ਹੈ ਨਾ ਕੱਲ੍ਹ ਨੂੰ ਹੈ। ਰੌਲਾ ਇਹ ਵੀ ਜਿਹੜੀ ਅਕਾਲੀ ਦਲ ਦੀ ਬਾਂਗ ਡੋਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਣਜਾਣ ਨੇ। ਜਿੰਨਾ ਚਿਰ ਸਰਦਾਰ ਬਾਦਲ ਵੱਡੇ ਚਲਾਉਂਦੇ ਰਹੇ ਉਦੋਂ ਚਾਹੇ ਕੁਛ ਵੀ ਹੁੰਦਾ ਸੀ, ਇੰਟਰਨਲ ਅੰਦਰ ਕੁਛ ਵੀ ਹੋ ਰਿਹਾ ਸੀ, ਬਾਹਰ ਕੁਛ ਨਹੀਂ ਸੀ ਐਸਾ ਹੁੰਦਾ। ਪਰ ਜਦੋਂ ਤੋਂ ਆਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਉਦੋਂ ਤੋਂ ਸਾਰੇ ਪਰੇਸ਼ਾਨ ਹੈ, ਵਰਕਰ ਪਰੇਸ਼ਾਨ ਹੈ। ਇਹ ਤਾਂ ਨਹੀਂ ਗੱਲ ਹੈਗੀ। ਜੇ ਪਰੇਸ਼ਾਨ ਨਾ ਹੁੰਦੇ ਢਿੱਲੋਂ ਸਾਹਿਬ, ਐਡੀ ਵੱਡੀ ਕੁਰਬਾਨੀ ਵਾਲੀ ਸੀਗੀ ਆਪਣੀ ਬੀਬੀ ਭੈਣ ਜੀ ਕਮਲਜੀਤ ਕੌਰ, ਜਿਹੜੇ ਰਾਜੋਆਣਾ ਸਾਹਿਬ ਦੇ ਭੈਣ ਜੀ ਨੇ, ਉਹ ਪਰਿਵਾਰ ਨੂੰ 45-46 ਹਜ਼ਾਰ ਹੀ ਵੋਟ ਪਈ। ਉਹਦਾ ਕਾਰਨ ਇਹੀ ਸੀ ਵੀ ਉਹਦੇ ਮਗਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਚੱਲ ਰਹੀ ਸੀ। ਅਗਰ ਕੋਈ ਉਹ ਨਾ ਹੁੰਦੇ, ਸੁਖਬੀਰ ਸਿੰਘ ਬਾਦਲ ਨਾ ਹੁੰਦੇ, ਤਾਂ ਉਹ ਬੀਬੀ ਨੂੰ ਬੜੀਆਂ ਵੋਟਾਂ ਪੈਣੀਆਂ ਸੀਗੀਆਂ। ਕੋਈ ਲੋਕ ਰਾਜੋਆਣਾ ਸਾਹਿਬ ਨਾਲ ਨਾਰਾਜ਼ ਨਹੀਂ, ਰਾਜੋਆਣਾ ਸਾਹਿਬ ਦੀ ਸਤਿਕਾਰ ਕਰਦੇ ਆਪਾਂ, ਤੁਸੀਂ ਮੈਂ ਸਾਰੇ ਸਿੱਖ ਸਤਿਕਾਰ ਕਰਦੇ ਹਾਂ।
ਉਹਨਾਂ ਦੀ ਕੁਰਬਾਨੀ ਨੂੰ, ਇਹਨਾਂ ਸਿੰਘਾਂ ਦੀ ਯੋਧਿਆਂ ਦੀ ਨੂੰ, ਚਾਹੇ ਹਵਾਰਾ ਜੀ ਹੋਣ, ਚਾਹੇ ਭੁੱਲਰ ਸਾਹਿਬ ਨੇ, ਭਿਉਰਾ ਜੀ, ਜਿਹੜੇ ਵੀ ਜਿੰਨੇ ਹੈ ਸਾਰੇ, ਲਖਵਿੰਦਰ ਸਿੰਘ ਹੋਰੀ ਜਿੰਨੇ ਵੀ ਬੈਠੇ ਆ, ਉਹਨਾਂ ਨੂੰ ਆਪਾਂ ਸਾਰਿਆਂ ਨੂੰ ਬਹੁਤ ਝੁੱਕ ਕੇ ਸਲਾਮ ਕਰਦੇ ਹਾਂ, ਅਦਬ ਕਰਦੇ ਹਾਂ ਉਹਨਾਂ ਦਾ। ਪਰੰਤੂ ਕਾਰਨ ਇਹ ਹੈ ਵੀ ਇਹਦੇ ਮਗਰ ਅਕਾਲੀ ਦਲ ਬਾਦਲ ਲੱਗ ਜਾਂਦਾ ਨਾ, ਉਹਦੇ ਪ੍ਰੋਬਲਮ ਆ ਜਾਂਦੀ। ਅਕਾਲੀ ਦਲ ਅੱਜ ਵੀ ਮਹਾਨ ਹੈ, ਕੱਲ੍ਹ ਨੂੰ ਵੀ ਮਹਾਨ ਰਹੂਗਾ। ਇਸੇ ਕਰਕੇ ਅਸੀਂ ਅਕਾਲੀ ਦਲ ਤੋਂ ਪਰੇ ਨਹੀਂ ਹੋਏ। ਸਾਡਾ ਰੌਲਾ ਤਾਂ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਿਸੇ ਨੂੰ ਵੀ ਉਹ ਬਣਾ ਦੇਣ, ਅਸੀਂ ਅੱਜ ਵੀ ਅਕਾਲੀ ਦੇ ਨਾਲ ਦੇ ਦਰਦ ਦੇ ਨਾਲ ਮੂਹਰੇ ਲੱਗ ਕੇ ਤੁਰਨ ਨੂੰ ਤਿਆਰ ਹਾਂ ਜੀ। ਚੁੰਗਾ ਸਾਹਿਬ, ਪਿਛਲੇ ਦਿਨ ਹੀ ਕਤਲ ਹੋ ਜਾਂਦਾ, ਡੇਰਾ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਦੇ ਉੱਪਰ ਜਿਹੜੇ ਉਹਦੇ ਦੋਸ਼ੀ ਨੇ ਕਹਿੰਦੇ ਕਿ 24 ਘੰਟਿਆਂ ਦੇ ਵਿੱਚ ਕਾਫੀ ਕੁਝ ਲੱਭਿਆ ਗਿਆ ਹੈਗਾ, ਉਸ ਨੂੰ ਕਿਵੇਂ ਦੇਖਦੇ ਹੋ ਫਿਰ? ਇਹ ਜੀ ਜਿਹੜਾ ਡੇਰਾ ਪ੍ਰੇਮੀਆਂ ਦਾ ਕਤਲ ਹੋਇਆ ਰਿਹਾ ਨਾ ਜੀ, ਇਹਦਾ ਕਾਰਨ ਇਹ ਹੈ ਵੀ ਸਿੱਖਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਇਸ ਵੇਲੇ। ਜੇ 2015 ਤੋਂ ਬਾਅਦ ਇਹਨਾਂ ਨੂੰ ਫੜ ਕੇ ਫੌਰਨ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਬੀਜੇਪੀ ਦੀ ਸਰਕਾਰ ਸੀ, ਅੰਦਰ ਦਿੱਤੇ ਜਾਂਦੇ, ਜਿਹੜਾ ਕਿ ਜ਼ਾਹਰ ਕਰ ਦਿੱਤਾ ਸੀ ਕਟੜਾ ਸਾਹਿਬ ਦੀ ਸਟੇਟ ਨੇ ਵੀ ਇਹ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਇੱਥੋਂ ਉਠਾਇਆ, ਲੈ ਕੇ ਗਏ ਨੇ, ਚੋਰੀ ਕੀਤਾ, ਇਹਨਾਂ ਨੇ ਉਹਨਾਂ ਦੇ ਅੰਗ ਪਾੜ ਕੇ ਇਸ ਤਰ੍ਹਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਾਰਾ ਜਿਹੜਾ ਸੀ ਉਹ ਸਰੂਪ ਦੀ ਬੇਅਦਬੀ ਕੀਤੀ ਗਈ ਆ। ਉਹ ਜੇ ਉਸ ਵੇਲੇ ਫੜ ਕੇ ਇਹਨਾਂ ਨੂੰ ਅੰਦਰ ਕੀਤਾ ਹੁੰਦਾ, ਸਰਦਾਰ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ, ਉਦੋਂ ਜਿਹੜਾ ਇਹ ਫਿਰ ਰੌਲਾ ਹੀ ਨਹੀਂ ਸੀ ਪੈਂਦਾ ਜੀ, ਉਦੋਂ ਇਹ ਗੱਲ ਹੀ ਮੁੱਕ ਜਾਂਦੀ। ਇਹ ਜਦੋਂ ਨਹੀਂ ਕੀਤਾ ਤਾਂ ਇਹ ਆ ਜਿਹੜੇ ਉਹਦਾ ਪ੍ਰਤੀਕਰਮ ਹੈ। ਹਾਲਤ ਇਹ ਹੈ ਸਾਡੀ, ਇਕੱਲੀ ਪੰਜਾਬ ਦੀ ਨਹੀਂ ਬਈ, ਜੇ 2014 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭੁੱਲਰ ਸਾਹਿਬ ਬਾਰੇ, ਰਾਜੋਆਣਾ ਸਾਹਿਬ ਬਾਰੇ ਰਾਸ਼ਟਰਪਤੀ ਜੀ ਨੂੰ ਅਪੀਲਾਂ ਕਰਦੀ ਹੈ, ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਪਟੀਸ਼ਨਾਂ ਦਾ ਦਾਇਰ ਕੀਤੀਆਂ ਹੋਈਆਂ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਦੇ ਪੈਰਲਲ ਜਿਹੜੇ ਰਾਜੀਵ ਗਾਂਧੀ ਦੇ 6 ਕਾਤਲ ਅੰਦਰ ਸੀ, ਜਿਨ੍ਹਾਂ ਨੇ ਰਾਜੀਵ ਗਾਂਧੀ ਮਾਰਿਆ ਸੀ, ਉਹਨਾਂ ਨੂੰ ਜਿਹੜਾ ਹੈ ਹਾਈ ਕੋਰਟ, ਸੁਪਰੀਮ ਕੋਰਟ ਨੇ, ਸਾਡੇ ਮਾਨਯੋਗ ਸੁਪਰੀਮ ਕੋਰਟ ਹਿੰਦੁਸਤਾਨ ਦੀ, ਜਿੱਥੋਂ ਸਿੱਖਾਂ ਨੂੰ ਵੀ ਮੈਂ ਸਮਝਦਾ ਵੀ ਇਨਸਾਫ ਨਹੀਂ ਮਿਲ ਰਿਹਾ, ਉਹਨੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ, ਉਹਨਾਂ ਨੂੰ ਰਿਹਾ ਕਰ ਦਿੱਤਾ। ਤੇ ਅਸੀਂ ਜਦੋਂ ਸਿੱਖ ਕਹਿੰਦੇ ਆ ਜਾਂ ਪੰਜਾਬੀ ਕਹਿੰਦੇ ਨੇ ਵੀ ਸਾਡੇ ਬੰਦੀ ਸਿੰਘ ਆ, ਉਹਨਾਂ ਨੂੰ ਰਿਹਾ ਕਰੋ, ਤਾਂ ਉਹਦੇ ਵਾਸਤੇ ਜਿਹੜਾ ਹੈ ਹਿੰਦੁਸਤਾਨ ਦਾ ਕਾਨੂੰਨ ਇਹ ਕਹਿ ਦਿੰਦਾ ਵੀ ਜੇ ਇਹ ਛੱਡ ਦਿੱਤੇ ਤਾਂ ਇਹ ਬਾਹਰ ਆ ਕੇ ਜਿਹੜਾ ਇੱਥੇ ਰੌਲਾ ਰੱਟਾ ਪਊਗਾ, ਇੱਥੇ ਇਹ ਜਿਹੜਾ ਖਰਾਬ ਹੋ ਜੂ ਇੱਥੋਂ ਦਾ ਜਿਹੜਾ ਹੈ ਵਾਤਾਵਰਨ ਆ, ਉਹ ਰੌਲਾ ਪੈਂਦਾ। ਜਦੋਂ ਇਨਸਾਫ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ ਸਰ, ਉਦੋਂ ਫਿਰ ਜਿਹੜੀਆਂ ਐਸੀਆਂ ਗੱਲਾਂ ਹੋ ਜਾਂਦੀਆਂ ਨੇ, ਉਦੋਂ ਇਹ ਗੱਲਾਂ, ਇਹ ਜਿਹੜੇ ਕਤਲ ਹੋ ਰਹੇ ਨੇ ਉਹ ਕਿਸੇ ਦਾ ਕੋਈ ਸ਼ੌਕ ਨਹੀਂ। ਅਗਰ ਇਹ ਬੰਦਿਆਂ ਨੂੰ ਇਹ ਲੈ ਕੇ ਜੀ, ਇਹ ਤਾਂ ਸਰਕਾਰ ਉਹਨਾਂ ਨੂੰ ਬਾਹਰ ਲਿਆਉਂਦੀ ਆ ਤੇ ਨਾਲ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੀ ਹੈਗੀ, ਪੁਲਿਸ ਦਿੰਦੀ ਆ, ਤੇ ਉਹ ਲੋਕ ਸਿੱਖਾਂ ਨੂੰ ਮੂੰਹ ਚੜਾਉਂਦੇ ਨੇ, ਆ ਕੇ ਸਿੱਖਾਂ ਦੇ ਮੂਹਰ ਦੀ ਲੰਘਦੇ ਨੇ ਦਿਖਾ ਕੇ, ਉਹਦਾ ਪ੍ਰਤੀਕਰਮ ਹੈ ਜੀ, ਉਹਦਾ ਕਰਕੇ ਫਿਰ ਇਹ ਹੋਣਾ ਹੀ ਸੀ, ਹੋਰ ਤਾਂ ਕੋਈ ਗੱਲ ਨਹੀਂ ਹੈ। ਰੋਸ ਦੇ ਵਿੱਚੋਂ ਕਤਲ ਹੋ ਰਿਹਾ। ਆਵਾਜ਼ ਤਾਂ ਉੱਠ ਖੜੀ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਇਲੈਕਸ਼ਨਾਂ ਤੋਂ ਪਹਿਲਾਂ ਵੀ ਉੱਠੀ ਆ, ਇਲੈਕਸ਼ਨਾਂ ਤੋਂ ਬਾਅਦ ਵੀ। ਹੁਣ ਧਾਮੀ ਸਾਹਿਬ SGPC ਦੇ ਪ੍ਰਧਾਨ ਬਣਦੇ ਨੇ ਤਾਂ ਫਿਰ ਵੀ ਆਵਾਜ਼ ਆ ਜਿਹੜੀ ਉਹ ਬਰਕਰਾਰ ਆ, ਕਹਿੰਦੇ ਕਿ ਬੰਦੀ ਸਿੰਘ ਰਿਹਾ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਬਿਲਕੁਲ। ਧਾਮੀ ਸਾਹਿਬ ਕਹਿੰਦੇ, ਧਾਮੀ ਸਾਹਿਬ ਬਹੁਤ ਸੁਸ਼ਰਤ ਸੱਜਣ ਨੇ, ਉਹ ਐਡਵੋਕੇਟ ਵੀ ਨੇ, ਆਪ ਉਹ ਬੜੇ ਸਿਆਣੇ ਸੱਜਣ ਨੇ, ਧੰਮਲ ਵਾਲੇ ਨੇ, ਬਹੁਤ ਵਧੀਆ ਇਮਾਨਦਾਰ, ਬੜੇ ਅੱਛਾ ਕੰਮ ਕਰਨ ਵਾਲੇ। ਉਹਨਾਂ ਨੂੰ ਪ੍ਰਧਾਨ ਸਾਹਿਬ ਦੀ ਮੈਂ ਬੜੀ ਰਿਸਪੈਕਟ ਕਰਦਾ ਨਿੱਜੀ ਤੌਰ ਦੇ ਉੱਤੇ। ਜੇ ਉਹ ਕਿਤੇ ਹੋ ਰਿਹਾ ਤਾਂ ਉਹ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਦਖਲਅੰਦਾਜ਼ੀ ਹੈ ਨਾ, ਉਹ ਡਿਸਟਰਬ ਕਰਨ ਦੀ ਹੈ ਸਿਸਟਮ ਨੂੰ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੋਈ ਵੀ ਨਹੀਂ ਚਾਹੁੰਦਾ ਵੀ ਮੈਂ ਆਪਦੇ ਮੱਥੇ ਦੇ ਉੱਤੇ ਕੋਈ ਕਲੰਕ ਲਵਾਵਾਂ। ਧਾਮੀ ਸਾਹਿਬ ਜ਼ੋਰ ਲਾ ਰਹੇ, ਕੋਸ਼ਿਸ਼ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹੁਤ ਚੰਗੀ ਗੱਲ ਆ। ਪਰ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ, ਉਦੋਂ ਅਸੀਂ ਦਵਿੰਦਰਪਾਲ ਭੁੱਲਰ ਨੂੰ ਨਾ ਇੱਥੋਂ ਦਿੱਲੀੋਂ ਲਿਆਉਣ ਵਾਸਤੇ ਕਹਿ ਦਿੱਤਾ ਸੀ ਵੀ ਜੇ ਪੰਜਾਬ ਆ ਗਿਆ ਤਾਂ ਇੱਥੋਂ ਦੇ ਹਾਲਾਤ ਜਿਹੜੇ ਖਰਾਬ ਹੋ ਜਾਣਗੇ। ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ ਤਾਂ ਬੀਬੀ ਖਾਲੜਾ ਦੇ ਉਲਟ ਐਸੇ ਬੀਬੀ ਜਗੀਰ ਕੌਰ ਨੂੰ ਖੜਾ ਕਰਕੇ ਅਸੀਂ ਬੀਬੀ ਖਾਲੜਾ ਦੀ ਕੁਰਬਾਨੀ ਨੂੰ ਤਹਿਸ਼-ਨਹਿਸ਼ ਕੀਤਾ। ਜਦੋਂ ਅਕਾਲੀ ਦਲ ਸੱਤਾ 'ਚ ਆਉਂਦਾ ਤਾਂ ਐਸੇ ਹਲਕਾ ਭਦੌੜ ਦੇ ਉੱਤੋਂ ਸਰਦਾਰ ਸਰਬਜੀਤ ਸਿੰਘ, ਜਿਹੜੇ ਸਰਦਾਰ ਬੇਅੰਤ ਸਿੰਘ, ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਜਿਹੜੇ ਉਹਨਾਂ ਦੇ ਫਰਜ਼ੰਦ ਸੀ ਸਰਦਾਰ ਬੇਅੰਤ ਸਿੰਘ ਦੇ, ਉਹਨੂੰ ਵੀ ਇੱਥੋਂ ਅਕਾਲੀ ਦਲ ਨੇ ਹਰਾਇਆ ਸੀ। ਸੰਤ ਬਲਵੀਰ ਸਿੰਘ ਘੁੰਨਸ ਜਿੱਤਿਆ ਸੀ। ਅਸੀਂ ਬਹੁਤ ਜ਼ਿਆਦਾ ਮਹਿਸੂਸ ਕਰਦੇ ਹਾਂ ਵੀ 5-7 ਜਿਹੜੇ ਵੱਡੇ ਪਰਿਵਾਰ ਜਿਨ੍ਹਾਂ ਦੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਜੇ ਉਹ MLA ਬਣ ਜਾਣਗੇ, ਮੈਂਬਰ ਸ਼੍ਰੋਮਣੀ ਕਮੇਟੀ ਜਾਣਗੇ, MP ਬਣ ਜਾਣਗੇ, ਤਾਂ ਕਿਹੜੀ ਇੱਥੇ ਆਫਤ ਆ ਜਾਣੀ ਸੀ। ਸੋ ਇਸ ਵਾਸਤੇ ਨਾ ਜਿਹੜੀਆਂ ਸਾਰੀਆਂ ਗੱਲਾਂ ਕਰਕੇ ਇਹ ਜਿਹੜੇ ਇੰਨੇ ਜਿਹੜੇ ਤਕਲੀਫਾਂ ਕੱਟਣੀਆਂ ਪੈ ਰਹੀਆਂ ਅਕਾਲੀ ਦਲ ਦਾ, ਇਹ ਜਿਹੜਾ ਹਾਸੀਏ 'ਤੇ ਆਉਣਾ ਜਾਂ ਇਹ ਗੱਲਾਂ, ਇਹਦੇ ਵਿੱਚ ਸਾਰੀਆਂ ਗੱਲਾਂ ਹੀ ਇਹ ਕੰਮ ਕਰ ਰਹੀਆਂ ਨੇ। ਚੁੰਗਾ ਸਾਹਿਬ, ਅੰਮ੍ਰਿਤਪਾਲ ਆਉਂਦੇ ਨੇ, ਅੰਮ੍ਰਿਤਪਾਲ ਦੇ ਉੱਪਰ ਕਾਫੀ ਜਿਹੜੇ ਕਿ ਗੰਭੀਰ ਇਲਜ਼ਾਮ ਲਾਉਂਦੇ ਆ, ਜਿਵੇਂ ਹੁਣ ਸੂਰੀ ਦਾ ਕਤਲ ਹੋ ਜਾਂਦਾ, ਅੰਮ੍ਰਿਤਪਾਲ ਨੂੰ ਨਜ਼ਰਬੰਦ ਕਰ ਲਿਆ ਜਾਂਦਾ, ਕਿਹਾ ਜਾਂਦਾ ਕਿ ਅੰਮ੍ਰਿਤਪਾਲ ਆ ਜਿਹੜਾ ਉਹ ਉਸ 'ਤੇ ਭੜਕਾਊ ਭਾਸ਼ਣਾਂ ਕਰਕੇ ਸੂਰੀ ਦਾ ਕਤਲ ਹੋਇਆਗਾ ਅੰਮ੍ਰਿਤਸਰ ਦੇ ਵਿੱਚ। ਅਤੇ ਉੱਧਰੋਂ SGPC ਦੀਆਂ ਚੋਣਾਂ ਵੀ ਹੁੰਦੀਆਂ ਨੇ ਅਤੇ ਬੀਬੀ ਜੰਗੀਰ ਕੌਰ ਵੀ ਖੜੀ ਹੁੰਦੀ ਹੈ ਪੈਰਲਰ 'ਤੇ। ਬੀਬੀ ਜੰਗੀਰ ਕੌਰ ਨੂੰ ਵੀ ਨਹੀਂ ਇਹ ਪਤਾ ਹੈਗਾ ਕਿ ਅੰਮ੍ਰਿਤਪਾਲ ਕੌਣ ਆ ਅੱਜ ਦੀ ਘੜੀ। ਤੁਸੀਂ ਕੀ ਮੰਨਦੇ ਹੋ ਇਸ ਚੀਜ਼ ਨੂੰ? ਦੇਖੋ, ਇੱਕ ਨਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੈ ਗੁਰਬਾਣੀ ਦਾ ਇੱਕ ਅੰਮ੍ਰਿਤਮਈ ਬੋਲ ਹੈ ਬਈ
ਪੂਰਬ ਕਰਮ ਅੰਕਰ ਜਾ ਪ੍ਰਗਟੇ ਤੋ ਭੇਟਿਓ ਪੁਰਸ ਰਸਕ ਬੈ ਰਾਗੀ ਮਿਟਿਓ ਦਿਆਲ ਮਿਰਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਤਬਦੀਲੀ ਕਦੋਂ ਵੀ ਮਨੁੱਖ ਦੇ ਵਿੱਚ ਆ ਸਕਦੀ ਹੈ। ਭੂਮੀਆਂ ਚੋਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲੇ ਆਉਂਦਾ, ਚੋਰੀ ਛੱਡ ਕੇ ਸਿੱਖ ਬਣ ਜਾਂਦਾ। ਭਾਈ ਸਾਹਿਬ ਬਾਬਾ ਬਿਧੀ ਚੰਦ ਸਾਹਿਬ ਜੀ ਚੋਰੀ ਕਰਦੇ ਨੇ, ਭੱਠ ਦੇ ਵਿੱਚ ਆ ਕੇ ਲੁਕਦੇ ਨੇ, ਗੁਰੂ ਕੇ ਸਿੱਖ ਬਣ ਜਾਂਦੇ ਨੇ। ਪਿਛਲਾ ਜੀਵਨ ਜਿਹੜਾ ਉਹ ਖਤਮ ਹੋ ਜਾਂਦਾ, ਜਿਹੜਾ ਨਵਾਂ ਸੀ ਜੀਵਨ ਸੀ ਉਹ ਸ਼ੁਰੂ ਹੋ ਜਾਂਦਾ। ਵੈਸੇ ਵੀ ਸਾਡੇ ਗੁਰਸਿੱਖੀ ਦੇ ਵਿੱਚ ਅਸੀਂ ਇਹ ਮੰਨਦੇ ਨੇ ਵੀ ਜਦੋਂ ਕੋਈ ਆਮ ਬੰਦਾ ਸਾਡੇ ਵਰਗਾ ਅੰਮ੍ਰਿਤ ਛਕ ਲੈਂਦਾ, ਉਹਦਾ ਪਿਛਲਾ ਜੀਵਨ ਆ ਜਿਹੜਾ ਉਹ ਖਤਮ ਹੋ ਜਾਂਦਾ, ਨਵਾਂ ਜੀਵਨ ਆ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰੇ ਜਨਮ ਹੋ ਜਾਂਦਾ। ਭਾਈ ਅੰਮ੍ਰਿਤਪਾਲ ਸਿੰਘ ਦੀ ਤੇ ਸਤਿਗੁਰੂ ਦੀ ਬਹੁਤ ਜ਼ਿਆਦਾ ਵੱਡੀ ਕਿਰਪਾ ਹੈ। ਸੱਚ ਸੁੱਚ ਦੀ ਗੱਲ ਕਰਦਾ ਹੈ, ਕੋਈ ਭੜਕਾਊ ਭਾਸ਼ਣ ਦਿੰਦਾ। ਭੜਕਾਊ ਭਾਸ਼ਣ ਤਾਂ ਜਿਹੜਾ ਉਹ ਸੁਧੀਰ ਸੂਰੀ ਜਿਹੜੇ ਨੂੰ ਸੋਧਿਆ ਸਿੰਘ ਨੇ ਉਹ ਦਿੰਦਾ ਸੀ, ਜਿਹੜਾ ਸਾਡੀਆਂ ਮਾਵਾਂ ਭੈਣਾਂ ਨੂੰ ਵੀ ਹਰ ਮਾੜੇ ਤੋਂ ਮਾੜੇ ਸ਼ਬਦ ਬੋਲਦਾ ਸੀ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਨੂੰ ਵੀ ਅੱਤਵਾਦੀ ਕਹਿੰਦਾ ਸੀ, ਮਾੜੇ ਤੋਂ ਮਾੜੇ ਸ਼ਬਦ ਬੋਲਦਾ ਸੀ। ਤੇ ਉਹ ਆ ਜਿਹੜੇ ਉਹਦੇ ਮੌਤ ਦੇ ਉੱਤੇ ਇੱਕ ਉਹਨਾਂ ਦਾ ਨੌਜਵਾਨ ਉੱਠ ਕੇ ਕਹਿੰਦਾ ਵੀ ਸਰਦਾਰਾਂ ਨੂੰ ਅਸੀਂ ਘਰੋਂ ਕੱਢ ਕਿਵੇਂ ਮਾਰਾਂਗੇ, ਉਹ ਭੜਕਾਊ ਭਾਸ਼ਣ ਹੈ। ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕਦੇ ਨਹੀਂ ਕਿਹਾ ਵੀ ਫਲਾਣੇ ਨੂੰ ਘਰੋਂ ਕੱਢ ਕੇ ਮਾਰ ਦਿਓ। ਅੰਮ੍ਰਿਤਪਾਲ ਸਿੰਘ ਸੱਚ ਬੋਲਦਾ, ਸੱਚ ਇਹਨਾਂ ਨੂੰ ਚੁੱਭਦਾ, ਸੱਚ ਏਜੰਸੀਆਂ ਨੂੰ ਤਕਲੀਫ ਦਿੰਦਾ। ਸੋ ਹੁਣ ਵੀ ਜਿਹੜੇ ਕਿੰਨੇ ਨੇ ਬੈਠੇ ਜੀ, ਇਹ ਕੀ ਕਰਦੇ ਨੇ, ਜਿਹੜਾ ਸਿੱਖਾਂ ਨੂੰ ਗਾਲਾਂ ਕੱਢਦਾ, ਜਦੋਂ ਉਹਨੂੰ ਕੋਈ ਚੈਲੰਜ ਕਰ ਦਿੰਦਾ ਵੀ ਤੈਨੂੰ ਬੰਦੇ ਦਾ ਪੁੱਤ ਬਣਾ ਦਾਂਗੇ, ਉਹਦੇ ਨਾਲ 10 ਗਨਮੈਨ ਸਰਕਾਰ ਲਾ ਦਿੰਦੀ ਆ। ਮੈਂ ਤਾਂ ਕਹਿੰਦਾ ਵੀ ਸਰਕਾਰ ਨੂੰ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਬੋਲਦੇ ਆ ਦੇ ਦੇਣ। ਸਿੱਖਾਂ ਦੇ ਨਾਲ ਕਿਹੜੇ ਗੁਰਸਿੱਖ ਦੇ ਨਾਲ, ਅੰਮ੍ਰਿਤਪਾਲ ਦੇ ਨਾਲ ਕਿਹੜੇ ਗਨਮੈਨ ਲਾ ਦਿੱਤੇ ਆ। ਅੰਮ੍ਰਿਤਪਾਲ ਨੂੰ ਹਰ ਰੋਜ਼ 10 ਕਹਿੰਦੇ ਨੇ ਇਹਦੇ ਤੇ ਸੋਸ਼ਲ ਮੀਡੀਆ ਤੇ ਮਾਰ ਦੇਣਾ, ਇਹ ਭੜਕਾਊ ਕਰਦਾ। ਇੱਕ ਵੀ ਗੱਲ ਕੋਈ ਬੰਦਾ ਨੋਟ ਕਰਾ ਦੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ, ਜਿਨ੍ਹਾਂ ਨੂੰ ਇਹ ਸੂਰੀ ਵਰਗੇ ਮਾੜੇ ਸ਼ਬਦ ਬੋਲਦੇ ਸੀ, ਉਹਨਾਂ ਤੇ ਇੱਕ ਵੀ FIR ਲੌਜ ਨਹੀਂ ਸੀ। ਉਦੋਂ ਵੀ ਇਹ ਲੋਕ ਕਹਿੰਦੇ ਰਹੇ ਕਾਂਗਰਸ ਦਾ ਪਲਾਂਟ ਕੀਤਾ ਹੋਇਆ। ਅੱਜ ਵੀ ਜੇ ਇੱਕ ਨੌਜਵਾਨ ਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇ ਰਿਹਾ, ਅੰਮ੍ਰਿਤ ਛਕਾਉਣ ਦੀ ਗੱਲ ਕਰ ਰਿਹਾ, ਕਦੇ ਅੰਮ੍ਰਿਤ ਛਕਾਉਣ ਨੂੰ ਈਵੈਂਟ ਦਾ ਸ਼ਬਦ ਦਿੱਤਾ ਜਾਂਦਾ ਗਾ, ਉਸਨੂੰ ਇਨਸਲਟ ਕਰਨ ਵਾਸਤੇ ਈਵੈਂਟ ਦੇ ਵਰਗੇ ਸ਼ਬਦ ਦਿੱਤੇ ਜਾਂਦੇ ਆ। ਕਦੇ ਕਿਹਾ ਜਾਂਦਾ ਉਹ ਭੜਕਾਊ ਗੱਲ ਕਰਦਾ, ਉਹ ਕੋਈ ਭੜਕਾਊ ਗੱਲ ਨਹੀਂ ਕਰਦਾ, ਉਹ ਜੁਰਤ ਨਾਲ ਗੱਲ ਕਰਦਾ, ਉਹ ਸੱਚ ਦੀ ਗੱਲ ਕਰਦਾ। ਇਸੇ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਹੈ, ਅੱਜ ਅੰਮ੍ਰਿਤਪਾਲ ਸਿੰਘ ਆਵਾਜ਼ ਮਾਰੇ ਤਾਂ ਮੈਂ ਸਮਝਦਾ ਵੀ ਉਸ ਦਿਨ ਜਿਸ ਦਿਨ ਨਜ਼ਰਬੰਦ ਕਰਿਆ, ਹਜ਼ਾਰਾਂ ਨੌਜਵਾਨ ਆ ਜਿਹੜੇ ਉੱਥੇ ਰਾਤ ਨੂੰ ਇਕੱਠੇ ਹੋ ਗਏ ਸੀ। ਸਰਕਾਰ ਚਾਹੁੰਦੀ ਨਹੀਂ ਸੀ ਇਹਨਾਂ ਦੀ ਨਜ਼ਰਬੰਦੀ, ਉੱਥੇ ਇਹਨਾਂ ਨੂੰ ਘੇਰ ਕੇ ਰੱਖਣਾ ਚਾਹੁੰਦੀ ਸੀ। ਪਰ ਉਹ ਨੌਜਵਾਨਾਂ ਦੀ ਜਦੋਂ ਦੇਖਿਆ ਵੀ ਬਹੁਤ ਸੰਗਤ ਹੈ ਜਿਹੜੀ ਪੰਜਾਬ ਦੇ ਲੋਕ ਆਉਣੇ ਸ਼ੁਰੂ ਹੋ ਗਏ ਨੇ ਸਿੰਘਾਲੇ 'ਚ, ਸਰਕਾਰ ਨੂੰ ਨਜ਼ਰਬੰਦੀ ਉਠਾਉਣੀ ਪਈ। ਸੋ ਮੈਂ ਅੰਮ੍ਰਿਤਪਾਲ ਸਿੰਘ ਨੂੰ ਐਪਰੀਸ਼ੀਏਟ ਕਰਦਾ, ਮੈਂ ਉਹਨਾਂ ਨੂੰ ਮਿਲਦਾ ਵੀ ਰਹਿੰਦਾ। ਮੈਨੂੰ ਕੋਲ ਕੱਲ੍ਹ ਉਹਨਾਂ ਨਿੱਜੀ ਤੌਰ ਦੇ ਉੱਤੇ ਉਹਨਾਂ ਦੇ ਪਿੰਡ ਜੱਲੂਪੁਰ ਖੇੜੇ ਜਾ ਕੇ ਆਇਆ। ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਇੱਕ ਨੌਜਵਾਨ ਆਗੂ ਆਪਾਂ ਨੂੰ ਮਿਲਿਆ, ਇਹਨੂੰ ਸੰਭਾਲ ਕੇ ਰੱਖਣਾ ਕੌਮ ਦੀ ਜ਼ਿੰਮੇਵਾਰੀ ਹੈ, ਨੌਜਵਾਨਾਂ ਦੀ ਜ਼ਿੰਮੇਵਾਰੀ ਹੈ। ਅੰਮ੍ਰਿਤ ਛਕੋ, ਜਿਹੜੀ ਗੱਲ ਉਹਦਾ ਅਸਲ ਫੰਕਸ਼ਨ ਹੈ ਉਹ ਅੰਮ੍ਰਿਤ ਛਕਣ ਵਾਸਤੇ ਕਹਿੰਦਾ, ਬਹੁਤ ਚੰਗੀ ਗੱਲ ਹੈ ਅੰਮ੍ਰਿਤ ਛਕਣਾ ਜੀ, ਕੋਈ ਭੜਕਾਊ ਭਾਸ਼ਣ ਥੋੜ੍ਹਾ। ਅੰਮ੍ਰਿਤਪਾਲ ਸਿੰਘ ਆਜ਼ਾਦੀ ਦੀ ਗੱਲ ਕਰਦਾ, ਬਲਦੇਵ ਸਿੰਘ ਚੁੰਗਾ ਵੀ ਕਰਦੇ ਨੇ। ਬਿਲਕੁਲ ਜੀ, ਜੇ ਸਾਡੇ 'ਤੇ ਆਜ਼ਾਦੀ ਹੁੰਦੀ ਤਾਂ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਜੇ ਆਜ਼ਾਦੀ ਹੁੰਦੀ ਸਾਡੇ 'ਤੇ, ਇਹਨਾਂ ਨੂੰ ਲਿਆ ਕੇ ਗਨਮੈਨ ਦੇ ਦਿੱਤੇ ਜਾਂਦੇ ਆ। ਪੰਜਾਬ ਜਿਹਦੀ ਮਰਜ਼ੀ ਆ, ਪੰਜਾਬ 'ਚ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ, ਇਹ ਧਰਤੀ ਦੇ ਉੱਤੇ ਸਾਡੇ ਗੁਰੂਆਂ ਸਾਹਿਬਾਨ ਨੇ ਕੁਰਬਾਨੀਆਂ ਕੀਤੀਆਂ, ਸਾਡੇ ਸਿੱਖ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ। ਅਸੀਂ ਹਿੰਦੁਸਤਾਨ ਦੀ ਜੰਗੇ ਆਜ਼ਾਦੀ ਦੇ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਹਿੱਸਾ ਪਾਇਆ। ਉਹਦੇ ਉਲਟਾ ਮਿਲਦਾ ਕੀ ਆ, ਜੇ ਕਿਸੇ ਗੁਰਸਿੱਖ ਕੋਲੋਂ ਕੋਈ ਸਾਹਿਤ ਮਿਲ ਜਾਂਦਾ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੀ ਕਿਤਾਬ ਮਿਲ ਜਾਵੇ, ਉਹਦੇ ਘਰੋਂ ਕੋਈ ਲਿਟਰੇਚਰ ਮਿਲ ਜੇ, ਜਿਮੀ ਜੋਹਲ ਵਰਗੇ ਜਿਹੜੇ ਅੰਦਰ ਆ, ਮੁੰਡਾ ਕੀ ਆ ਜਿਮੀ, ਉਹ ਉਹੋ ਜਿਹੇ ਬੰਦੇ 5-5 ਸਾਲਾਂ ਤੋਂ ਅੰਦਰ ਬੈਠੇ ਆ ਜੀ, ਫਿਰ ਹੋਰ ਸਿੱਖ ਕਰਨ ਕੀ, ਫਿਰ ਆਜ਼ਾਦੀ ਦੀ ਗੱਲ ਹੀ ਕਰਨਗੇ। ਮੈਂ ਵੀ ਇਸ ਹੱਕ ਦੇ ਵਿੱਚ ਹਾਂ ਵੀ ਇਹ ਜ਼ਰੂਰ ਕੌਮ ਨੂੰ ਕਦੇ ਇੱਕ ਗੱਲ ਮੇਰੀ ਹੋਰ ਸੁਣ ਲਓ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਗੱਲ ਕਹੀ ਸੀ ਆਪਦੇ ਉਸ ਦੇ ਉੱਤੇ, ਦੀਵਾਨ 'ਚ ਕਹਿੰਦੇ ਹੁੰਦੇ, ਅੱਜ ਵੀ ਉਹਨਾਂ ਦੀ ਟੇਪਾਂ ਮੌਜੂਦ ਨੇ। ਉਹ ਕਹਿੰਦੇ ਵੀ ਜਿਸ ਦਿਨ ਫੌਜ ਦੇ ਉੱਤੇ ਫੌਜ ਦਰਬਾਰ ਸਾਹਿਬ ਦੇ ਵਿੱਚ ਆ ਗਈ, ਉਸ ਦਿਨ ਖਾਲਿਸਤਾਨ ਦੀ ਨੀਂਹ ਹੈ ਜਿਹੜੀ ਉਹ ਰੱਖੀ ਜਾਊ। ਅਜੇ ਨੀਤੀ ਖੜੀ ਹੈ, ਗੱਲ ਕਈ ਦੁਕਾਨ ਵਧੀ ਹੈ। ਮੈਂ ਜਿਹੜੀ ਉਹ ਨੀਂਹ ਰੱਖ ਕੇ ਗਏ ਨੇ, ਅੱਜ ਆ ਨੀਂਹ ਦੇ ਉੱਤੇ ਆ ਜਿਹੜੇ ਦੀਵਾਰਾਂ ਨੇ, ਜਿਹੜੀਆਂ ਅੰਮ੍ਰਿਤਪਾਲ ਸਿੰਘ ਵਰਗੇ ਯੋਧੇ ਇੱਥੇ ਆ ਰਹੇ ਨੇ, ਇਹ ਉਹ ਨੀਂਹ ਦੇ ਉੱਤੇ ਹੀ ਆ ਰਹੇ ਨੇ। ਪਰ ਸਮਾਂ ਮੁਲਕ ਨੂੰ ਆਜ਼ਾਦ ਮੁਲਕ ਨਵਾਂ ਬਣਾਉਣ ਲਈ ਸਦੀਆਂ ਲੱਗ ਜਾਂਦੀਆਂ ਹੁੰਦੇ ਨੇ, ਰਾਜ ਲੈਣ ਵਾਸਤੇ। ਸੋ ਇਹਦੇ 'ਤੇ ਵਰਕ ਹੋ ਰਿਹਾ। ਕਦੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਚਾਹੁਣ, ਹਿੰਦੁਸਤਾਨ ਬਹੁਤ ਵੱਡਾ, ਰਸ਼ੀਆ ਬਹੁਤ ਵੱਡਾ ਸੀ, ਜਦੋਂ ਟੋਟੇ ਹੋਏ ਤਾਂ 20 ਟੋਟਿਆਂ ਦੇ ਵਿੱਚ ਵੰਡਿਆ ਗਿਆ, 20 ਮੁਲਕ 21 ਮੁਲਕ ਬਣ ਗਏ ਰਸ਼ੀਆ ਦੇ, ਜਿਹੜਾ ਦੁਨੀਆ ਦੀ ਵੈਲ ਪਾਵਰ ਸੀ, ਸਖਤ ਪਾਵਰ, ਸੁਪਰ ਪਾਵਰ ਸੀ। ਤੇ ਹਿੰਦੁਸਤਾਨ ਦੀ ਤਾਂ ਕੋਈ ਬਾਹਲੀ ਵੱਡੀ ਗਿਣਤੀ ਨਹੀਂ ਹੁੰਦੀ। ਸੋ ਜ਼ਰੂਰ ਮਹਾਰਾਜ ਕਿਰਪਾ ਕਰਨਗੇ। ਮੈਂ ਉਸ ਗੱਲ ਦਾ ਬਿਲਕੁਲ ਹਾਮੀ ਹੈ ਵੀ ਸਿੱਖ ਆਜ਼ਾਦ ਨਹੀਂ ਹੈਗੇ। ਇਹ ਜੇ ਆਜ਼ਾਦ ਹੁੰਦੇ ਤਾਂ ਸਾਡੇ ਨਾਲ ਜੋ ਕੁਛ ਹੋ ਰਿਹਾ ਇਹ ਆਜ਼ਾਦ ਸ਼ਹਿਰੀਆਂ ਦੇ ਨਾਲ ਕਦੇ ਵੀ ਨਹੀਂ ਹੁੰਦਾ ਹੈ ਜੀ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਇਸ ਵਕਤ ਪੰਜਾਬ ਦੇ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਕਰੀ ਆ। ਜਿਵੇਂ ਪਹਿਲਾਂ ਹੀ ਦੱਸਿਆ ਸੀ ਕਿ ਖਾਸ ਕਰਕੇ ਜਿਹੜੀ ਇਹ ਮੁਲਾਕਾਤ ਹੈ, ਇਹ ਮੁਲਾਕਾਤ ਹੋਊਗੀ
ਸਿੱਖ ਸਿਧਾਂਤਾਂ ਦੇ ਉੱਪਰ, ਸਿੱਖ ਸਿਧਾਂਤਾਂ ਦੇ ਮੁੱਦਿਆਂ ਦੇ ਉੱਪਰ SGPC ਦੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਕਰੀ ਆ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਬਾਰੇ ਕੀ ਸੋਚਦੇ ਨੇ ਬਲਦੇਵ ਸਿੰਘ ਚੁੰਗਾ, ਇਸ ਦੇ ਬਾਰੇ ਵੀ ਗੱਲਬਾਤ ਕਰੀ ਆ। ਅਤੇ ਜਿਹੜਾ ਪਿਛਲੇ ਦਿਨੀ ਕਤਲ ਹੋ ਜਾਂਦੇ ਨੇ, 2 ਕਤਲ ਹੁੰਦੇ ਨੇ, ਸੁਧੀਰ ਸੂਰੀ ਦਾ ਅਤੇ ਇੱਕ ਸੌਦਾ ਸਾਧ ਦਾ ਜਿਹੜਾ ਪ੍ਰੇਮੀ ਹੁੰਦਾ ਉਸ ਦਾ ਕਤਲ ਹੁੰਦਾ, ਤਾਂ ਉਸ ਨੂੰ ਲੈ ਕੇ ਅਸੀਂ ਜਿਹੜੀ ਇਹ ਮੁਲਾਕਾਤ ਕਰੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਫੇਰ ਕਿਸੇ ਦਿਨ ਮਿਲਦੇ ਹਾਂ ਕਿਸੇ ਨਵੇਂ ਮੁੱਦੇ ਦੇ ਉੱਪਰ, ਨਵੀਂ ਗੱਲਬਾਤ ਦੇ ਉੱਪਰ। ਜੁੰਗਲ ਸਾਹਿਬ, ਸਵਾਲ ਉੱਥੋਂ ਹੀ ਸ਼ੁਰੂ ਹੁੰਦਾ, ਇਲੈਕਸ਼ਨ ਹੋਏ ਨੇ, ਇਲੈਕਸ਼ਨਾਂ ਦੇ ਵਿੱਚ ਬੀਬੀ ਵੱਡੇ ਵਾਅਦੇ ਕਰਦੀ ਸੀ ਕਿ ਇਸ ਵਾਰ ਜਿੱਤ ਜਾਾਂਗੇ, ਇਸ ਵਾਰ ਪ੍ਰਧਾਨ ਬਣ ਜਾਾਂਗੇ, ਲਿਫਾਫੇ ਦੇ ਵਿੱਚੋਂ ਕੋਈ ਪ੍ਰਧਾਨ ਨਹੀਂ ਨਿਕਲੂ। ਬੀਬੀ ਹਾਰ ਜਾਂਦੀ ਆ ਤੇ ਹਰਜਿੰਦਰ ਸਿੰਘ ਧਾਮੀ ਫਿਰ ਪ੍ਰਧਾਨ ਬਣ ਜਾਂਦੇ ਨੇ, ਕੀ ਲੱਗਦਾ? ਸ਼੍ਰੋਮਣੀ ਅਕਾਲੀ ਦਲ ਨੂੰ ਤਕਰੀਬਨ 5-6 ਦਿਨ ਪਹਿਲਾਂ ਜਿਹੜਾ ਹੈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੋ ਪਹਿਲਾਂ ਵੀ ਪ੍ਰਧਾਨ ਸਨ, ਉਹਨਾਂ ਦਾ ਨਾਂ ਅਨਾਊਂਸ ਕੀਤਾ। ਉਹ ਜਿਹੜਾ ਲਿਫਾਫਾ ਕਲਚਰ ਸੀ, ਇਹ ਗੱਲ ਬਿਲਕੁਲ ਸੱਚੀ ਆ ਵੀ ਬੀਬੀ ਜਗੀਰ ਕੌਰ ਨੇ ਉਹਨੂੰ ਚੈਲੰਜ ਕੀਤਾ ਤੇ ਉਹ ਜਿਹੜਾ ਹੈ ਖਤਮ ਕੀਤਾ। ਇਹਦੇ ਵਾਸਤੇ ਬੀਬੀ ਨੂੰ ਦਾਦ ਦੇਣੀ ਬਣਦੀ ਹੈ। ਬੀਬੀ ਜਗੀਰ ਕੌਰ ਤਾਂ ਇਹ ਵੀ ਕਹਿੰਦੀ ਨਜ਼ਰ ਆਈ ਕਿ ਮੈਂ ਵੀ ਲਿਫਾਫੇ 'ਚੋਂ ਨਿਕਲਦੀ ਰਹੀ ਹਾਂ। ਇੱਕਦਮ ਹੀ ਕਿਉਂ ਯਾਦ ਆਇਆ ਕਿ ਇੱਕ ਲਿਫਾਫਾ ਕਲਚਰ ਜਿਹੜਾ ਉਸ ਨੂੰ ਖਤਮ ਕਰਨਾ ਚਾਹੀਦਾ? ਦੇਖੋ, ਐਂ ਹੁੰਦਾ ਜੀ, ਆਮ ਇੱਕ ਸਾਡਾ ਸ਼ਬਦ ਆ ਵੀ ਦੇਰ ਆਏ ਦਰੁਸਤ ਆਏ, ਹੈ ਨਾ। ਬਲਦੇਵ ਸਿੰਘ ਚੁੰਗਾ ਵੀ ਇੱਕ ਟਾਈਮ ਦੇ ਲਈ ਬਾਗੀ ਹੁੰਦੇ ਨੇ, ਸੁਖਬੀਰ ਬਾਦਲ ਦੇ ਬਿਆਨਾਂ ਤੋਂ ਉਲਟ ਬਿਆਨ ਦਿੰਦੇ ਨੇ ਬਲਦੇਵ ਸਿੰਘ ਚੁੰਗਾ, ਪਰ ਫਿਰ ਕਿਤੇ ਨਾ ਕਿਤੇ ਜਾ ਕੇ ਬਲਦੇਵ ਸਿੰਘ ਚੁੰਗਾ ਦੇ ਦਿਲ 'ਚ ਕਿਉਂ ਨਹੀਂ ਆਈ ਇਹ ਗੱਲ? ਕਿਹੜੀ ਜੀ? ਪਰ ਅਸੀਂ ਬੀਬੀ ਜੀ ਦੇ ਨਾਲ ਇਸ ਵਾਰ ਅਸੀਂ ਡਟ ਕੇ ਖੜੇ ਹਾਂ, ਉਹਨਾਂ ਦੀ ਪੂਰੀ ਡਟ ਕੇ ਮਦਦ ਕੀਤੀ ਆ ਬੀਬੀ ਜਗੀਰ ਕੌਰ ਦੀ। ਇਹ ਵੀ ਇਲਜ਼ਾਮ ਲੱਗਦੇ ਨੇ ਕਿ ਬੀਬੀ ਜਗੀਰ ਕੌਰ ਦੇ ਪਿੱਛੇ RSS ਖੜੀ ਆ। ਪਿੱਛੇ ਜੇ ਪ੍ਰੈਸ ਕਾਨਫਰੰਸ ਹੁੰਦੀ ਆ ਅਕਾਲੀ ਦਲ ਦੀ, ਤਾਂ ਉਹਦੇ ਵਿੱਚ ਵੀ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਕੀ ਲੱਗਦਾ ਗਾ? ਨਾਲ ਜੋ ਵੀ ਮਰਜ਼ੀ ਸ਼ਬਦ ਇੱਜ਼ਤ ਵਾਸਤੇ ਕਹਿ ਸਕਦੇ ਆ ਵੀ ਉਹਨੂੰ ਲੰਬੜਾਂ ਦੀ ਚੱਕੀ ਹੋਈ, ਫਲਾਣੇ ਚੱਕੀ ਹੋਈ, ਇਹਦਾ ਸ਼ਬਦ ਹੀ ਨਹੀਂ ਸੀ ਵਧੀਆ ਹੈਗਾ ਜਿਹੜਾ ਬੀਬੀ ਜੀ ਵਾਸਤੇ ਵਰਤਿਆ ਗਿਆ। ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰੇ ਸੀ ਤੇ ਤੁਸੀਂ ਆਲਮ ਦੀ ਗੱਲ ਕਰਦੇ ਹੋ, ਹਾਰ ਆਲਮ ਦੀ ਗੱਲ ਕਰਦੇ ਹੋ, ਉਦੋਂ ਵੀ ਤਾਂ ਅਕਾਲੀ ਦਲ ਦੇ ਵਿੱਚੋਂ ਟਿਕਟ ਦਿੱਤੀ ਆ, ਤੁਸੀਂ ਵੀ ਤਾਂ ਉਹਨਾਂ ਦੇ ਭਾਈਵਾਲ ਸੀ। ਪਰੰਤੂ ਅਸੀਂ ਉਸ ਸਿਸਟਮ ਦਾ ਅਸੀਂ ਅੰਗ ਸੀ ਜਿਹੜੇ ਸਿਸਟਮ ਨੇ ਮਾਫੀ ਬਿਨਾਂ ਮੰਗਿਆ, ਮਾਫੀ ਸਿੰਘ ਸਾਹਿਬ ਦੀ ਬਾਂਹ ਮਰੋੜ ਕੇ ਮਾਫੀ ਦਵਾਈ ਗਈ। ਉਸ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ 90-91 ਲੱਖ ਦੇ ਇਸ਼ਤਿਹਾਰ ਸੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਦਿੱਤੇ ਗਏ। ਪਰੰਤੂ ਜੇ ਮੈਂ ਗਲਤੀ ਕੀਤੀ ਸੀ ਤਾਂ ਮੈਂ ਮਾਫੀ ਮੰਗਦਾ। ਅੱਜ ਮੈਂ ਕੌਮ ਦੇ ਨਾਲ ਖੜਾ ਜੀ, ਉਹ ਪਿਛਲੇ ਸਮੇਂ ਨੂੰ ਮੈਨੂੰ ਕੀ ਲੱਗਦਾ ਕੌਮ ਦੇ ਨਾਲ ਅੱਜ ਹੀ ਕਿਉਂ? ਪਹਿਲਾਂ ਕਿਤੇ ਕੁਰਸੀ ਦਿਖਦੀ ਸੀ ਜਾਂ ਫਿਰ ਪਹਿਲਾਂ ਕਿਤੇ ਦਬਾਇਆ ਜਾਂਦਾ ਸੀ ਬਲਦੇਵ ਸਿੰਘ ਚੁੰਗਾ ਨੂੰ? ਅਕਾਲੀ ਦਲ ਤਾਂ ਕਾਫੀ ਬਣ ਗਏ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਰਿਹਾ, ਫਿਰ ਸੁਖਦੇਵ ਸਿੰਘ ਢੀਂਡਸਾ ਨੇ ਆਪਦਾ ਪਿਛਲੇ ਦਿਨਾਂ ਦੇ ਸਾਲਾਂ ਦੇ ਦੌਰਾਨ ਅਕਾਲੀ ਦਲ ਬਣਾ ਲਿਆ। ਉਸ ਤੋਂ ਬਾਅਦ ਉਹਦੇ ਵਿੱਚ ਬ੍ਰਹਮਪੁਰਾ ਸਾਹਿਬ ਆਉਂਦੇ ਨੇ। ਅਸੀਂ ਨਾ ਦੇਖੋ ਢਿੱਲੋਂ ਜੀ, ਇਹ ਗੱਲ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਵੀ ਆਪਾਂ ਨੂੰ ਇਕੱਲਾ ਸ਼੍ਰੋਮਣੀ ਅਕਾਲੀ ਦਲ ਲਿਖਣਾ ਚਾਹੀਦਾ, ਜਿਹੜਾ ਬ੍ਰੈਕਟ ਅਸੀਂ ਬਾਦਲ ਲਿਖਦੇ ਹਾਂ ਇਹ ਸਾਨੂੰ ਲਿਮਟਿਡ ਨਹੀਂ ਕਰਨਾ ਚਾਹੀਦਾ। ਵੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਮਰਦ ਵਿੱਚ ਰਹੇ, ਉਹ ਜ਼ੁਬਾਨ ਦੇ ਪੱਕੇ ਰਹੇ, ਉਹਨਾਂ ਨੇ ਥੁੱਕ ਕੇ ਜਿਹੜਾ ਸ਼ਬਦ ਆਪਾਂ ਵੀ ਚੱਟਿਆ ਨਹੀਂ ਹੈ। ਬ੍ਰਹਮਪੁਰਾ ਸਾਹਿਬ ਨੇ ਬੜੇ ਮਾੜੇ ਸ਼ਬਦ ਵੀ ਤੁਹਾਡੀ ਪ੍ਰੈਸ ਦੇ ਵਿੱਚ ਬੋਲ ਦਿੱਤੇ ਸੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ, ਤੇ ਮਿੰਟ ਲਾਇਆ ਵਾਪਸ ਆਉਣ ਨੂੰ ਵੀ। ਚੁੰਗਾ ਸਾਹਿਬ, ਪਿਛਲੇ ਦਿਨ ਹੀ ਕਤਲ ਹੋ ਜਾਂਦਾ, ਡੇਰਾ ਪ੍ਰੇਮੀ ਦਾ ਕਤਲ ਹੋ ਜਾਂਦਾ। ਇਹ ਜਿਹੜੇ ਕਤਲ ਹੋ ਰਹੇ ਨੇ ਉਹ ਕਿਸੇ ਦਾ ਕੋਈ ਸ਼ੌਕ ਨਹੀਂ। ਅਗਰ ਇਹ ਬੰਦਿਆਂ ਨੂੰ ਇਹ ਲੈ ਕੇ ਜੀ, ਇਹਦਾ ਸਰਕਾਰ ਉਹਨਾਂ ਨੂੰ ਬਾਹਰ ਲਿਆਉਂਦੀ ਆ ਤੇ ਨਾਲ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੀ ਹੈਗੀ, ਪੁਲਿਸ ਦਿੰਦੀ ਆ, ਕਿ ਉਹ ਲੋਕ ਸਿੱਖਾਂ ਨੂੰ ਮੂੰਹ ਚੜਾਉਂਦੇ ਨੇ, ਆ ਕੇ ਸਿੱਖਾਂ ਦੇ ਮੂਹਰ ਦੀ ਲੰਘਦੇ ਨੇ ਦਿਖਾ ਕੇ, ਉਹਦਾ ਪ੍ਰਤੀਕਰਮ ਹੈ ਜੀ, ਉਹਦਾ ਕਰਕੇ ਫਿਰ ਇਹ ਹੋਣਾ ਹੀ ਸੀ, ਹੋਰ ਤਾਂ ਕੋਈ ਗੱਲ ਨਹੀਂ ਹੈ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਇੱਕ ਵਾਰ ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਖਾਸ ਕਰਕੇ ਉਹਨਾਂ ਮੁੱਦਿਆਂ ਦੇ ਉੱਪਰ ਜਿਹੜੇ ਸਿੱਖ ਸਿਧਾਂਤਾਂ ਦੇ ਨਾਲ ਸੰਬੰਧ ਰੱਖਦੇ ਨੇ, ਜਿਹੜੇ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਨਾਲ ਸੰਬੰਧ ਰੱਖਦੇ ਨੇ। ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ, ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ SGPC ਦੇ ਪ੍ਰਧਾਨ ਬਣਦੇ ਨੇ ਹਰਜਿੰਦਰ ਸਿੰਘ ਧਾਮੀ। ਤਾਂ ਬੀਬੀ ਜਗੀਰ ਕੌਰ ਦਾ ਕਾਫੀ ਲੰਮਾ ਸਮਾਂ ਜਿਹੜਾ ਕਿ ਰੇੜਕਾ ਚੱਲਦਾ। ਤਾਂ ਸਾਡੇ ਨਾਲ ਇਸ ਵਕਤ ਅੰਤਰਿੰਗ ਕਮੇਟੀ ਦੇ ਮੈਂਬਰ ਮੌਜੂਦ ਨੇ ਬਲਦੇਵ ਸਿੰਘ ਚੁੰਗਾ ਜੀ, ਤਾਂ ਅਸੀਂ ਸਵਾਗਤ ਕਰਦੇ ਹਾਂ। ਚੁੰਗਾ ਸਾਹਿਬ, ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਢਿੱਲੋਂ ਸਾਹਿਬ ਤੁਹਾਨੂੰ ਤੇ ਤੁਹਾਡੇ ਜਿਹੜੇ ਸਾਰੇ ਦਰਸ਼ਕ ਆ ਜਿਹੜੇ ਆਪਾਂ ਨੂੰ ਜਾਂ ਮੌਜੂਦ ਹੁਣ ਦੇਖਣਗੇ ਜਾਂ ਬਾਅਦ ਦੇਖਣਗੇ, ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਅਰਜ਼ ਕਰਦਾ। ਤੇ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਮੇਰੇ ਇੱਥੇ ਤੁਸੀਂ ਗਏ ਵਿਖੇ ਪਹੁੰਚੇ ਹੋ,
ਮੇਰੀ ਆਵਾਜ਼ ਲੋਕਾਂ ਤੱਕ, ਖਲਕ ਤੱਕ, ਪੰਜਾਬੀਆਂ ਤੱਕ, ਗੁਰਸਿੱਖਾਂ ਤੱਕ ਲੈ ਕੇ ਜਾਓਗੇ ਤਾਂ ਉਹਦੇ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ। ਚੁੰਗਾ ਸਾਹਿਬ, ਸਵਾਲ ਉੱਥੇ ਹੀ ਸ਼ੁਰੂ ਹੁੰਦਾ, ਇਲੈਕਸ਼ਨ ਹੋਏ ਨੇ, ਇਲੈਕਸ਼ਨਾਂ ਦੇ ਵਿੱਚ ਬੀਬੀ ਵੱਡੇ ਵੱਡੇ ਵਾਅਦੇ ਕਰਦੀ ਸੀ ਕਿ ਇਸ ਵਾਰ ਜਿੱਤ ਜਾਾਂਗੇ, ਇਸ ਵਾਰ ਪ੍ਰਧਾਨ ਬਣ ਜਾਾਂਗੇ, ਲਿਫਾਫੇ ਦੇ ਵਿੱਚੋਂ ਕੋਈ ਪ੍ਰਧਾਨ ਨਹੀਂ ਨਿਕਲੂ। ਬੀਬੀ ਹਾਰ ਜਾਂਦੀ ਆ ਤੇ ਹਰਜਿੰਦਰ ਸਿੰਘ ਧਾਮੀ ਫਿਰ ਪ੍ਰਧਾਨ ਬਣ ਜਾਂਦੇ ਨੇ। ਕੀ ਲੱਗਦਾ? ਦੇਖੋ, ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰ ਇੱਕ ਬੰਦੇ ਨੂੰ ਜਿਹੜਾ ਹੈ ਉਹ ਜਿੱਤਣ ਵਾਸਤੇ ਖੜਾ ਹੁੰਦਾ। ਉਹਦੀਆਂ ਜਿਹੜੀਆਂ ਨੀਤੀਆਂ ਪਾਲਿਸੀਆਂ ਵੀ ਉਹ ਇਹੋ ਜਿਹੀਆਂ ਬਣਾਉਂਦੀਆਂ ਵੀ ਉਹ ਜਿੱਤ ਜਾਵੇ। ਬੀਬੀ ਜਗੀਰ ਕੌਰ ਜੀ ਨੇ ਵੀ ਕੋਸ਼ਿਸ਼ ਕੀਤੀ, ਪਰ ਉਹਦੇ 'ਚ ਨਾ ਨਿਰਾ ਪ੍ਰਧਾਨ ਬਣਨ ਦੇ ਨਾਲੋਂ ਇਹ ਵੀ ਸੀ ਵੀ ਇੱਕ ਸਾਡਾ ਇੱਕ ਕਲਚਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਬੇਸ਼ੱਕ ਕਿ ਪ੍ਰਧਾਨ ਸਾਹਿਬ ਨੂੰ ਜਿਹੜੀਆਂ ਸਾਰੀਆਂ ਪਾਵਰਾਂ ਹੁੰਦੀਆਂ ਨੇ ਔਰ ਇਹ ਹੋਣੀਆਂ ਵੀ ਚਾਹੀਦੀਆਂ ਵੀ ਪ੍ਰਧਾਨ ਸਾਹਿਬ ਕੋਲ ਜਿਹੜਾ ਕੇਂਦਰੀਕਰਨ ਰਹੇ ਸ਼ਕਤੀ ਦਾ, ਉਹਨਾਂ ਦੇ ਮੁਤਾਬਕ ਚੱਲੇ ਪਾਰਟੀ ਦਾ ਡਿਸਪਲਿਨ ਰੱਖਣ ਵਾਸਤੇ। ਪਰੰਤੂ ਹੁੰਦਾ ਕਿ ਜਿਹੜੀ ਪ੍ਰੋਬਲਮ ਆਉਂਦੀ ਸੀ, ਸਾਨੂੰ ਇਹ ਇਤਰਾਜ਼ ਨਹੀਂ ਸੀ ਕਦੇ ਵੀ ਪ੍ਰਧਾਨ ਕਿਉਂ ਬਣਾਉਣਾ ਚਾਹੀਦਾ। ਉਹਨਾਂ ਵੱਲੋਂ ਸਾਨੂੰ ਟਿਕਟ ਦਿੱਤੀ ਗਈ ਹੈ। ਇਤਰਾਜ਼ ਇਸ ਗੱਲ ਦਾ ਹੁੰਦਾ ਸੀ ਵੀ ਸਾਥੋਂ ਬੁਲਾ ਕੇ ਸਾਰਿਆਂ ਨੂੰ ਸੁਣ ਲਿਆ ਜਾਂਦਾ ਸੀ ਅਤੇ ਸਾਨੂੰ ਪਤਾ ਨਹੀਂ ਸੀ ਹੁੰਦਾ ਵੀ ਪ੍ਰਧਾਨ ਉੱਥੇ ਕਿਹੜਾ ਬਣੂ। ਉਹ 10-20 ਮਿੰਟ ਪਹਿਲਾਂ ਜਦੋਂ ਅਸੀਂ ਜਾ ਕੇ ਬੈਠ ਜਾਂਦੇ ਸੀਗੇ, ਉਦੋਂ ਘੁਸਰ ਮੁਸਰ ਹੁੰਦੀ, ਕੋਈ ਕਹਿੰਦਾ ਇਹ ਬਣੂ, ਕੋਈ ਕਹਿੰਦਾ ਇਹ ਬਣੂਗਾ। ਪਰ ਇਸ ਵਾਰ ਜਦੋਂ ਬੀਬੀ ਜਗੀਰ ਕੌਰ ਨੇ ਇਸ ਗੱਲ ਦੇ ਬਾਰੇ ਉਹਨਾਂ ਨੇ ਸਟੈਂਡ ਲਿਆ ਤਾਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਤਕਰੀਬਨ 5-6 ਦਿਨ ਪਹਿਲਾਂ ਜਿਹੜਾ ਹੈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੋ ਪਹਿਲਾਂ ਵੀ ਪ੍ਰਧਾਨ ਸਨ, ਉਹਨਾਂ ਦਾ ਨਾਂ ਅਨਾਊਂਸ ਕੀਤਾ। ਉਹ ਜਿਹੜਾ ਲਿਫਾਫਾ ਕਲਚਰ ਸੀ, ਇਹ ਗੱਲ ਬਿਲਕੁਲ ਸੱਚੀ ਆ ਵੀ ਬੀਬੀ ਜਗੀਰ ਕੌਰ ਨੇ ਉਹਨੂੰ ਚੈਲੰਜ ਕੀਤਾ ਅਤੇ ਉਹ ਜਿਹੜਾ ਹੈ ਖ਼ਤਮ ਕੀਤਾ। ਇਹਦੇ ਵਾਸਤੇ ਬੀਬੀ ਨੂੰ ਦਾਦ ਦੇਣੀ ਬਣਦੀ ਹੈ। ਬੀਬੀ ਜਗੀਰ ਕੌਰ ਤਾਂ ਇਹ ਵੀ ਕਹਿੰਦੀ ਨਜ਼ਰ ਆਈ ਕਿ ਮੈਂ ਵੀ ਲਿਫਾਫੇ 'ਚੋਂ ਨਿਕਲਦੀ ਰਹੀ ਹਾਂ, 4 ਵਾਰ ਪਹਿਲਾਂ ਪ੍ਰਧਾਨ ਬਣੇ ਨੇ। ਕੀ ਲੱਗਦਾ ਹੁਣ ਇੱਕਦਮ ਹੀ ਕਿਉਂ ਯਾਦ ਆਇਆ ਕਿ ਇੱਕ ਲਿਫਾਫਾ ਕਲਚਰ ਜਿਹੜਾ ਉਸ ਨੂੰ ਖਤਮ ਕਰਨਾ ਚਾਹੀਦਾ? ਦੇਖੋ, ਐਂ ਹੁੰਦਾ ਜੀ, ਆਮ ਇੱਕ ਸਾਡਾ ਸ਼ਬਦ ਆ ਵੀ ਦੇਰ ਆਏ ਦਰੁਸਤ ਆਏ, ਹੈ ਨਾ। ਇਹ ਇਸ ਵੇਲੇ ਨਾ ਇਕੱਲਾ ਲਿਫਾਫਾ ਕਲਚਰ ਨਹੀਂ ਹੈ। ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਨਾ ਹੈ ਇਸ ਵੇਲੇ ਜਿਹੜੀ ਕਾਰਗੁਜ਼ਾਰੀ ਆ ਇੰਟਰਨਲ, ਉਹਦੇ ਵਾਸਤੇ ਜਿਹੜਾ ਅਕਾਲੀ ਦਲ ਆ ਉਹ ਚਿੰਤਤ ਆ, ਜਾਂ ਜਿਹੜੇ ਸੁਹਿਰਦ ਸਿੱਖ ਆ ਉਹ ਚਿੰਤਤ ਨੇ ਵੀ ਜਿਹੜੇ ਉਹਨਾਂ ਦੀ ਕਾਰਗੁਜ਼ਾਰੀ ਆ ਉਹ ਠੀਕ ਨਹੀਂ। ਜਦੋਂ ਤੋਂ ਦੇਖ ਲਓ 2 ਵਾਰ ਇਲੈਕਸ਼ਨ ਦੇ ਵਿੱਚ ਵਿਧਾਨ ਸਭਾ 'ਚ ਹਾਰਨਾ ਹੀ ਨਹੀਂ, ਬਹੁਤ ਜਮਾਂ ਹੀ ਹਾਸੀਏ 'ਤੇ ਚਲੀ ਗਈ ਆ ਪਾਰਟੀ ਸ਼੍ਰੋਮਣੀ ਅਕਾਲੀ ਦਲ। ਅਤੇ ਜਿਹੜੇ ਧਾਰਮਿਕ ਤੌਰ ਦੇ ਉੱਤੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬਹੁਤ ਜ਼ਿਆਦਾ ਜਿਹੜੇ ਨੁਕਸਾਨ ਨੇ ਸਾਡੇ ਉਹ ਅਕਾਲੀ ਦਲ ਦੇ ਹੋਏ ਨੇ। ਇਸ ਵਾਸਤੇ ਜਿਹੜੇ ਬੀਬੀ ਜੀ ਨੇ ਚੰਗਾ ਕੀਤਾ, ਬੇਸ਼ੱਕ ਉਹ ਲਿਫਾਫੇ 'ਚੋਂ ਨਿਕਲਦੀ ਰਹੀ ਹੈ, ਪਰ ਉਹਨਾਂ ਨੇ ਪਹਿਲ ਕੀਤੀ ਹੈ ਜੀ, ਬਹੁਤ ਅੱਛਾ ਕੀਤਾ। ਕਿਸੇ ਨੇ ਤਾਂ ਪਹਿਲ ਕਰਨੀ ਸੀ। ਅੱਜ ਤੋਂ ਪਹਿਲਾਂ ਇਹ ਵੀ ਸਾਨੂੰ ਮੰਨਣੀ ਪੈਣੀ ਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਇਸ ਤਰ੍ਹਾਂ ਦਾ ਚੈਲੰਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਨਹੀਂ ਸੀ ਹੋਇਆ। ਉਸ ਤੋਂ ਵੀ ਵੱਡੀ ਗੱਲ, ਸਰਦਾਰ ਬਿਰਸਾ ਸਿੰਘ ਜੀ ਬਲਟੋਹਾ ਜਿਹੜੇ ਬੜੇ ਮਾਨਯੋਗ ਆਗੂ ਨੇ, ਜਿਹੜੇ ਸੰਤ ਜਰਨੈਲ ਸਿੰਘ ਮਹਾਂਪੁਰਸ਼ ਬਾਬਾ ਭਿੰਡਰਾਂ ਵਾਲਿਆਂ ਦੇ ਨਾਲ ਵੀ ਰਹੇ ਨੇ, ਅਤੇ ਉਹ ਕਹਿੰਦੇ ਸੀ ਵੀ ਜੇ 25 ਸੀਟਾਂ ਵੀ ਲੈ ਜਾਵੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਆ ਜਿਹੜਾ ਅਸਤੀਫਾ ਦੇ ਦੇਣਗੇ ਬੀਬੀ ਜਗੀਰ ਕੌਰ। ਪਰ ਉਹ ਜਿਹੜੀਆਂ ਪਿਛਲੀ ਵਾਰ 19 ਵੋਟਾਂ ਸੀਗੀਆਂ ਵਿਰੋਧੀ ਧਿਰ ਕੋਲੇ ਕਹਿ ਲਈਏ, ਇਸ ਵਾਰ 42 ਲੋਕਾਂ ਦੀ ਵੋਟਿੰਗ ਕਰ ਦੇਣਾ, ਤੀਸਰੇ ਹਿੱਸੇ ਨੇ ਵੋਟਿੰਗ ਅਕਾਲੀ ਦਲ ਦੇ ਬਰਖਲਾਫ ਕਰ ਦੇਣਾ, ਇਹ ਵੀ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਚੇਤਾਵਨੀ ਹੈ। ਬੀਬੀ ਜੀ ਨੇ ਬਹੁਤ ਅੱਛਾ ਕੀਤਾ। ਬੇਸ਼ੱਕ ਉਹ ਆਪ ਪ੍ਰਧਾਨ ਬਣਦੇ ਰਹੇ, ਲਿਫਾਫਾ ਕਲਚਰ ਦੇ ਨਾਲ ਹੀ ਰਹੇ, ਪਰ ਇਸ ਵਾਰ ਜੇ ਉਹਨਾਂ ਨੇ ਚੈਲੰਜ ਉਹਨਾਂ ਨੇ ਕੀਤਾ। ਮੈਂ ਤਾਂ ਇਸ ਗੱਲ ਦੀ ਵੀ ਦਾਦ ਦਿੰਦਾ ਵੀ ਇੱਕ ਔਰਤ ਉਹਨੇ ਚੈਲੰਜ ਕੀਤਾ। ਸਾਡੇ ਇੰਨੇ ਬੰਦੇ ਨੇ, ਕਦੇ ਕਿਸੇ ਨੂੰ ਸਾਡੇ ਸੱਜਣ ਨੂੰ ਇਹ ਦਿਸਿਆ ਹੀ ਨਹੀਂ ਵੀ ਯਾਰ ਅਸੀਂ ਕੀ ਕੁਛ ਹੋ ਰਿਹਾ, ਸਾਡਾ ਧਾਰਮਿਕ ਤੌਰ ਦੇ ਉੱਤੇ ਸਾਡੇ 'ਚ ਕਿੰਨਾ ਨਿਘਾਰ ਆ ਗਿਆ, ਅੱਜ ਸਾਡਾ ਕਿੱਥੇ ਅਸੀਂ ਚਲੇ ਗਏ ਹਾਂ। ਸੋ ਮੈਂ ਬੀਬੀ ਜੀ ਦੀ ਇਸ ਗੱਲ ਨੂੰ ਦਾਦ ਦਿੰਦਾ ਕਿ ਉਹਨਾਂ ਨੇ ਬਹੁਤ ਅੱਛਾ ਕੀਤਾ, ਜੁਰਤ ਵਾਲਾ ਫੈਸਲਾ ਸੀ ਉਹਨਾਂ ਦਾ। ਬਲਦੇਵ ਸਿੰਘ ਚੁੰਗਾ ਵੀ ਇੱਕ ਟਾਈਮ ਦੇ ਲਈ ਬਾਗੀ ਹੁੰਦੇ ਨੇ, ਸੁਖਬੀਰ ਬਾਦਲ ਦੇ ਬਿਆਨਾਂ ਤੋਂ ਉਲਟ ਬਿਆਨ ਦਿੰਦੇ ਨੇ ਬਲਦੇਵ ਸਿੰਘ ਚੁੰਗਾ, ਪਰ ਫਿਰ ਕਿਤੇ ਨਾ ਕਿਤੇ ਜਾ ਕੇ ਬਲਦੇਵ ਸਿੰਘ ਚੁੰਗਾ ਦੇ ਦਿਲ 'ਚ ਕਿਉਂ ਨਹੀਂ ਆਈ ਇਹ ਗੱਲ? ਕਿਹੜੀ ਜੀ? ਪ੍ਰਧਾਨਗੀ ਵਾਲੀ ਜਾਂ ਲਿਫਾਫੇ ਕਲਚਰ ਵਾਲੀ? ਦੇਖੋ, ਮੈਂ ਤਾਂ ਜੀ ਲਿਫਾਫਾ ਕਲਚਰ ਤਾਂ ਅਸੀਂ ਪਹਿਲਾਂ ਤਾਂ ਜਦੋਂ ਤੋਂ ਮੈਂ ਇਹ ਬਾਗੀ ਤਾਂ ਸ਼ਾਇਦ ਨਾ ਕਿਹਾ ਜਾਵੇ, ਬਾਗੀ ਤਾਂ ਹੁੰਦਾ ਮੈਂ ਬਾਗੀ ਹੋ ਕੇ ਕਿਸੇ ਪਾਰਟੀ ਹੋਰ ਚਲਾ ਜਾਂਦਾ ਜਾਂ ਮੇਰੀ ਕਿਸੇ ਪਾਰਟੀ ਨਾਲ ਹੋਰ ਰੱਟੀ ਸੱਟੀ ਹੁੰਦੀ। ਬਾਗੀ ਤਾਂ ਮੈਂ ਕੋਈ ਨਹੀਂ, ਮੈਂ ਆਪਣੀ ਗੱਲ ਰੱਖੀ ਸੀ। ਮੈਂ ਅੱਜ ਵੀ ਅਕਾਲੀ ਦਲ 'ਚ ਆਪਦੇ ਆਪ ਨੂੰ ਮਹਿਸੂਸ ਕਰਦਾ ਇਹਨਾਂ ਨੇ ਮੈਨੂੰ ਕੱਢਿਆ, ਮੈਂ ਤਾਂ ਨਿਕਲਿਆ ਹੀ ਨਾ, ਮੈਂ ਕਿਤੇ ਹੋਰ ਗਿਆ, ਨਾ ਮੇਰੀ ਕਿਸੇ ਨਾਲ ਹੋਰ ਗੱਲ ਦੀ ਮੇਰੀ ਕੋਈ ਗੱਲਬਾਤ ਆਈ। ਮੈਂ ਦੂਸਰੀ ਗੱਲ ਇਹ ਹੈ ਜੀ, ਹਰ ਸਮਾਂ ਚਾਹੁੰਦਾ, ਦੇਖੋ 170 ਮੈਂਬਰ ਆ ਜਿਹੜੇ ਇਲੈਕਟ ਹੋ ਕੇ ਚਾਹੁੰਦੇ ਨੇ। ਮੈਂ ਕਹਿੰਦਾ ਵੀ ਜੇ ਸਾਰੇ ਨਹੀਂ ਤਾਂ 70 ਮੈਂਬਰ ਤਾਂ ਜ਼ਰੂਰ ਚਾਹੁੰਦੇ ਹੋਣਗੇ ਵੀ ਮੈਂ ਪ੍ਰਧਾਨ ਬਣ ਜਾ। ਜੇ ਸਾਰੇ 170 ਨਹੀਂ ਚਾਹੁੰਦੇ ਹੋਣਗੇ, ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ, ਕਿਉਂਕਿ ਮੈਂ ਵੀ 6-7 ਇਲੈਕਸ਼ਨਾਂ ਲੜੀਆਂ ਹੋਈਆਂ। ਮੈਂ ਪਿੰਡ ਦੀ ਸਰਪੰਚੀ ਤੋਂ ਆਪਣਾ ਜੀਵਨ ਸ਼ੁਰੂ ਕਰਿਆ ਹੋਇਆ, ਬਲਾਕ ਸਮਿਤੀ ਮੈਂਬਰ, ਮਾਰਕੀਟ ਕਮੇਟੀ ਮੈਂਬਰ, ਸਾਰੀਆਂ ਮੈਂ ਜਿਹੜੇ ਰੁਤਬੇ ਨੇ, ਚੇਅਰਮੈਨ ਮਾਰਕੀਟ ਕਮੇਟੀ, ਇਹ ਦੇਖ ਕੇ ਜੀ ਤਾਂ ਮੇਰਾ ਵੀ ਬਹੁਤ ਕਰਦਾ ਵੀ ਮੈਨੂੰ ਵੀ ਉਹ ਸੇਵਾ ਦਾ ਮੌਕਾ ਮਿਲੇ। ਅਤੇ ਪਰ ਜਦੋਂ ਵਾਹਿਗੁਰੂ ਗੁਰੂ ਰਾਮਦਾਸ ਮਹਾਰਾਜ ਚਾਹੁਣਗੇ ਉਦੋਂ ਜ਼ਰੂਰ ਹੋਊਗੀ। ਪਰ ਅਸੀਂ ਬੀਬੀ ਜੀ ਦੇ ਨਾਲ ਇਸ ਵਾਰ ਅਸੀਂ ਡਟ ਕੇ ਖੜ੍ਹੇ ਹਾਂ, ਉਹਨਾਂ ਦੀ ਪੂਰੀ ਡਟ ਕੇ ਮਦਦ ਕੀਤੀ ਹੈ ਬੀਬੀ ਜਗੀਰ ਕੌਰ ਦੀ। ਇਹ ਵੀ ਇਲਜ਼ਾਮ ਲੱਗਦੇ ਨੇ ਕਿ ਬੀਬੀ ਜਗੀਰ ਕੌਰ ਦੇ ਪਿੱਛੇ RSS ਖੜੀ ਆ।
ਸਿੱਧੇ ਤੌਰ ਤੇ ਨਹੀਂ ਅਸਿੱਧੇ ਤੌਰ ਤੇ ਖੜੀ ਆ ਬੀਬੀ ਜੰਗੀਰ ਕੌਰ ਨੂੰ ਦੂਜੀਆਂ ਪਾਰਟੀਆਂ ਦੀ ਚੱਕ ਦਿੱਤੀ ਹੋਈ ਸੀ, ਤਾਂ ਕਰਕੇ ਉਹ ਅਕਾਲੀ ਦਲ ਦੇ ਬਰੋਬਰ ਖੜੀ ਹੋ ਗਈ ਆ। ਕਿ ਪਿੱਛੇ ਜੇ ਪ੍ਰੈਸ ਕਾਨਫਰੰਸ ਹੁੰਦੀ ਆ ਅਕਾਲੀ ਦਲ ਦੀ ਤਾਂ ਉਹਦੇ ਵਿੱਚ ਵੀ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਕੀ ਲੱਗਦਾ ਗਾ? ਦੇਖੋ ਉਹ ਜਿਹੜਾ ਸ਼ਬਦ ਸੀ, ਇਹ ਜਿਹੜਾ ਮੁਹਾਵਰਾ ਸੀ, ਇਹ ਤਾਂ ਮੈਂ ਇਹਨੂੰ ਪਸੰਦ ਨਹੀਂ ਕਰਦਾ ਵੀ ਇੱਕ ਔਰਤ ਵਾਸਤੇ ਇੱਕ ਜਿਹੜੀ ਸਾਡੀ ਬੀਬੀ ਕਹਿ ਲਈਏ, ਉਹਨਾਂ ਨੂੰ ਸਤਿਕਾਰ ਦੇ ਨਾਲ ਜੋ ਵੀ ਮਰਜ਼ੀ ਸ਼ਬਦ ਇੱਜ਼ਤ ਵਾਸਤੇ ਕਹਿ ਸਕਦੇ ਆ ਵੀ ਉਹਨੂੰ ਲੰਬੜਾਂ ਦੀ ਚੱਕੀ ਹੋਈ, ਫਲਾਣੇ ਚੱਕੀ ਹੋਈ, ਇਹਦਾ ਸ਼ਬਦ ਹੀ ਨਹੀਂ ਸੀ ਵਧੀਆ ਹੈਗਾ ਜਿਹੜਾ